ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਆਖਿਰਕਾਰ ਪਹੁੰਚ ਗਏ ਨੇ ਬਾਈਡਨ ਸਾਹਿਬ ਭਾਰਤ ਦੀ ਧਰਤੀ ਦੇ ਉੱਤੇ ਤੇ ਸਭ ਬੜੇ ਉਤਸ਼ਾਹਤ ਨੇ। ਸਭ ਨੇ ਸਵਾਗਤ ਕੀਤਾ ਕਿ ਹੁਣ G20 ਦੇ ਸੰਮੇਲਨ ਦੇ ਵਿੱਚ ਦੁਨੀਆ ਭਰ ਦੇ ਮਸਲੇ ਹੱਲ ਹੋਣਗੇ, ਗੱਲਬਾਤ ਹੋਏਗੀ। तमाम ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਨੇ। ਚੀਨ ਤੇ ਰਸ਼ੀਆ ਵੱਲੋਂ ਦੇਖੋ ਹੁਣ ਕਿ ਅੱਗੋਂ ਰਿਐਕਸ਼ਨਸ ਆਉਂਦੀਆਂ ਨੇ, ਕਿਉਂਕਿ ਦੋਵਾਂ ਥਾਵਾਂ ਤੋਂ ਪ੍ਰੈਜ਼ੀਡੈਂਟ ਤੇ ਨਹੀਂ ਆ ਰਹੇ, ਨਾ ਸ਼ੀ ਜਿਨਪਿੰਗ ਆ ਰਹੇ ਨੇ, ਨਾ ਵਲਾਦੀਮੀਰ ਪੁਤਿਨ ਆ ਰਹੇ ਨੇ। ਸੋ ਹੁਣ ਬਾਈਡਨ ਸਾਹਿਬ ਕਿਹਦੇ ਨਾਲ ਗੱਲਬਾਤ ਕਰਨਗੇ ਤੇ ਕਿਸ ਟੌਪਿਕ ਦੇ ਉੱਤੇ, ਕਿਸ ਮਸਲੇ ਦੇ ਉੱਤੇ ਕਿਹੜੀ ਗੱਲਬਾਤ ਹੋਏਗੀ, ਇਹ ਸਭ ਵੇਖਣ ਦੀ ਗੱਲ ਹੈ। ਕਹਿੰਦੇ ਨੇ ਕਿ ਜੋ ਅੰਦਰ ਦੀ ਖਬਰ ਹੈ, ਕਾਫੀ ਓਪੋਜੀਸ਼ਨ ਵੀ ਹੋ ਰਹੀ ਹੈ, ਕਾਫੀ ਵਿਰੋਧ ਵੀ ਹੋ ਰਿਹਾ ਹੈ। ਅਮਰੀਕਾ ਦੇ ਅੰਦਰ ਵੀ ਵਿਰੋਧ ਹੋ ਰਿਹਾ ਹੈ, ਬਾਕੀ ਕਈ ਦੇਸ਼ਾਂ ਵੱਲੋਂ ਵੀ ਵਿਰੋਧ ਹੋ ਰਿਹਾ ਇਸ G20 ਦੀ ਸਮਿਟ ਨੂੰ ਲੈ ਕੇ। ਕਾਫੀ ਪ੍ਰੈਸ਼ਰਸ ਵੀ ਨੇ। ਹੁਣ ਦੇਖੋ ਕੀ ਬਣਦਾ ਹੈ। ਗਲੋਬਲ ਸਾਊਥ ਦਾ ਵਿਸ਼ਾ ਤਾਂ ਜਿਹੜਾ ਪਪੂਲਰ ਕੀਤਾ ਹੈ ਭਾਰਤ ਦੇ ਡਿਪਲੋਮੈਟਸ ਨੇ, ਉਹ ਤਾਂ ਖਾਸ ਤੌਰ ਤੇ ਜ਼ਿਕਰ ਹੋਏਗਾ ਹੀ ਕਿ ਗਰੀਬ ਦੇਸ਼ਾਂ ਨੂੰ ਕਿੱਦਾਂ ਅਮੀਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ। ਬਾਕੀ ਦੁਨੀਆ ਦੇ ਮਸਲਿਆਂ ਬਾਰੇ ਕੀ ਕਰਨਾ ਹੈ, ਇਹ ਵੀ ਸਾਰੀ ਗੱਲਬਾਤ ਹੋਣੀ ਹੈ। ਔਰ ਇੱਕ ਚੀਜ਼ ਜੋ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ, ਉਹ ਹੈ ਬਾਈਡਨ ਸਾਹਿਬ ਦਾ ਬੈਗ, ਜਿਹਨੂੰ ਫੁੱਟਬਾਲ ਵੀ ਕਹਿੰਦੇ ਨੇ, ਜਿਹਦੇ ਅੰਦਰੋਂ ਉਹ ਸਭ ਮਸ਼ੀਨਰੀ ਤੁਸੀਂ ਦੇਖ ਸਕਦੇ ਹੋ, ਜਿਹੜੀ ਦੁਨੀਆ ਦੇ ਵਿੱਚ ਕਿਤੇ ਵੀ ਰਹਿ ਕੇ ਬਾਈਡਨ ਸਾਹਿਬ ਆਪਣੇ ਦੇਸ਼ ਦੇ ਲੋਕਾਂ ਨਾਲ, ਆਪਣੇ ਦੇਸ਼ ਦੇ ਡਿਪਲੋਮੈਟਸ ਨਾਲ ਔਰ ਆਰਮੀ ਨਾਲ ਔਰ ਸਭ ਦੇ ਨਾਲ ਅਮਰੀਕਾ ਦੇ ਵਿੱਚ ਸੰਪਰਕ ਕਰ ਸਕਦੇ ਨੇ। ਤੇ ਨਿਊਕਲੀਅਰ ਅਟੈਕਸ ਦੇ ਬਾਰੇ ਵੀ ਗੱਲ ਕੀਤੀ ਜਾਂਦੀ ਹੈ। ਜੇ ਉੱਦਾਂ ਦੇ ਵੀ ਆਰਡਰਸ ਦੇਣੇ ਪੈਣ ਤਾਂ ਉਹ ਜੋ ਛੋਟਾ ਜਿਹਾ ਫੁੱਟਬਾਲ ਇੱਕ ਬੈਗ ਹੈ, ਤਕਰੀਬਨ 20 ਕਿਲੋਗ੍ਰਾਮ ਦਾ, ਜਿਹਨੂੰ ਫੁੱਟਬਾਲ ਕਹਿੰਦੇ ਨੇ, ਉਹਦੇ ਅੰਦਰ ਉਹ ਸਾਰਾ ਮਸ਼ੀਨਰੀ, ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਿਹਦੇ ਜ਼ਰੀਏ ਉਹ ਸੰਪਰਕ ਕਰ ਸਕਦੇ ਨੇ ਤੇ ਇੱਥੋਂ ਤੱਕ ਕਿ ਨਿਊਕਲੀਅਰ ਵਾਰ ਦਾ ਵੀ ਆਦੇਸ਼ ਦੇ ਸਕਦੇ ਨੇ, ਅਟੈਕ ਦਾ ਵੀ ਆਦੇਸ਼ ਦੇ ਸਕਦੇ ਨੇ। ਇਹ ਕਿਹਾ ਜਾਂਦਾ ਹੈ। ਸੋ ਉਹ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਕਿ ਬਾਈਡਨ ਸਾਹਿਬ ਆਪਣੇ ਫੁੱਟਬਾਲ ਦੇ ਨਾਲ ਭਾਰਤ ਪਹੁੰਚ ਗਏ ਨੇ ਔਰ ਹੁਣ ਦੇਖੋ ਕਿਹੜੀ ਖੇਡ ਖੇਡੀ ਜਾਂਦੀ ਹੈ ਇਸ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ। ਇੱਕ ਤੇ ਚਰਚਾ ਇਹ ਬਣੀ ਹੋਈ ਹੈ ਔਰ ਇਹ ਖਾਸ ਦਿਲਚਸਪ ਚਰਚਾ ਹੈ। ਦੂਸਰੀ ਦਿਲਚਸਪ ਚਰਚਾ ਇਹ ਬਣੀ ਹੋਈ ਹੈ ਭਾਰਤ ਦੀ ਧਰਤੀ ਦੇ ਉੱਤੇ ਕਿ ਭਾਰਤ ਦਾ ਨਾਂ ਇੰਡੀਆ ਹੋਣਾ ਚਾਹੀਦਾ ਹੈ ਕਿ ਭਾਰਤ ਹੋਣਾ ਚਾਹੀਦਾ ਹੈ, ਤੇ ਭਾਰਤ ਨੂੰ ਬਦਲ ਕੇ ਇੰਡੀਆ ਰੱਖਿਆ ਗਿਆ ਜਾਂ ਇੰਡੀਆ ਨੂੰ ਬਦਲ ਕੇ ਭਾਰਤ ਰੱਖਣਾ ਹੈ। ਪਰ ਜੇ ਮੰਨ ਲਵੋ ਕਿ ਇਹ ਨਵਾਂ ਜੋ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ, ਜਿਹਦੇ ਵਿੱਚ ਇਹ ਤਜਵੀਜ਼ ਰੱਖੀ ਜਾਏਗੀ, ਇਹ ਮੰਨਦੇ ਨੇ ਐਕਸਪਰਟਸ, ਤੇ ਜੇ ਇੰਡੀਆ ਦਾ ਨਾਮ ਬਦਲ ਕੇ ਭਾਰਤ ਕਰ ਦਿੱਤਾ ਜਾਂਦਾ ਤਾਂ ਫਿਰ ਕੀ ਕੀ ਚੇਂਜਸ ਆਉਣਗੀਆਂ। ਰਿਜ਼ਰਵ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਇੰਡੀਆ, ਕਰੰਸੀ ਨੋਟਸ ਦੇ ਉੱਤੇ ਲਿਖਿਆ ਹੋਇਆ ਹੈ, ਸਾਡੇ ਪੈਨ ਕਾਰਡ, ਆਧਾਰ ਕਾਰਡ, तमाम ਡਾਕੂਮੈਂਟਸ, ਪਾਸਪੋਰਟਸ ਸਭ ਚੇਂਜ ਕੀਤੇ ਜਾਣਗੇ। ਕੀ ਕੁਝ ਹੋਏਗਾ ਹੁਣ, ਇਹ ਤਾਂ ਰੂਲਸ ਦੱਸਣਗੇ ਕਿ ਉਹਨਾਂ ਨੂੰ ਕਿੱਦਾਂ ਚੇਂਜ ਕਰਨਾ ਹੈ ਜਾਂ ਐਜ਼ ਇਟ ਇਜ਼ ਰੱਖਣਾ ਹੈ, ਜਾਂ ਪੁਰਾਣੇ ਉੱਦਾਂ ਹੀ ਰਹਿਣਗੇ, ਜਿਹੜੇ ਨਵੇਂ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਜਾਏਗੀ। ਸੋ ਇਹ तमाम ਗੱਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਰਹੀਆਂ ਨੇ ਤੇ ਇਹਦੇ ਬਾਰੇ ਅਸੀਂ ਹੋਰ ਡਿਸਕਸ਼ਨ ਕਰਾਂਗੇ ਕਿ ਇਸ ਨਾਂ ਨੂੰ ਲੈ ਕੇ ਇੰਟਰਨੈਸ਼ਨਲ ਡਾਇਸਪੋਰਾ ਕੀ ਸੋਚਦਾ ਹੈ, ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਵੱਖ-ਵੱਖ ਦੇਸ਼ਾਂ ਵੱਲੋਂ ਕੀ ਰਿਐਕਸ਼ਨਸ ਆ ਰਹੀਆਂ ਨੇ। ਇਸ ਬਾਰੇ ਗੱਲਬਾਤ ਕਰਦੇ ਹਾਂ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੰਡੀਆ ਬਦਲ ਕੇ ਭਾਰਤ ਦਾ ਨਾਂ ਜਿਹੜਾ ਇਸ ਵੇਲੇ ਉਹ ਚਰਚਾ ਦਾ ਵਿਸ਼ਾ ਬਣ ਗਿਆ। ਪੂਰੇ ਵਿਸ਼ਵ ਵਿੱਚ ਇਹ ਲੋਕਾਂ ਦੀ ਜ਼ੁਬਾਨ 'ਤੇ ਆ, ਬੜਾ ਹੈਰਾਨੀਜਨਕ ਜਿਹੜਾ ਮੁੱਦਾ ਬਣ ਗਿਆ। ਜਿੱਥੇ ਜਿੱਥੇ ਵੀ ਲੋਕ ਬੈਠੇ ਆ ਕਿ ਇੰਡੀਆ ਤੋਂ ਇੱਕਦਮ ਭਾਰਤ ਦਾ ਨਾਂ ਬਣਾਉਣਾ ਜਾਂ ਉਹਦੇ ਵਿੱਚ ਕਾਗਜ਼ਾਂ 'ਚ ਲੈ ਕੇ ਆਉਣਾ ਜਾਂ ਉਹਦੇ ਨੂੰ ਇੱਕਦਮ ਤਬਦੀਲ ਕਰਨਾ, ਕਹਿੰਦੇ ਨੇ ਕਿ ਇਹ ਕਿਉਂ ਤੇ ਕਿ ਕਿਸ ਪਾਰਟੀ ਵੱਲੋਂ ਜਿਹੜਾ ਜ਼ਿਆਦਾ ਉਜਾਗਰ ਕੀਤਾ ਗਿਆ। ਔਰ ਇਹਦੇ ਵਿੱਚ NDA ਦਾ ਤਾਂ ਜਿਹੜਾ ਹੈਗਾ ਪੂਰਾ ਯੋਗਦਾਨ ਹੈਗਾ। ਉਹਦੇ ਵਿੱਚ ਹੁਣ ਵਿਸ਼ੇਸ਼ ਤੌਰ 'ਤੇ ਸਮਾਗਮ ਔਰ ਪਾਰਲੀਮੈਂਟ ਦਾ ਸੈਸ਼ਨ ਵੀ ਬੁਲਾਇਆ, ਇਹਦੇ ਵਿੱਚ ਵੀ ਇਹੀ ਰੌਲਾ ਰੱਪਾ ਪਊਗਾ। ਔਰ ਇਹਦੇ ਵਿੱਚ ਬਾਹਰਲੇ ਦੇਸ਼ਾਂ ਵੱਲੋਂ ਵੀ ਆ ਗਿਆ ਔਰ ਸੰਯੁਕਤ ਰਾਸ਼ਟਰ ਨੇ ਕਹਿ ਦਿੱਤਾ ਕਿ ਜੇ ਇਹ ਇਸ ਬਾਰੇ ਕੁਝ ਕਹਿਣਗੇ ਜਾਂ ਕਰਨਗੇ, ਅਸੀਂ ਉਹਦੇ 'ਤੇ ਵੇਖਦੇ ਹਾਂ ਕਿ ਕੀ ਕਰਨਾ, ਕੀ ਹਾਮੀ ਭਰਨੀ ਹੈ, ਕੀ ਹੰਗਾਰਾ ਭਰਨਾ ਹੈਗਾ। ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਦੇਸ਼ਾਂ ਦੇ ਅੱਗੇ ਨਾਂ ਜਿਹੜੇ ਉਹਨਾਂ ਕੋਲ ਗਏ ਆ ਔਰ ਉਹਦੇ ਵਿੱਚ ਜਿਹੜੇ ਨਾਂ ਬਦਲਣ ਦੇ ਲਈ ਉਹਨਾਂ ਨੇ ਹਾਮੀ ਭਰੀ ਹੈ ਜਾਂ ਨਹੀਂ ਭਰੀ। ਕਈ ਚੀਜ਼ਾਂ 'ਤੇ ਉਹਨਾਂ ਨੇ ਰੋਕ ਵੀ ਲਾਈ ਆ, ਕਈਆਂ ਚੀਜ਼ਾਂ 'ਤੇ ਨਹੀਂ ਲਾਈ। ਔਰ ਇਹਦੇ ਵਿੱਚ ਇਹ ਗੱਲ ਜਦੋਂ ਆਈ ਹੈ, ਲੋਕਾਂ ਨੇ ਇਸ ਕਰਕੇ ਚਰਚਾ ਕੀਤੀ ਕਿ 75 ਸਾਲ ਗੁਜ਼ਰਨ ਤੋਂ ਬਾਅਦ ਇਹ ਹੁਣ ਸੁਪਨਾ ਟੁੱਟਾ ਹੈਗਾ, ਜਦੋਂ ਕਿ ਅੰਗਰੇਜ਼ ਇਹਨੂੰ ਆਪਣਾ ਨਾਂ ਰਿਪਬਲਿਕ ਆਫ ਇੰਡੀਆ ਦਾ ਨਾਂ ਦੇ ਕੇ ਗਿਆ। ਕਨਸਟੀਟਿਊਸ਼ਨ ਵਿੱਚ ਇਹਦਾ ਨਾਂ ਇਹੀ ਨਾਮਜ਼ਦ ਹੈ। ਸਾਡੇ ਲੈਟਰ ਹੈਡ ਸਾਰੇ ਦੇ 'ਤੇ ਆ, ਜੋ ਸਮਝੌਤੇ ਟ੍ਰੀਟੀਜ਼ ਹੋਈਆਂ ਸਾਰੇ ਦੇਸ਼ਾਂ ਨਾਲ, ਉਹ ਇਹਦੇ ਇੰਡੀਆ ਦੇ ਨਾਂ 'ਤੇ ਚੱਲ ਰਹੀਆਂ। ਔਰ ਜਦੋਂ ਕਿ ਭਾਰਤ ਨਾਂ ਰੱਖਿਆ ਗਿਆ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਣਾ। ਇਹ ਉਹਦਾ ਰੌਲਾ ਪਿਆ ਜਦੋਂ ਰਾਸ਼ਟਰਪਤੀ ਆਨਰੇਬਲ ਮੁਰਮੂ ਜੀ ਦੇ ਨਾਂ 'ਤੇ ਲੈਟਰ ਗਿਆ ਔਰ ਜਿਹਦੇ 'ਚ ਜਿਹੜਾ ਉਹਨਾਂ ਨੇ ਭੇਜ ਦਿੱਤਾ ਇਹਨਾਂ ਨੂੰ G20 ਦੇ ਸਾਰੇ ਜਿਹੜੇ ਆ ਰਹੇ ਨੇ ਮਿਨਿਸਟਰ ਉੱਥੋਂ, ਔਰ ਉਹਨਾਂ ਨੂੰ ਦਾਵਤ ਦਿੱਤੀ ਸੀ ਖਾਣੇ ਲਈ। ਉਹਦੇ ਵਿੱਚ ਲਿਖਿਆ ਸੀਗਾ ਪ੍ਰੈਜ਼ੀਡੈਂਟ ਨਹੀਂ ਲਿਖਿਆ, ਉਹ 'ਚ ਲਿਖਿਆ ਪ੍ਰੈਜ਼ੀਡੈਂਟ ਆਫ ਭਾਰਤ, ਨਾਟ ਇੰਡੀਆ। ਉਹਦੇ ਵਿੱਚ ਇਹ ਉਦੋਂ ਤੱਕ ਫਿਰ ਰੌਲਾ ਪੈ ਗਿਆ। ਹੁਣ ਉਦੋਂ ਬਾਅਦ
ਜਿਹੜੀ ਆ ਦੂਸਰੀ ਪਾਰਟੀ ਇੰਡੀਆ ਅਲਾਈਅੰਸ ਬਣਿਆ, ਉਹਨਾਂ ਨੇ ਕਹਿਤਾ ਕਿ ਸਾਡੀ ਜਿਹੜੀ ਇਹਨਾਂ ਨੂੰ ਪਾਰਟੀ ਬਣੀ ਆ, ਇਹ ਸ਼ਾਇਦ ਸਾਡਾ ਉਹਦੇ ਤੇ ਇਹਨਾਂ ਨੇ ਧਿਆਨ ਦੂਜੇ ਪਾਸੇ ਖਿੱਚਣ ਲਈ, ਡਿਵਰਟ ਕਰਨ ਲਈ ਇਹਨਾਂ ਨੇ ਦੇਸ਼ ਦਾ ਨਾਮ ਬਦਲਤਾ। ਉਹ ਕਹਿੰਦੇ ਨੇ ਕਿ ਜਿਹੜਾ ਦੇਸ਼ ਅਜੇ ਤੱਕ ਜਦੋਂ ਅੰਗਰੇਜ਼ ਨਾਂ ਦਾ ਦੇ ਕੇ ਗਏ ਆ ਉਦੋਂ ਤੱਕ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਾ, ਕੱਲ੍ਹ ਨੂੰ ਤਾਂ ਫਿਰ ਪਾਕਿਸਤਾਨ ਵੀ ਬਦਲੂ ਆਪਣਾ ਨਾਂ, ਔਰ ਇਹਦਾ ਨਾਂ ਐਕਚੁਅਲੀ ਪੁਰਾਣਾ ਹਿੰਦੁਸਤਾਨ ਨਾਂ ਹੈਗਾ, ਉਹਦੇ ਵੱਲ ਧਿਆਨ ਨਹੀਂ ਗਿਆ। ਉਦੋਂ ਹਿੰਦੁਸਤਾਨ ਤੋਂ ਬਾਅਦ ਭਾਰਤ ਆ, ਦੋ ਨਾਂ ਹੈਗੇ ਇਹਦਾ, ਸਬ ਸਿੰਧੂ ਨਾਂ ਰਿਹਾ ਹੈਗਾ, ਔਰ ਇਹਦਾ ਪਤਾ ਨਹੀਂ ਹੈਗਾ ਫਿਰ ਵਾਰੀ-ਵਾਰੀ ਬਦਲਦੇ ਰਹਿਣਗੇ, ਭਾਰਤ ਤੋਂ ਬਾਅਦ ਫਿਰ ਹਿੰਦੁਸਤਾਨ ਰੱਖ ਦੇਣਗੇ, ਹਿੰਦੁਸਤਾਨ ਤੋਂ ਬਾਅਦ ਸਬ ਸਿੰਧੂ ਰੱਖ ਦੇਣਗੇ, ਜਿਹੜੇ ਨਾਂ ਆਏ ਹੈਗੇ। ਹਰ ਨਾਂ ਦੇ ਪਿੱਛੇ ਕੋਈ ਨਾ ਕੋਈ ਬੈਕਗਰਾਉਂਡ ਹੁੰਦੀ ਹੈ। ਜੇ ਪੰਜਾਬ ਹੈਗਾ, ਪੰਜਾਂ ਪਾਣੀਆਂ ਦੀ ਧਰਤੀ ਹੈਗਾ, 5 ਦਰਿਆ ਵਗਦੇ ਰਿਹਾ ਅਨਡਿਵਾਈਡਡ ਪੰਜਾਬ ਦੇ ਵਿੱਚ, ਆਬ ਮਤਲਬ ਪਾਣੀ ਆ, ਉਹਦੇ ਵਿੱਚ ਉਹੀ ਆ। ਹਰਿਆਣਾ ਦਾ ਜਿਹੜਾ ਨਾਂ ਰੱਖਿਆ ਗਿਆ, ਹਰਿਆਣੇ ਦਾ ਨਾਂ ਵੀ ਹਿਮਕਲਸ਼ ਜਿਹੜਾ ਹੈਗਾ, ਇਹ ਜਿਹੜੀਆਂ ਵੈਲੀਜ਼ ਹੈਗੀਆਂ, ਪਹਾੜ ਉਹਨਾਂ ਦੇ ਨਾਂ 'ਤੇ ਆ। ਹਿਮਾਚਲ ਦਾ ਹਰਿਆਣੇ ਦਾ ਨਾਮ ਵੀ ਇਸੇ ਤਰ੍ਹਾਂ ਦਾ ਹੈਗਾ, ਉਹਨਾਂ ਦੇ ਕੁਝ ਨਾ ਕੁਝ ਪਿਛੋਕੜ ਹੈਗੇ। ਉੱਤਰਾਖੰਡ ਦਾ ਨਾਮ ਵੀ ਇਸੇ ਕਰਕੇ ਹੈ ਕਿ ਉਹ ਕੁਝ ਹਰ ਸੂਬੇ ਦਾ, ਹਰ ਦੇਸ਼ ਦਾ ਕੋਈ ਬੈਕਗਰਾਉਂਡ ਹੁੰਦੀ ਹੈ। ਔਰ ਜੇ ਤੇ ਰਾਜ ਕੀਤਾ ਅੰਗਰੇਜ਼ਾਂ ਨੇ, ਰਾਜ ਉਹਨਾਂ ਦੀ ਕਲੋਨੀ ਹੈਗੀ ਆ, ਅੰਗਰੇਜ਼ ਜਦੋਂ ਆਉਂਦੇ ਇੱਥੇ ਹੈਗੇ, ਕੋਈ ਵੀਜ਼ਾ ਨਹੀਂ, ਕੋਈ ਉੱਥੇ ਡਰਾਈਵਿੰਗ ਲਾਇਸੈਂਸ ਨਹੀਂ, ਸਿੱਧਾ ਆਉਂਦੇ, ਉਹਨਾਂ ਦੀ ਅਜੇ ਕਲੋਨੀ ਬਣੀ ਹੈਗੀ ਆ। ਔਰ ਜੇ ਕੱਲ ਅਜੇ ਤਾਂ ਰਿਸ਼ੀ ਸੁਨਕ ਜੀ ਉੱਥੇ ਨੇ ਪ੍ਰਧਾਨ ਮੰਤਰੀ, ਜੇ ਕੱਲ੍ਹ ਨੂੰ ਉੱਥੇ ਕੋਈ ਅੰਗਰੇਜ਼ ਹੁੰਦਾ, ਕੁਛ ਹੁੰਦਾ, ਉਹਨੇ ਫਿਰ ਇਹਨਾਂ ਨੂੰ ਖਚਾਈ ਕਰਨੀ ਸੀ ਵੀ ਆਹ ਕੀ ਕੀਤਾ। ਔਰ ਕਰ ਸਕਦੇ ਅੰਗਰੇਜ਼ ਜੋ ਕੁਛ ਹੋਇਆ, ਉਹਨਾਂ ਨੇ ਕਿੰਨੇ ਸਾਲ ਰਾਜ ਕੀਤਾ, ਉਹਨਾਂ ਦੀ ਇੱਕ ਕਲੋਨੀ ਬਣੀ ਆ। ਔਰ ਜੇ ਆਪ ਉਧਰੀਆਂ ਗੱਲਾਂ ਕਰਦੇ ਆ, ਕਿਸੇ ਨੂੰ ਕੰਸਲਟ ਨਹੀਂ ਕੀਤਾ ਜਾਂ ਇਹ ਨਹੀਂ ਕੀਤਾ, ਇਹਦਾ ਬਹੁਤ ਜ਼ਿਆਦਾ ਰੌਲਾ ਪੈ ਸਕਦਾ। ਇਸ ਵੇਲੇ ਹਰ ਮੀਡੀਆ, ਹਰ ਪ੍ਰਿੰਟ ਮੀਡੀਆ, ਹਰ ਇਲੈਕਟ੍ਰੋਨਿਕਸ ਮੀਡੀਆ ਇਹੀ ਗਾ ਰਿਹਾ ਕਿ ਆਹ ਕੁਛ ਕਿਉਂ ਹੋਇਆ। ਸਭ ਕੁਝ ਚੇਂਜ ਕਰਨਾ ਪੈ ਸਕਦਾ ਹੈ, ਕਿਉਂਕਿ ਸਭ ਤੋਂ ਪਹਿਲਾਂ ਤਾਂ ਸੰਵਿਧਾਨ ਦਾ ਪ੍ਰੀਐਂਬਲ, ਬਿਲਕੁਲ, ਵੀ ਦੀ ਪੀਪਲ ਆਫ ਇੰਡੀਆ ਗੈਦਰ ਹੈ, ਤੋਂ ਇੰਡੀਆ ਨੂੰ ਭਾਰਤ ਲਿਖਣਾ ਹੋਏਗਾ, ਸੰਵਿਧਾਨ ਦੇ ਵਿੱਚ ਚੇਂਜਸ ਕਰਨੀਆਂ ਪੈਣਗੀਆਂ, ਹੋਰ ਜਿੱਥੇ ਜਿੱਥੇ ਡਾਕੂਮੈਂਟਸ ਨੇ ਐਵਰੀਥਿੰਗ ਚੇਂਜ ਕਰਨੀ ਪਏਗੀ। ਔਰ ਕੁਝ ਐਕਸਪਰਟ ਮੰਨਦੇ ਨੇ ਇਹ ਗੱਲ ਕਿ ਇਹ ਹੁਣ ਕੀ ਹੈ ਕਿ ਇਲੈਕਸ਼ਨਸ ਨੇੜੇ ਆ ਰਹੀਆਂ ਨੇ, ਔਰ ਕਿਤੇ ਨਾ ਕਿਤੇ ਜੋ ਇਸ ਵਕਤ ਰੂਲਿੰਗ ਪਾਰਟੀ ਬੀਜੇਪੀ ਹੈ, ਉਹਨੂੰ ਇਹ ਲੱਗਦਾ ਪਿਆ ਕਿ ਜਿਹੜਾ ਇੰਡੀਆ ਫਰੰਟ ਖੜਾ ਹੋਇਆ ਹੈ, ਵਿਰੋਧੀ ਧਿਰ ਖੜੀ ਹੋਈ ਹੈ, ਉਹ ਜ਼ਿਆਦਾ ਮਜ਼ਬੂਤ ਹੋ ਰਹੀ ਹੈ। ਇਸ ਕਰਕੇ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ ਹੈ ਔਰ ਲੋਕਾਂ ਦਾ ਧਿਆਨ ਇੰਡੀਆ ਵੱਲੋਂ ਹਟਾਉਣ ਵਾਸਤੇ ਜੋ ਵਿਰੋਧੀ ਧਿਰ ਬਣਿਆ ਹੈ ਇੱਕ ਫਰੰਟ, ਤਾਂ ਇਹ ਸਭ ਗੱਲਾਂ ਹੋ ਰਹੀਆਂ ਨੇ। ਵਨ ਨੇਸ਼ਨ, ਵਨ ਇਲੈਕਸ਼ਨ, ਕਈ ਤਰ੍ਹਾਂ ਦੇ ਮੁੱਦੇ ਆ ਗਏ, ਆਰਡੀਨੈਂਸ ਜਿਹੜਾ ਜਾਰੀ ਕੀਤਾ, ਔਰ ਇਹ ਸਾਰੀਆਂ ਗੱਲਾਂ ਉਹ ਇਹ ਹੋ ਰਹੀਆਂ ਨੇ ਕਿ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖ ਕੇ ਬੀਜੇਪੀ ਇਹ ਕਰ ਰਹੀ ਹੈ ਕਿ ਲੋਕਾਂ ਦਾ ਧਿਆਨ ਇੰਡੀਆ ਜਿਹੜੀ ਓਪੋਜੀਸ਼ਨ ਖੜੀ ਹੋਈ ਹੈ ਫਰੰਟ, ਉਹਦੇ ਵੱਲੋਂ ਹਟ ਕੇ ਇਹਨਾਂ ਵੱਲ ਰਵੇ, ਐਨਡੀਏ ਵੱਲ ਰਵੇ। ਇਹ ਕਈ ਐਕਸਪਰਟਸ ਮੰਨਦੇ ਨੇ, ਬਟ ਇਹਦਾ ਹੁਣ ਕੀ ਨਤੀਜਾ ਨਿਕਲੇਗਾ, ਕਿਉਂਕਿ ਯੂਨਾਈਟਿਡ ਨੇਸ਼ਨਸ ਨੇ ਕਹਿ ਦਿੱਤਾ ਹੈ, ਕਿਉਂਕਿ ਤੁਰਕੀ ਦੀ ਐਗਜ਼ਾਮਪਲ ਵੀ ਆਉਂਦੀ ਹੈ, ਉਹਨਾਂ ਨੇ ਵੀ ਆਪਣਾ ਤੁਰਕਿਆ ਰੱਖਿਆ, ਉਹਦਾ ਨਾਮ ਚੇਂਜ ਕੀਤਾ ਹੈ। ਤਾਂ ਯੂਨਾਈਟਿਡ ਨੇਸ਼ਨਸ ਨੇ ਕਿਹਾ ਕਿ ਲੈਟ them ਡੂ, ਦੇਖੋ ਕੀ ਫੈਸਲਾ ਕਰਦੇ ਨੇ, ਗਵਰਨਮੈਂਟ ਵੱਲੋਂ ਜੋ ਫੈਸਲਾ ਹੁੰਦਾ ਹੈ ਫਿਰ ਸਾਨੂੰ ਜਦੋਂ ਅਪਰੋਚ ਕਰਨਗੇ ਉਸ ਤੋਂ ਬਾਅਦ ਅਸੀਂ ਉਹਦੇ ਉੱਤੇ ਕੰਸੀਡਰ ਕਰਾਂਗੇ, ਕਿਉਂਕਿ ਪੂਰੇ ਇੰਟਰਨੈਸ਼ਨਲ ਡਾਇਸਪੋਰਾ ਦੇ ਵਿੱਚ ਜਿੱਥੇ ਜਿੱਥੇ ਇੰਡੀਆ ਦਾ ਨਾਂ ਹੈ, ਇੰਡੀਆ ਲਿਖਿਆ ਹੋਇਆ ਹੈ, ਉਹਨੂੰ ਚੇਂਜ ਕਰਵਾਉਣਾ ਹੈ, ਸਭ ਕੁਝ ਚੇਂਜ ਕਰਨਾ ਪਏਗਾ। ਡਿਪਲੋਮੈਟਸ ਬੈਠੇ ਨੇ ਬਾਹਰ, ਜਿਹਦਾ ਵੀਜ਼ਾ ਲੱਗਦਾ ਹੈ, ਐਵਰੀਥਿੰਗ ਇਜ਼ देयर। ਪਾਸਪੋਰਟ ਤੇ ਆਪਣਾ ਇੰਡੀਆ ਦਾ ਹੈਗਾ ਪਾਸਪੋਰਟ। ਅੱਛਾ, ਐਮਬੈਸੀਜ਼ ਬੈਠੀਆਂ ਨੇ। ਦੂਜੀ ਗੱਲ ਇਹ ਹੈਗੀ ਹੈ, ਸਿੱਧੇ ਤੌਰ ਤੇ ਇਦਾਂ ਇੱਕ ਹੁਕਮ ਨਾਲ ਜਾਂ ਆਰਡਰ ਨਾਲ ਨਹੀਂ ਇੰਡੀਆ ਚੇਂਜ ਹੋ ਸਕਦਾ। ਇਹਦਾ ਜਿਹੜਾ ਇੱਕ ਪ੍ਰੋਸੀਜਰ ਹੈ ਕਨਸਟੀਟਿਊਸ਼ਨ ਦੇ ਅਕੋਰਡਿੰਗ, ਇਹਦੇ ਵਿੱਚ 2/3 ਬਹੁਮਤ ਹੁੰਦਾ, ਜਿਹਦੇ ਵਿੱਚ ਪਾਰਟੀਆਂ ਦੂਜੀਆਂ ਵੀ ਆਉਣਗੀਆਂ, ਇਹ ਵੀ ਆਉਣਗੀਆਂ, ਐਨਡੀਏ ਵੀ ਆਊਗੀ, ਜਿਹਦੇ ਵਿੱਚ 445 ਲੋਕ ਸਭਾ ਦੇ ਮੈਂਬਰ ਨੇ, ਉਹ 'ਚ 305 ਮੈਂਬਰ ਜਿਸ ਪਾਸੇ ਹੋਣਗੇ ਉਹਨਾਂ ਦੀ ਰਾਏ ਲਈ ਜਾਊਗੀ, ਉਹ ਰਿਪਰੈਜ਼ੈਂਟ ਕਰਦੇ ਲੋਕਾਂ ਨੂੰ, ਪਬਲਿਕ ਨੂੰ, ਔਰ ਉਦੋਂ ਬਾਅਦ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਲੈ ਕੇ ਫਿਰ ਰਾਜ ਸਭਾ 'ਚ ਉਸੇ ਪ੍ਰੋਸੀਜਰ ਜਾਊਗਾ। ਰਾਜ ਸਭਾ 'ਚ ਵੀ ਇਹਨਾਂ ਦੇ 105 ਮੈਂਬਰ ਦੇ ਕਰੀਬ ਜਿਹੜੇ ਹੋਣਗੇ, 305 ਦੇ ਕਰੀਬ ਮੈਂਬਰ ਜਿਹੜੇ ਹੈ ਨੇ ਉਹਨਾਂ ਦੇ, ਔਰ ਐਨਡੀਏ ਫਿਰ ਵੀ ਉੱਥੇ ਜ਼ਿਆਦਾ ਮੈਂਬਰ ਉਹਨਾਂ ਦੇ, ਪਰ ਉਹਦੇ ਵਿੱਚ ਜਿਹੜੀ ਆਪੋਜੀਸ਼ਨ ਇਕੱਠੀ ਹੋ ਗਈ ਉਹਦੇ ਵੀ ਫਿਰ ਰਾਏ ਲਈ ਜਾਊਗੀ। ਫਿਰ ਉਹਦੋਂ ਬਾਅਦ ਦੋਵਾਂ ਸਦਨਾਂ ਦੇ ਵਿੱਚ ਪਾਸ ਹੋਣ ਤੋਂ ਬਾਅਦ ਬਹੁਮਤ 2/3 ਬਹੁਮਤ ਨਾਲ ਫਿਰ ਰਾਸ਼ਟਰਪਤੀ ਕੋ ਜਾਊਗਾ। ਰਾਸ਼ਟਰਪਤੀ ਤੋਂ ਬਾਅਦ ਇਹ ਜਦੋਂ ਉਹਨਾਂ ਨੇ ਸਾਈਨ ਕਰਤੇ, ਰਾਸ਼ਟਰਪਤੀ ਦ੍ਰੋਪਦੀ ਮੈਡਮ ਨੇ ਜਦੋਂ ਜਿਹੜੀ ਕੋ ਮੁਰਮੂ ਜੀ ਨੇ ਸਾਈਨ ਕਰ ਦਿੱਤੇ, ਫਿਰ ਉਸ ਤੋਂ ਬਾਅਦ ਜਾਏਗਾ ਗਜ਼ਟ ਜਿਹੜਾ ਹੈਗਾ ਇੰਡੀਆ ਗਜ਼ਟ ਆ, ਉਹਦੇ ਵਿੱਚ ਬਦਲ ਕੇ ਭਾਰਤ ਗਜ਼ਟ ਦੇ ਵਿੱਚ ਲਿਖਿਆ ਜਾਊਗਾ, ਫਿਰ ਮੈਂਸ਼ਨ ਹੋ ਕੇ ਉਸ ਦਿਨ ਤੋਂ ਲਾਗੂ ਹੋਊਗਾ। ਇਹਦਾ ਪ੍ਰੋਸੀਜਰ ਹੈਗਾ, ਇਹ ਨਹੀਂ ਹੈਗਾ ਕਿ ਅੱਜ ਕਹਿਤਾ ਕਿ ਇੰਡੀਆ ਤੇ ਇੰਡੀਆ ਬਦਲ ਜਾਊਗਾ ਸਾਰਾ ਕੁਝ। ਪਹਿਲਾਂ ਇਹ ਗਜ਼ਟ ਤੁਸੀਂ ਨਾਂ ਲਿਖਣਾ ਹੋਵੇ, ਆਪਣਾ ਬੱਚੇ ਦਾ ਨਾਂ ਜੋ ਲਿਖਿਆ ਹੈਗਾ, ਤੇ ਕੱਲ੍ਹ ਨੂੰ ਤੁਸੀਂ ਬਦਲਾਉਣਾ ਚਾਹੁੰਦੇ ਜੇ ਅਖਬਾਰ ਦਿੱਤਾ, ਤੁਹਾਨੂੰ ਦਿੱਲੀ ਜਾਣਾ ਪਊਗਾ, ਗਜ਼ਟ ਆਫ ਇੰਡੀਆ ਦੇ ਵਿੱਚ ਉੱਥੋਂ ਨਾਂ ਨੂੰ ਬਦਲਣਾ ਵੇਖਣਾ ਪਊਗਾ। ਜੇ ਅਸੀਂ ਗੱਲ ਕਰੀਏ ਚੇਨਈ ਦੀ, ਉਹਦਾ ਨਾਂ ਚੇਨਈ ਰੱਖਿਆ ਨਾ, ਤੇ ਜਿਹੜੀ ਹਾਈ ਕੋਰਟ ਉਹਦਾ ਨਾਮ ਮਦਰਾਸ ਹਾਈ ਕੋਰਟ ਹੈਗਾ। ਮੁੰਬਈ ਦਾ ਨਾਮ ਮੁੰਬਈ ਰੱਖਿਆ ਹੈਗਾ, ਮੁੰਬਈ ਜਿਹੜਾ ਬੰਬੇ ਜਿਹੜੀ ਫਿਲਮ ਸਿਟੀ ਹੈਗਾ, ਬੰਬੇ ਹਾਈ ਕੋਰਟ ਹੈਗਾ, ਉਹ ਬਦਲੇ ਨਹੀਂ ਹੈਗੇ ਜੀ, ਉਸੇ ਤਰ੍ਹਾਂ ਹੀ ਹੈਗੇ। ਸੁਪਰੀਮ ਕੋਰਟ ਆਫ ਇੰਡੀਆ, ਸੁਪਰੀਮ ਕੋਰਟ ਆਫ ਇੰਡੀਆ ਦੇਖ ਲਓ, ਉਹਦਾ ਨਾਮ ਉਹੀ ਹੈ ਸਾਰਾ ਕੁਝ।
ਕਿੱਥੇ ਕਿੱਥੇ ਬਦਲੋਗੇ ਤੁਸੀਂ? ਜਾਂ ਤਾਂ ਫਿਰ ਉਦੋਂ ਹੀ ਬਦਲ ਲੈਂਦੇ, ਜਾਂ ਉਹ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਮੁੱਖ ਪ੍ਰਧਾਨ ਮੰਤਰੀ ਸੀਗੇ ਦੇਸ਼ ਦੇ, ਔਰ ਉਦੋਂ ਪਤਾ ਲੱਗਦਾ ਇਹਨਾਂ ਨੂੰ ਕਿ ਉਦੋਂ ਬਦਲ ਲੈਂਦੇ ਕਿ ਜਿਹੜਾ ਇਹ ਨਾਂ ਹੈਗਾ ਅੱਜ ਤੋਂ ਭਾਰਤ ਰਹੂਗਾ ਤਾਂ ਭਾਰਤ ਚੱਲਦਾ ਰਹਿੰਦਾ। ਉਦੋਂ ਕਿਉਂ ਮੰਨ ਗਏ? ਉਦੋਂ ਪਤਾ ਸੀਗਾ, ਉਦੋਂ ਹੁਕਮਰਾਨ ਅੰਗਰੇਜ਼ ਸੀਗੇ, ਉਹਨਾਂ ਦਾ ਡਰ ਵੀ ਸੀਗਾ, ਸਾਰਾ ਕੁਝ ਸੀਗਾ। ਪਠਾਨ ਆਏ ਸੀਗੇ, ਉਹਨਾਂ ਹਿੰਦੁਸਤਾਨ ਦਾ ਨਾਂ ਦਿੱਤਾ। ਪਠਾਨ ਜਦੋਂ ਆਏ ਆ, ਮੁਗਲ ਆਏ ਆ, ਉਦੋਂ ਆਏ ਸਾਰਾ। ਹੁਣ ਉਦੋਂ ਬਾਅਦ ਇਹਨਾਂ ਨੇ ਫਿਰ ਦਾਵਤ ਦੇਣੀ ਆ ਮੁਗਲਾਂ ਨੂੰ ਤੇ ਪਠਾਨਾਂ ਨੂੰ, ਫਿਰ ਤੁਸੀਂ ਆ ਕੇ ਹਮਲੇ ਕਰੋ। ਫਿਰ ਅਬਦਾਲੀ, ਨਾਦਰ ਜਿਸ ਤਰ੍ਹਾਂ ਆਏ ਆ, ਉਦੋਂ ਤਾਂ ਕੁਝ ਹੋਇਆ ਨਹੀਂਗਾ। ਉਦੋਂ ਤਾਂ ਸਾਰਾ ਕੁਝ ਉਹਨਾਂ ਦੇ ਅੱਗੇ ਜਾ ਕੇ ਗੋਡੇ ਟੇਕ ਦਿੰਦੇ ਰਹੇ। ਤੇ ਹੁਣ ਜਾ ਕੇ ਨਾਂ ਬਦਲਣ ਤੇ ਆ ਗਏ ਆ। ਹੁਣ ਜੇ ਨਾਂ ਬਦਲਾਂਗੇ, ਜੇ ਇੰਡੀਆ ਦਾ ਨਾਂ ਹੈਗਾ, ਲੋਕਾਂ ਨੂੰ, ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਬਿਲਕੁਲ ਪਿਆਰਾ ਲੱਗਦਾ ਹੈਗਾ ਔਰ ਨਾਂ ਸੌਖਾ ਹੈਗਾ ਸੀਗਾ, ਪਰ ਜੇ ਬਦਲਣਾ ਵੀ ਹੈਗਾ ਪਰ ਪ੍ਰੋਸੀਜਰ 'ਚ ਆ ਕੇ ਬਦਲੋ। ਫਿਰ ਜਦੋਂ ਔਨ ਦਾ ਨੈਕ ਆਫ ਦਾ ਇਲੈਕਸ਼ਨ, ਜਦੋਂ ਇਲੈਕਸ਼ਨ ਆ ਰਹੀ ਉਦੋਂ ਬਦਲਿਆ ਗਿਆ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕਹੀ ਹੈ, ਇੱਕ ਦੇਸ਼ ਇੱਕ ਚੋਣ ਦਾ ਨਾਅਰਾ ਦਿੱਤਾ, ਇੱਕ ਦੇਸ਼ ਦਾ ਨਾਮ ਬਦਲ ਦਿੱਤਾ, ਆਰਡੀਨੈਂਸ ਬਦਲਤਾ। ਹੁਣੇ ਹੀ ਫਿਰ ਅੱਦੋ ਬਦਲ ਹੋ ਰਹੀਆਂ। 14 ਜਿਹਦੇ 10 ਸਾਲ ਇਹ ਰਹੇ ਰਾਜ ਦੇ ਵਿੱਚ ਐਨਡੀਏ, ਉਦੋਂ ਤਾਂ ਕਿਸੇ ਗੱਲ ਦਾ ਚੇਤਾ ਨਹੀਂ ਆਇਆ। ਹੁਣ ਜਦੋਂ 3 ਮਹੀਨੇ ਰਹਿ ਗਏ, 4 ਮਹੀਨੇ ਰਹਿ ਗਏ, ਆਂਦੇ ਬੂਹੇ ਬੈਠੀ ਜੰਝ ਤੇ ਵਿੰਨੋ ਕੁੜੀ ਦੇ ਕੰਨ। ਉਦੋਂ ਹੁੰਦੀ ਵੀ ਜੰਝ ਆ ਗਈ ਤਾਂ ਹੁਣ ਕੁੜੀ ਨੂੰ ਤੋਰਨਾ ਤੇ ਹੁਣ ਗੱਲ ਕਰੋ। ਇਹ ਉਹ ਗੱਲ ਹੋ ਰਹੀ ਹੈ। ਇਸ ਕਰਕੇ ਸਾਰੇ ਸੂਝਵਾਨ ਲੋਕ ਕਹਿ ਰਹੇ ਆ ਕਿ ਇਹ ਡਿਸੀਜਨ ਜਿਹੜਾ ਇਸ ਵੇਲੇ ਬਿਲਕੁਲ ਫੌਰੀ ਤੌਰ ਤੇ ਗਲਤ ਦਿੱਤਾ ਗਿਆ ਵਾ। ਇਹਦੇ ਵਿੱਚ ਕੋਈ, ਇਹਦੇ 'ਚ ਕੀ ਜਿਹੜਾ ਘਾਟਾ ਸੀ ਇੰਡੀਆ ਦੇ ਨਾਲ, ਜਾਂ ਤਾਂ ਕਹਿੰਦੇ ਉਹ ਚਾਹ ਘਾਟਾ ਪੈ ਰਿਹਾ, ਸਾਨੂੰ ਬਾਹਰਲੇ ਦੇਸ਼ ਦੇ ਮਦਦ ਨਹੀਂ ਦੇ ਰਹੇ, ਸਾਡੇ ਨਾਲ ਗੱਲ ਨਹੀਂ ਕਰਦੇ। ਔਰ ਜਦੋਂ ਕਿ ਇੰਡੀਆ ਉਹਨਾਂ ਨੂੰ ਸਮਝ ਆਉਂਦੀ ਹੈ, ਅੰਗਰੇਜ਼ੀ 'ਚ ਨਾਂ ਹੈਗਾ ਔਰ ਨਾਂ ਰੱਖਿਆ ਗਿਆ ਅਲਾਇੰਸ ਹੋਣ ਨਾਲ, ਕਾਂਗਰਸ ਦਾ ਜਾਂ ਜਿਹੜਾ ਅਲਾਇੰਸ ਰੱਖਿਆ ਗਿਆ, ਜਿਹੜੀ ਗੱਠਜੋੜ ਆ, ਉਦੋਂ ਬਾਅਦ ਇਹ ਸਾਰਾ ਕੁਝ ਰੱਦੋ ਬਦਲ ਹੋ ਗਈ ਆ। ਇਹ ਸਾਰੀ ਜਿਹੜੀ ਤਬਦੀਲੀ ਇਸੇ ਕਰਕੇ ਹੋਈ। ਔਰ ਦੂਸਰਾ, ਜੇ ਦੂਜਾ ਮਸਲਾ ਵੀ ਆਪਾਂ ਗੱਲ ਕਰੀਏ, ਵਨ ਨੇਸ਼ਨ ਵਨ ਇਲੈਕਸ਼ਨ। ਜੀ, ਹੁਣ ਸਾਡੇ ਦੇਸ਼ ਦੇ ਵਿੱਚ ਹਰ ਵੇਲੇ ਇਲੈਕਸ਼ਨਸ ਦਾ ਮਾਹੌਲ ਬਣਿਆ ਰਹਿੰਦਾ ਹੈ। ਕਦੀ ਕਿਸੇ ਸਟੇਟ 'ਚ ਹੋ ਰਹੀ ਹੈ, ਕਦੀ ਕਿਸੇ ਚੋਣ ਆ ਸਟੇਟ 'ਚ ਹੋ ਗਈ, ਰਹੀ ਹੈ, ਜ਼ਿਮਨੀ ਚੋਣ ਆ ਗਈ, ਕਿਸੇ ਦੀ ਡੈਥ ਹੋ ਗਈ ਤਾਂ ਚੋਣਾਂ ਆ ਗਈਆਂ। ਇਹ ਚੱਲਦਾ ਰਹਿੰਦਾ ਤਾਂ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਚੋਣਾਂ ਵੀ ਇੱਕ ਪ੍ਰੋਸੀਜਰ ਹੈ। 5 ਸਾਲ ਜੇ ਇਲੈਕਸ਼ਨਸ ਹੀ ਨਾ ਹੋਣਗੇ, ਲੋਕੀ ਭੁੱਲ ਜਾਣਗੇ ਵੋਟ ਕੀ ਹੁੰਦੀ ਹੈ, ਵੋਟ ਕਿਵੇਂ ਦਈਦੀ ਹੈ। ਔਰ ਨੇਤਾ ਸਾਹਿਬ ਪਤਾ ਹੀ ਨਹੀਂ ਕਿੱਥੇ ਨੇ, ਕਿਉਂਕਿ 5 ਸਾਲ ਬਾਅਦ ਟੱਕਰਨਾ ਹੈ। ਹੁਣ ਉਹਨਾਂ ਨੂੰ ਬਾਰ-ਬਾਰ ਟੱਕਰਨਾ ਪਏਗਾ, ਕਿਉਂਕਿ ਹਰ 3 ਮਹੀਨੇ ਬਾਅਦ ਕਿਤੇ ਨਾ ਕਿਤੇ ਇਲੈਕਸ਼ਨਸ ਹੁੰਦੀਆਂ ਰਹਿੰਦੀਆਂ ਨੇ। ਤਾਂ ਇਸ ਕਰਕੇ ਇਹ ਸਾਰਾ ਦਿਨ ਗਰਮਾ ਗਰਮੀ ਕਰੰਟ ਅਫੇਅਰਸ ਚੱਲਦੇ ਰਹਿੰਦੇ ਨੇ, ਲੋਕਾਂ ਨੂੰ ਵੋਟਾਂ ਦਾ ਪਤਾ ਲੱਗਦਾ ਰਹਿੰਦਾ। ਔਰ ਲੀਡਰਸ ਵੀ ਸਾਹਮਣੇ ਦਿਖਾਈ ਦਿੰਦੇ ਨੇ, ਲੀਡਰਸ ਦਿਖਦੇ ਨੇ, ਕਿਉਂਕਿ ਉਹਨਾਂ ਨੂੰ ਜਾਣਾ ਪੈਂਦਾ ਥਾਂ ਦੇ ਉੱਤੇ, ਨੈਸ਼ਨਲ ਲੀਡਰਸ ਨੂੰ। ਸੋ ਬਾਕੀ ਰਿਹਾ ਕਿ ਕਦੀ ਕੋਈ ਲੋਕ ਸਭਾ, ਕੋਈ ਰਾਜ ਸਭਾ, ਕਦੀ ਕਿਤੇ ਕੋਈ ਭੰਗ ਹੋ ਗਈ, ਕਦੀ ਕਿਸੇ ਦੀ ਮ੍ਰਿਤੂ ਹੋ ਗਈ, ਕਿਸੇ ਕਾਰਨ ਇਲੈਕਸ਼ਨਸ ਹੋ ਗਈਆਂ, ਕਿਸੇ ਕਾਰਨ ਇਲੈਕਸ਼ਨਸ ਪੋਸਟਪੋਨ ਹੋ ਗਈਆਂ। ਇਹ ਜੇ ਤੁਸੀਂ ਕਹੋਗੇ ਕਿ ਇੱਕੋ ਟਾਈਮ ਦੇ ਉੱਤੇ ਸਭ ਕੁਝ ਹੋਵੇ, ਮੰਨ ਲਓ ਇੱਕ ਟਾਈਮ ਦੇ ਉੱਤੇ ਹੋ ਗਿਆ, ਕੱਲ ਨੂੰ ਸੈਂਟਰ 'ਚ ਗੜਬੜ ਹੋਈ, ਉੱਥੋਂ ਗਵਰਨਮੈਂਟ ਚੇਂਜ ਹੋਣੀ ਹੋਈ, ਤਾਂ ਫਿਰ ਸਾਰੀਆਂ ਵਿਧਾਨ ਸਭਾ ਭੰਗ ਕਰੋਗੇ। ਜੇ ਕਿਤੇ ਵਿਧਾਨ ਸਭਾ ਖਰਾਬ ਹੋ ਗਈ, ਉੱਥੇ ਭੰਗ ਹੋਈ, ਤਾਂ ਫਿਰ ਲੋਕ ਸਭਾ ਭੰਗ ਕਰੋਗੇ। ਮਤਲਬ ਫਿਰ ਤਾਂ ਇਹ ਕੰਮ ਚੱਲਦਾ ਰਹੂਗਾ। ਗਵਰਨਰੀ ਰਾਜ ਤੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਹੁੰਦਾ, ਕੇਂਦਰ ਨੇ ਕਰਨਾ। ਉਹਦੇ ਵਿੱਚ ਜਦੋਂ ਉਹਨੂੰ ਭੰਗ ਕਰਕੇ ਨਵਾਂ ਕੋਈ ਕਰ ਦਿੱਤਾ, ਫਿਰ ਉਹਦੇ ਬਾਅਦ ਰਾਸ਼ਟਰਪਤੀ ਤੋਂ ਬਾਅਦ, ਜਦੋਂ ਭੰਗ ਹੋਣ ਤੋਂ ਬਾਅਦ, ਐਮਰਜੈਂਸੀ ਲੱਗਣ ਤੋਂ ਬਾਅਦ ਫਿਰ ਇਲੈਕਸ਼ਨ ਹੋਈ, ਤੇ ਫਿਰ ਇਲੈਕਸ਼ਨ ਨੂੰ ਕਿੱਦਾਂ ਰੋਕਣਗੇ? ਰਾਸ਼ਟਰਪਤੀ ਸਾਰੀ ਰਾਜ ਕਰਦਾ ਰਹੂਗਾ ਜਾਂ ਗਵਰਨਰ ਰਾਜ ਕਰਦਾ? ਲੋਕਤੰਤਰ ਤਾਂ ਹੈ, ਲੋਕਤੰਤਰ ਦੇ ਵਿੱਚ ਤੇ ਵੋਟਾਂ ਪਾਉਣੀਆਂ ਪੈਣਗੀਆਂ। ਕਿਸੇ ਵਕਤ ਮਿਸਿਸ ਇੰਦਰਾ ਗਾਂਧੀ ਵੇਲੇ ਵੀ ਇਹ ਗੱਲ ਹੋਈ ਸੀ ਕਿ ਪ੍ਰੈਜ਼ੀਡੈਂਟ ਵਾਕਣ ਰੂਲ ਹੋਣਾ ਚਾਹੀਦਾ, ਜਿਵੇਂ ਅਮਰੀਕਾ ਦੇ ਵਿੱਚ ਹੈ, ਤੇ ਸਾਰੀ ਪਾਵਰ ਮਿਸਿਸ ਇੰਦਰਾ ਗਾਂਧੀ ਕੋਲ ਚਲੀ ਜਾਏਗੀ। ਤਾਂ ਉਸ ਵਕਤ ਵੀ ਵਿਰੋਧ ਹੋਇਆ ਕਿ ਲੋਕਤੰਤਰ ਕਿੱਥੇ ਰਹਿ ਜਾਏਗਾ। ਫਿਰ ਸਾਡੀ ਡੈਮੋਕ੍ਰੇਸੀ ਅਲੱਗ ਹੈ, ਸਾਡੇ ਹਾਲਾਤ ਵੱਖਰੇ ਨੇ। ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਅਲੱਗ ਹੈ, ਉਹਦੇ ਹਾਲਾਤ ਵੱਖਰੇ ਨੇ। ਉੱਥੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ, ਇੱਥੇ ਪ੍ਰਾਈਮ ਮਿਨਿਸਟਰ ਹੈ। ਇੱਥੇ ਲੋਕਤੰਤਰ ਫੈਡਰਲਿਜ਼ਮ, ਇੱਥੇ ਅਲੱਗ ਚੀਜ਼ ਆ। ਮਤਲਬ ਸਾਡੇ ਹਾਲਾਤ ਨੂੰ ਇਹ ਸੂਟ ਕਰਦਾ, ਅਮਰੀਕਾ ਦੇ ਹਾਲਾਤ ਨੂੰ ਉਹ ਸੂਟ ਕਰਦਾ। ਅਸੀਂ ਆਪਣੇ ਤਰੀਕੇ ਨਾਲ ਚੱਲੀਏ, ਅਮਰੀਕਾ ਆਪਣੇ ਤਰੀਕੇ ਨਾਲ ਚੱਲਦਾ। ਇੱਕ ਦੂਜੇ ਦੀ ਕਾਪੀ ਨਹੀਂ ਕਰਨੀ ਚਾਹੀਦੀ। ਇਹ ਉਦੋਂ ਵੀ ਗੱਲ ਹੋਈ ਸੀ, ਔਰ ਪਹਿਲਾਂ ਵੀ ਇਹ ਗੱਲ ਹੁੰਦੀ ਸੀ, ਜੇ ਨਹੀਂ ਹੋਣਗੇ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਤਾਂ ਫਿਰ ਕੌਣ ਹੋ ਸਕਦਾ? ਫਿਰ ਕਹਿੰਦੇ ਜੇ ਨਹੀਂ ਹੋਣਗੇ ਮਿਸਿਸ ਇੰਦਰਾ ਗਾਂਧੀ ਤੇ ਫਿਰ ਕੌਣ ਹੋ ਸਕਦਾ? ਹੁਣ ਅੱਜ ਵੀ ਉਹੀ ਗੱਲ, ਜੇ ਮੋਦੀ ਸਾਹਿਬ ਨਹੀਂ ਹੋਣਗੇ ਪ੍ਰਾਈਮ ਮਿਨਿਸਟਰ ਤੇ ਹੋਰ ਕੌਣ ਹੋ ਸਕਦਾ? ਐਦਾਂ ਥੋੜਾ ਹੁੰਦਾ। ਕੁਦਰਤ ਹੈ, ਪੁਰਾਣੇ ਲੋਕ ਜਾਣਗੇ, ਨਵੇਂ ਲੋਕ ਆਉਣਗੇ। ਪੁਰਾਣਾ ਸੂਰਜ ਡੁੱਬੇਗਾ, ਨਵਾਂ ਸੂਰਜ ਚੜੂਗਾ। ਇਹ ਤਾਂ ਕੁਦਰਤ ਦਾ ਨਿਯਮ ਹੈ। ਮਤਲਬ ਇਹ ਹੈ ਵੀ 143 ਕਰੋੜ ਲੋਕ ਜਿਹੜੇ ਵਸਨੀਕ ਰਹਿੰਦੇ ਨੇ, ਉਹਨਾਂ ਵਿੱਚ ਕੋਈ ਕੈਪੇਬਲ ਨਹੀਂ ਗਾ, ਕਿਸੇ ਨੂੰ ਨਹੀਂ ਪਤਾ ਰਾਜਨੀਤੀ ਕੀ ਹੈ, ਲੋਕਤੰਤਰ ਕੀ ਹੈ ਔਰ ਕੀ ਹੈਗਾ। ਬੇਸਿਕਲੀ ਇਹਨਾਂ ਨੂੰ ਲੋਕਾਂ ਦਾ ਰਿਵਿਊ ਲੈਣਾ ਚਾਹੀਦਾ ਸੀ, ਸਲਾਹ ਲੈਣੀ ਚਾਹੀਦੀ ਸੀ। ਲੋਕ ਬਹੁਤ ਇੰਟੈਲੈਕਚੁਅਲ ਲੋਕ ਬੈਠੇ ਨੇ, ਜਾਂ ਕਾਨੂੰਨੀ ਮਾਹਰਾਂ ਦੀ, ਜਿਹੜੇ ਕਾਨੂੰਨ ਜਾਣਦੇ ਨੇ, ਜਿਨ੍ਹਾਂ ਨੂੰ ਕਨਸਟੀਟਿਊਸ਼ਨ ਜਿਨ੍ਹਾਂ ਨੇ ਪੜ੍ਹਿਆ ਹੈਗਾ। ਜੇ ਇਹਨਾਂ ਨੇ ਪ੍ਰੈਂਬਲ ਹੀ ਨਹੀਂ ਪੜ੍ਹੀ, ਪ੍ਰੈਂਬਲ ਤੋਂ ਬਾਅਦ ਧਾਰਾ ਹੀ ਨਹੀਂ ਪੜ੍ਹੀਆਂ, ਸਾਰਾ ਕੁਝ ਕਨਸਟੀਟਿਊਸ਼ਨ ਹੀ ਪੜ੍ਹਿਆ, ਤੇ ਫਿਰ ਇਮੀਡੀਏਟਲੀ ਇੰਡੀਆ ਦਾ ਜਿਹੜਾ ਨਾਮ ਬਦਲ ਕੇ ਭਾਰਤ ਨਾਂ ਰੱਖਣਾ ਜਿਹੜੀ ਹੈਗੀ ਗੱਲ ਬਿਲਕੁਲ ਜਿਹੜੀ ਆਧਾਰਿਤ ਨਹੀਂ ਕਿਸੇ ਸੱਚ 'ਤੇ ਜਾਂ ਕਿਸੇ ਵੀ ਜਿਹੜਾ ਕੋਈ ਇਹਨਾਂ ਦਾ ਪ੍ਰੋਸੈਸ ਹੈਗਾ ਉਹਦੇ 'ਤੇ। ਇਸੇ ਕਰਕੇ ਜਿਹੜੇ ਲੋਕ ਕਈ ਜਿਹੜੀਆਂ ਇਸ ਚੀਜ਼ਾਂ 'ਤੇ ਕਹਿ ਵੀ ਅਤਾਵਲਾਪਨ ਕਰ ਦਿੱਤਾ, ਇਹਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਕੋਈ ਬੈਕਗਰਾਉਂਡ ਨਹੀਂ ਹੈਗੀ, ਕੋਈ ਪਿਛੋਕੜ ਨਹੀਂ ਹੈਗਾ, ਕਿਸੇ ਤਰੀਕੇ ਨਾਲ ਵੀ ਹੈਗਾ ਨਹੀਂ। ਕੱਲ੍ਹ ਨੂੰ ਇਹ ਕਰ ਦੇਣਗੇ ਕਿ ਇੱਥੇ ਡਿਕਟੇਟਰਸ਼ਿਪ ਲਾ ਦਿਓ ਇਹਦੇ 'ਤੇ, ਜਿੱਦਾਂ ਪਾਕਿਸਤਾਨ 'ਚ ਹੁੰਦਾ ਰਿਹਾ।
ਪਾਕਿਸਤਾਨ 'ਚ ਜਿੰਨੇ ਵੀ ਆਰਮੀ ਦੇ ਅਫੀਸਰ ਸੀਗੇ, ਜਿਹੜੇ ਹੈੱਡ ਸੀਗੇ, ਉਹ ਜਿਹੜੇ ਕਮਾਂਡਰ ਸੀਗੇ, ਜਦੋਂ ਮੁਸ਼ਰਫ ਜੀ ਸੀ ਉਹਨਾਂ ਨੇ ਰਾਸ਼ਟਰਪਤੀ ਰਾਜ ਲਾਗੂ ਕਰਕੇ ਆਪ ਆ ਗਏ ਉੱਥੇ। ਉਸ ਤੋਂ ਬਾਅਦ ਭੁੱਟੋ ਜੀ ਵੇਲੇ, ਜਹੀਆ ਖਾਨ ਵੇਲੇ, ਔਰ ਜਿੰਨੇ ਵੀ ਇੱਥੇ ਕਮਾਂਡਰ ਆਏ ਆ, ਇਮਰਾਨ ਖਾਨ ਦਾ ਵੀ ਟਾਈਮ ਇਹ ਸੀ, ਅਜੇ ਵੀ ਜਨਰਲ ਉੱਥੇ ਇਸ ਬੈਕਗਰਾਊਂਡ 'ਤੇ ਹੈਗੇ ਆ। ਔਰ ਸਾਡੇ ਗੁਆਂਢੀ ਦੇਸ਼ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੀ ਇਹ ਨਕਲ ਨਾ ਕਰਨਾ, ਔਰ ਉਹਦੇ ਨਾਲ ਜਿਹੜਾ ਲੋਕਾਂ ਨੂੰ ਸ਼ਾਂਤੀ ਨਾਲ ਜੀਉਣ ਦੇਣ, ਤੇ ਤਾਂ ਕਿ ਲੋਕਤੰਤਰ ਦੀਆਂ ਜਿਹੜੀਆਂ ਜੜ੍ਹਾਂ ਨੇ ਮਜ਼ਬੂਤ ਰਹਿਣ। ਲੋਕਾਂ ਨੂੰ ਪੂਰੇ ਵਿਸ਼ਵ ਵਿੱਚ ਪਤਾ ਕਿ ਇੰਡੀਆ ਵਿੱਚ ਲੋਕਤੰਤਰ ਕਿ ਮੈਂ ਉਹੀ ਕਹਿ ਰਿਹਾ, ਕੁਦਰਤ ਹੈ, ਪੁਰਾਣੇ ਲੋਕਾਂ ਨੇ ਜਾਣਾ ਹੈ, ਨਵੇਂ ਲੋਕਾਂ ਨੇ ਆਉਣਾ ਹੈ, ਬਿਲਕੁਲ ਇਹ ਤਾਂ ਜ਼ਰੂਰੀ ਹੈ। ਡਾਕਟਰ ਮਨਮੋਹਨ ਸਿੰਘ ਕਿੰਨੇ ਕਾਬਿਲ ਨੇ, ਬਿਲਕੁਲ। ਹੁਣ ਨਵੇਂ ਲੋਕ ਵੀ ਇਹ ਤਾਂ ਆਏ ਨੇ ਨਾ, ਉਹਨੇ ਹੋਲੇ ਕਿ ਥੋੜੇ ਦਿਨ ਪਹਿਲਾਂ ਉਹ ਵੀਲ ਚੇਅਰ ਦੇ ਉੱਤੇ ਆਏ ਨੇ, ਲੋਕ ਸਭਾ ਦੇ ਵਿੱਚ ਆਏ ਨੇ, ਔਰ ਸਭ ਨੇ ਉਹਨਾਂ ਦਾ ਸਤਿਕਾਰ ਕੀਤਾ। ਵੈਸੇ ਉਹਨਾਂ ਨੂੰ ਤੁਸੀਂ ਗੱਲ ਕੀਤੀ, ਉਹਨਾਂ ਨੂੰ ਚੇਤਾ 2 ਟਰਮਸ ਉਹ ਵੀ ਰਹੇ ਆ, ਉਹਨਾਂ ਨੂੰ ਇਹ ਚੀਜ਼ ਦਾ ਚੇਤਾ, ਉਹਨਾਂ ਨੂੰ ਇਹ ਚੇਤਾ ਸੀਗਾ ਕਿ ਜਿਹੜੀ ਗਰੋਥ ਰੇਟ ਆ, ਜਿਹੜੀ ਮਹਿੰਗਾਈ ਹੈਗੀ ਆ, ਪੈਟਰੋਲ ਮਹਿੰਗਾ ਹੋ ਰਿਹਾ, ਡੀਜ਼ਲ ਮਹਿੰਗਾ ਹੋ ਰਿਹਾ, ਰਸੋਈ ਗੈਸ ਮਹਿੰਗੀ ਹੋ ਰਹੀ ਆ, ਲੋਕਾਂ ਦੇ ਜਿਹੜੇ ਹੈਗੀਆਂ ਸਾਰੀਆਂ ਰੋਜ਼ਮਰਰਾ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਉਹਨਾਂ ਵੱਲ ਧਿਆਨ ਸੀ ਉਹਦਾ। ਉਹਨਾਂ ਦਾ ਇਹਨਾਂ ਵਾਲੇ ਚੀਜ਼ਾਂ ਵੱਲ ਕਦੀ ਇਸ ਤਰ੍ਹਾਂ ਦਾ ਕੋਈ ਆਰਡੀਨੈਂਸ, ਕੋਈ ਇਸ ਤਰ੍ਹਾਂ ਦਾ ਹੁਕਮ ਜਾਰੀ ਨਹੀਂ ਸੀ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਕੀਤਾ ਸੀ ਕਿ ਗਰੋਥ ਰੁਕੀ ਪਈ ਆ, ਔਰ ਗਰੋਥ ਨੂੰ ਅਪ ਕੀਤਾ ਹੈ। ਹੁਣ ਇਸ ਵੇਲੇ ਸਾਡੀ ਜਿਹੜੀ ਹੈਗੀ ਡਿਵੈਲਪਮੈਂਟਲ ਵਿਕਾਸ ਦੀ ਜਿਹੜੀ ਦਰ ਹੈਗੀ ਬਹੁਤ ਥੱਲੇ ਹੈਗੀ। ਉਹ ਜਿਹੜੇ ਇਕਨੋਮਿਕਸ ਨੂੰ ਜਾਣਨ ਵਾਲੇ ਸੀਗੇ, ਜਿਹੜੇ ਅਰਥ ਸ਼ਾਸਤਰੀ ਵੱਡੇ ਸੀਗੇ, ਉਹਨਾਂ ਦੇ ਨਾਲ ਮਨਟੇਕ ਸਿੰਘ ਆਹਲੂਵਾਲੀਆ ਹੋਰ ਬੜਾ ਵੱਡਾ ਜਮਾਤ ਸੀਗੀ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਅਰਥ ਵਿਵਸਥਾ ਨੂੰ ਸਟੇਬਲ ਰੱਖਣ ਲਈ ਦੁਨੀਆ ਦੇ ਵਿੱਚ ਅਸੀਂ ਕੀ ਕਰਨਾ ਹੈਗਾ। ਅਸੀਂ ਹੁਣ ਦੀ ਜਿਹੜੀ ਸਰਕਾਰਾਂ, ਇਹਦੇ ਵਿੱਚ ਰਾਜਨੀਤੀ ਹੈ, ਇਹਦੇ ਵਿੱਚ ਖਿੱਚਾ ਧੂਈ ਹੈ, ਇਹਦੇ ਵਿੱਚ ਆਰਡਰ ਹੈਗਾ, ਕਿਤੇ ਆਰਡੀਨੈਂਸ ਹੈ, ਕਿਤੇ ਵਨ ਨੇਸ਼ਨ ਵਨ ਇਲੈਕਸ਼ਨ ਆ, ਕਿਤੇ ਹੁਣ ਇੰਡੀਆ ਦਾ ਨਾਮ ਬਦਲਿਆ ਗਿਆ। ਨਵੀਆਂ ਤੇ ਰੋਜ਼ ਦਿਹਾੜੀ ਨਵੀਆਂ ਜਿਹੜੇ ਮੁੱਦੇ ਨੇ, ਨਵੀਆਂ ਜਿਹੜੀਆਂ ਕਿਆਸ ਰਹੀਆਂ ਨੇ, ਔਰ ਨਵੀਆਂ ਵਿਉਂਤਾਂ ਦੇ ਜਿਹੜੇ ਇੱਥੇ ਝਮੇਲੇ ਨੇ, ਇਹ ਹੈ ਸਾਰਾ। ਔਰ ਇਹ ਸਭ ਰਾਜਨੀਤੀਕਰਨ ਹੋ ਰਿਹਾ। ਔਰ ਇੱਕ ਗੱਲ ਹਮੇਸ਼ਾ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜਿਸ ਕੰਮ ਦੇ ਵਿੱਚ ਦੇਸ਼ ਦਾ ਹਿੱਤ ਨਹੀਂ ਹੈ, ਉਹ ਕੰਮ ਨਹੀਂ ਹੋਣਾ ਚਾਹੀਦਾ। ਕੋਈ ਵੀ ਪਾਰਟੀ ਹੋਵੇ ਪਾਵਰ ਦੇ ਵਿੱਚ, ਕੋਈ ਵੀ ਰਾਜਨੇਤਾ ਹੋਵੇ ਪਾਵਰ ਦੇ ਵਿੱਚ, ਜਿਹਦੇ ਵਿੱਚ ਦੇਸ਼ ਦਾ ਤੇ ਦੇਸ਼ ਦੇ ਲੋਕਾਂ ਦਾ ਹਿੱਤ ਨਹੀਂ, ਉਹ ਕੰਮ ਨਾ ਕਰੋ, ਕਿਉਂਕਿ ਆਉਣ ਵਾਲੀਆਂ ਜਨਰੇਸ਼ਨਸ ਇਹੀ ਗੱਲ ਸਹੀ, ਖਾਮਿਆਜ਼ਾ ਭੁਗਤਣਾ ਪਬਲਿਕ ਨੂੰ ਕੌਨਫੀਡੈਂਸ 'ਚ ਲੈਣਾ ਚਾਹੀਦਾ, ਪਬਲਿਕ ਦੀ ਗੱਲ ਮੰਨਣੀ ਚਾਹੀਦੀ ਹੈ। ਰਾਜ ਪਬਲਿਕ ਦਾ ਹੈਗਾ, ਲੋਕਤੰਤਰ ਦਾ ਰਾਜ ਹੈਗਾ, ਦੁਨੀਆ ਸਾਰੀ ਬੇਸ਼ੁਮਾਰ ਜਿਹੜੀ ਦੁਨੀਆ ਭਾਰਤ ਦੀ, ਉਹਨਾਂ ਦਾ ਰਾਜ ਹੈਗਾ। ਇਹ ਸਾਰੇ ਲੋਕ ਐਵੇਂ ਤਾਂ ਨਹੀਂ ਬੈਠੇ, ਲੋਕ ਫੁੱਟਪਾਥਾਂ 'ਤੇ ਇੱਧਰ ਬੈਠੇ ਆ। ਜਦੋਂ ਇਹਨਾਂ ਨੂੰ ਇਹਨਾਂ ਦੇ ਹੱਥ ਦੀ ਪਾਵਰ ਹੁੰਦੀ ਹੈ, ਜਦੋਂ ਵੋਟ ਕਾਸਟ ਕਰਨੀ, ਉਦੋਂ ਪਤਾ ਲੱਗਦਾ ਕਿ ਇਹਨਾਂ ਕੋਲ ਕੀ ਪਾਵਰ ਹੈਗੀ ਆ। ਐਗਜ਼ੈਕਟਲੀ। ਹੁਣ ਅੱਗੇ ਚੱਲ ਗਏ ਆਪਾਂ G20 ਸੰਮੇਲਨ, ਔਰ ਬਾਈਡਨ ਸਾਹਿਬ ਆ ਚੁੱਕੇ ਨੇ ਭਾਰਤ ਵਿੱਚ, ਔਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾਂ ਪ੍ਰਾਈਮ ਮਿਨਿਸਟਰ ਆਫ ਭਾਰਤ ਹੈ ਤਾਂ ਪਤਾ ਨਹੀਂ ਕੀ ਕਹਿਣਾ ਹੈ ਉਹਨਾਂ ਨੂੰ। ਆਪਾਂ ਕਹਿੰਦੇ ਆ ਕਿ ਮੋਦੀ ਸਾਹਿਬ ਦੀ ਮੁਲਾਕਾਤ ਹੋਈ ਹੈ ਸਾਡੇ ਪ੍ਰਧਾਨ ਮੰਤਰੀ ਜੀ ਦੀ ਉਹਨਾਂ ਦੇ ਨਾਲ। ਸੋ ਹੁਣ ਇਹ ਸਾਰੇ ਮਸਲੇ ਹੱਲ ਹੋਣੇ ਨੇ, ਡਿਸਕਸ ਹੋਣੇ ਨੇ। 9 ਤੇ 10 ਤਰੀਕ ਨੂੰ ਮੀਟਿੰਗਸ ਚੱਲਣੀਆਂ ਨੇ। ਹੁਣ ਦੇਖੋ ਇਹਦੇ ਨਤੀਜੇ ਕੀ ਆਉਂਦੇ ਨੇ। ਹਾਂ, ਇਹ ਹੈ ਕਿ ਪ੍ਰੈਸ਼ਰ ਬਹੁਤ ਹੈ, ਅਮਰੀਕਾ ਦੇ ਵਿੱਚ ਵੀ ਪ੍ਰੈਸ਼ਰ ਬਹੁਤ ਹੈ, ਪਬਲਿਕ ਵੱਲੋਂ ਵੀ ਪ੍ਰੈਸ਼ਰ ਬਹੁਤ ਹੈ ਕਿ ਕੀ ਰੋਲ ਹੋਣ ਜਾ ਰਿਹਾ ਹੈ ਅਮਰੀਕਾ ਦਾ। ਬਾਕੀ ਦੇਸ਼ਾਂ ਵੱਲੋਂ ਵੀ ਪ੍ਰੈਸ਼ਰ ਹੈ, ਕਈ ਨੈਗੇਟਿਵਿਟੀ ਵੀ ਦੇ ਰਹੇ ਨੇ ਇਹਦੇ ਵਿੱਚ ਕਿ ਕੋਈ ਇਹਦਾ ਹੱਲ ਨਹੀਂ ਨਿਕਲਣਾ, ਇੱਕ ਤਮਾਸ਼ਾ ਹੋ ਜਾਏਗਾ, ਲੋਕਾਂ ਦਾ ਪੈਸਾ ਵੇਸਟ ਹੋ ਜਾਏਗਾ, ਕਿਉਂਕਿ ਟੈਕਸ ਮਨੀ ਦੇ ਨਾਲ ਇਹ ਸਾਰਾ ਤਾਮਝਾਮ ਹੋ ਰਿਹਾ, ਇਹਦਾ ਕੋਈ ਨਤੀਜਾ ਨਹੀਂ ਨਿਕਲੇਗਾ, ਸਹਿਮਤੀ ਨਹੀਂ ਨਿਕਲੇਗੀ। ਤਾਂ ਇਹ ਸਾਰਾ ਡਾਇਸਪੋਰਾ ਕਹੇਗਾ ਵੀ ਆਰ ਸੌਰੀ, ਕੋਈ ਕਾਮਨ ਪੁਆਇੰਟ ਤੇ ਨਹੀਂ ਪਹੁੰਚ ਸਕੇ। ਇਹ ਵੀ ਨਤੀਜਾ ਨਿਕਲਣ ਦੇ ਜ਼ਿਆਦਾਤਰ ਚਾਂਸਸ ਨੇ, ਕਿਉਂਕਿ ਮੇਨ ਲੀਡਰ ਜਿਨ੍ਹਾਂ ਨੇ ਦੁਨੀਆ ਦੇ ਮਸਲਿਆਂ ਨੂੰ ਦਿਸ਼ਾ ਦੇਣੀ ਹੈ, ਰਸ਼ੀਆ ਔਰ ਚਾਈਨਾ, ਉਹ ਇਸ ਤੋਂ ਦੂਰੀ ਬਣਾ ਕੇ ਰੱਖੇ ਹੋਏ ਨੇ। ਔਰ ਇਹਦਾ ਕਾਰਨ ਇਹ ਵੀ ਮੰਨਦਾ ਹੈ ਅਮਰੀਕਾ ਕਿ ਕਿਤੇ ਨਾ ਕਿਤੇ ਉਹ ਭਾਰਤ ਨੂੰ ਲੀਡ ਨਹੀਂ ਦੇਣਾ ਚਾਹੁੰਦੇ ਇਸ ਖਿੱਤੇ ਦੇ ਵਿੱਚ। ਇਹ ਜਿਹੜਾ ਹੁਣੇ ਆ ਰਹੇ ਆ 9 ਤੇ 10 ਤਰੀਕ ਦੇ ਵਿੱਚ ਦਿੱਲੀ 'ਚ, ਔਰ G20 ਜਿਹੜਾ ਸਿਖਰ ਸੰਮੇਲਨ ਹੋ ਰਿਹਾ, ਉਹਦੇ ਵਿੱਚ ਬਾਈਡਨ ਸਾਹਿਬ ਇੰਡੀਆ ਪਹੁੰਚ ਚੁੱਕੇ ਆ ਔਰ ਆ ਗਿਆ। ਉੱਥੋਂ ਬਾਅਦ ਉਹਨਾਂ ਦਾ ਅਮਲ ਫੈਲਾ ਸਾਰਾ ਸਿਕਿਉਰਿਟੀ ਇੱਥੇ ਇੰਡੀਆ ਪਹੁੰਚ ਚੁੱਕੀ ਆ। ਉਹਨਾਂ ਲਈ ਬਹੁਤ ਬੇਸ਼ੁਮਾਰ ਹੋਟਲ ਬੁੱਕ ਹੋ ਗਿਆ, ਔਰ ਅੰਤਾਂ ਦਾ ਖਰਚਾ ਵੀ ਹੋ ਰਿਹਾ ਇੰਡੀਆ ਦਾ। ਬਾਈਡਨ ਸਾਹਿਬ ਪਹਿਲੀ ਵਾਰੀ ਇੰਡੀਆ ਆ ਰਹੇ ਆ, ਔਰ ਸਭ ਤੋਂ ਪਹਿਲਾਂ ਉਹਨਾਂ ਨੇ ਮੁਲਾਕਾਤ ਕੀਤੀ ਆ ਮੋਦੀ ਸਾਹਿਬ ਨਾਲ, ਜਿਹਦੇ ਵਿੱਚ ਭਾਰਤ ਔਰ ਜਿਹੜੇ ਅਮਰੀਕਾ ਦੇ ਦੁਵੱਲੇ ਸੰਬੰਧ ਨੇ ਉਹਨਾਂ ਲਈ, ਜਿਹਦੇ ਵਿੱਚ ਕੁਝ ਕੰਪਨੀਆਂ ਐਸਟੈਬਲਿਸ਼ ਕਰਨਾ ਚਾਹ ਰਹੇ ਨੇ ਇੰਡੀਆ ਵਿੱਚ। ਔਰ ਇੰਡੀਆ ਵੱਲੋਂ ਜਿਹੜੀਆਂ ਚੀਜ਼ਾਂ ਉੱਥੇ ਦੇ ਰਹੇ ਸੀਗੇ ਅਮਰੀਕਾ 'ਚ, ਉਹਨਾਂ 'ਤੇ ਜਿਹੜੇ ਐਕਸਟਰਾ ਟੈਕਸ ਲੱਗ ਰਹੇ ਸੀ, ਐਕਸਾਈਜ਼ ਡਿਊਟੀ ਲੱਗ ਰਹੀ ਸੀ, ਉਹਨਾਂ ਤੋਂ ਵਿਡਰਾ ਕਰ ਲਿਆ ਕਿ ਉਹ ਨਹੀਂ ਲੱਗਣਗੀਆਂ, ਜਿਸ 'ਚ ਤਮਾਮ ਚੀਜ਼ਾਂ ਜਾ ਰਹੀਆਂ ਸੀ। ਔਰ ਅਮਰੀਕਾ ਨੇ ਵੀ ਇਹੀ ਕਹਿਤਾ ਕਿ ਜਿਹੜੀਆਂ ਚੀਜ਼ਾਂ ਇੰਡੀਆ ਜਾ ਰਹੀਆਂ ਸੀ ਉਹਨਾਂ 'ਤੇ ਵੀ ਨਹੀਂ ਲੱਗੂਗਾ ਕੋਈ ਇਸ ਤਰ੍ਹਾਂ ਦਾ ਟੈਕਸ। ਔਰ ਉਹਦੇ ਨਾਲ ਲੱਗਦਾ ਜਿਹੜਾ ਕੁਝ ਇਹਨਾਂ ਨੇ ਕਹਿਤਾ ਕਿ ਜਲਵਾਯੂ ਜਾਂ ਜਿਹੜਾ ਪੌਣ ਪਾਣੀ ਜਾਂ ਜਿਹੜਾ ਵਾਤਾਵਰਣ ਦੀ ਸੰਭਾਲ ਦੇ ਲਈ ਇੰਡੀਆ ਔਰ ਅਮਰੀਕਾ ਦਾ ਆਪਸੀ ਮੇਲ ਜੋਲ ਰਹੂਗਾ। ਔਰ ਜਿਹਦੇ ਵਿੱਚ ਵੈਪਨ ਦੇ ਰਹੇ ਸੀਗੇ, ਉਹਦੇ ਵਿੱਚ ਇਹਨਾਂ ਦੇ ਆਪਣੇ ਵੀ ਵਿਦੇਸ਼ ਮੰਤਰੀ ਸਾਹਿਬ ਉੱਥੇ ਬੈਠੇ ਸੀਗੇ, ਜੈ ਸ਼ੰਕਰ ਜੀ, ਔਰ ਉਹਨਾਂ ਦੇ ਵਿਦੇਸ਼ ਮੰਤਰੀ ਵੀ ਆਏ ਨਾਲ ਉਹਨਾਂ ਦੇ। ਔਰ ਉਹ ਵੀ ਇਸੇ ਗੱਲ 'ਤੇ ਕੀਤਾ ਕਿ ਜਿਹੜੇ ਵੈਪਨ ਦੇ ਰਹੇ, ਵੈਪਨ ਜਿਹੜੇ ਬਾਹਰਲੇ ਕੰਟਰੀ ਨੂੰ ਦੇ ਰਹੇ ਆ, ਉਹਦੇ 'ਚ ਜਿਹੜੀ ਸੁਪਰ
ਜਿਹੜੇ ਵੈਪਨ ਹੋਣਗੇ ਉਹ ਇੰਡੀਆ ਨੂੰ ਮੁਹੱਈਆ ਕੀਤੇ ਜਾਣਗੇ, ਕਿਉਂਕਿ ਇੰਡੀਆ ਨੂੰ ਕਿਤੇ ਕਿਤੇ ਖਦਸ਼ਾ ਹੈਗਾ ਸਰਹੱਦਾਂ ਤੇ, ਔਰ ਉਸ ਸਰਹੱਦਾਂ ਦੀ ਸਿਕਿਉਰਿਟੀ ਲਈ ਉਹਨਾਂ ਨੂੰ ਦਿੱਤੇ ਜਾਣਗੇ, ਡਰੋਨ ਵੀ ਦਿੱਤੇ ਜਾਣਗੇ, ਬੰਬਾਰਮੈਂਟ ਲਈ ਹਵਾਈ ਜਹਾਜ਼, ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਇਹ ਵੀ ਮਸਲਾ ਉਹਨਾਂ ਨਾਲ ਤੈਅ ਕੀਤਾ ਹੈਗਾ। ਸਭ ਤੋਂ ਪਹਿਲਾਂ ਇਸੇ ਕਰਕੇ ਗੱਲ ਹੋਈ ਹੈ ਕਿਉਂਕਿ ਅਮਰੀਕਾ 'ਚ ਮੋਦੀ ਸਾਹਿਬ ਜਾਂਦੇ ਰਹੇ, ਗੱਲਬਾਤ ਹੁੰਦੀ ਰਹੀ ਉਹਨਾਂ ਦੀ, ਪਰ ਆਪਣੇ ਦੇਸ਼ ਵਿੱਚ ਕਹਿੰਦੇ ਨੇ ਕਿ ਆਪਣੀ ਗਲੀ ਵਿੱਚ ਜਦੋਂ ਕੋਈ ਮਿੱਤਰ ਮਿਲਦਾ ਹੈਗਾ ਉਹਦਾ ਸੁਭਾਅ ਉਦੋਂ ਹੋਰ ਤਰ੍ਹਾਂ ਦਾ ਹੁੰਦਾ, ਕਿਉਂਕਿ ਜਦੋਂ ਜਿਹਦੀ ਗਲੀ ਹੈਗਾ ਉਹਨੂੰ ਪਤਾ ਹੁੰਦਾ ਕਿ ਮੇਰੀ ਗਲੀ ਵਿੱਚ ਮੇਰੇ ਘਰ ਦੀਆਂ ਬਰੂਹਾਂ ਦੇ ਅੱਗੇ ਆਇਆ, ਔਰ ਇਹ ਵਿੱਚ ਮੋਦੀ ਸਾਹਿਬ ਦਾ ਜਿਹੜਾ ਇਸ ਵੇਲੇ ਚਿਹਰਾ ਹੋਰ ਮਗਮਗਾ ਰਿਹਾ ਔਰ ਦਗ ਕਰ ਰਿਹਾ, ਕਿਉਂਕਿ ਇਸ ਕਰਕੇ ਕਿ ਉਹਨਾਂ ਨੂੰ ਪਤਾ ਸੀ ਕਿ ਮੋਦੀ ਸਾਹਿਬ ਨਾਲ ਜਿਹੜਾ ਮੋਦੀ ਸਾਹਿਬ ਦੇ ਨਾਲ ਮਿਲ ਕੇ ਜਿਹੜਾ ਬਾਈਡਨ ਨੇ ਤੇ ਦੇਸ਼ ਦੀਆਂ ਦੋਵਾਂ ਦੇਸ਼ਾਂ ਦੀਆਂ ਜਿਹੜੀਆਂ ਤਰੁੱਟੀਆਂ ਨੇ, ਜੋ 'ਚ ਖਾਮੀਆਂ ਨੇ, ਉਹਨਾਂ ਨੂੰ ਦੂਰ ਕਰਨ ਲਈ ਗੱਲਬਾਤ ਹੋਈ ਆ। ਔਰ ਦੂਜੀ ਗੱਲ ਰਹੀ ਹੈ ਕਿ ਜਿੱਦਾਂ ਤੁਸੀਂ ਕਿਹਾ G20 ਸਿਖਰ ਸੰਮੇਲਨ ਦੀ ਮੀਟਿੰਗ ਜਿਹੜੀ ਹੈ ਪ੍ਰਗਤੀ ਮੈਦਾਨ ਦੇ ਵਿੱਚ ਮੰਡਪ ਜਿਹੜੇ ਬਣਾਏ ਆ ਬਹੁਤ ਸੋਹਣੇ ਔਰ ਬਹੁਤ ਪੈਸਾ ਖਰਚ ਕੀਤਾ ਗਿਆ ਦਿੱਲੀ ਦੇ ਵਿੱਚ, ਔਰ ਉੱਥੇ ਰੂਟ ਜਿਹੜੇ ਡਿਵਰਟ ਕਰ ਦਿੱਤੇ ਗਏ ਆ, ਕੋਈ ਆ 9-10 ਤਰੀਕ ਨੂੰ ਕੋਈ ਇੱਧਰ ਉੱਧਰ ਨਹੀਂ ਜਾਊਗਾ, ਔਰ ਸਾਰੇ ਜਿਹੜੇ ਰਸਤੇ ਬੰਦ ਕਰ ਦਿੱਤੇ ਆ ਕਿਉਂਕਿ ਉਹ ਸਿਕਿਉਰਿਟੀ ਬੜੀ ਟਾਈਟ ਕਰ ਦਿੱਤੀ ਗਈ ਹੈ। ਇਸ ਕਰਕੇ ਕਰ ਦਿੱਤੀ ਹੈ ਕਿ ਬਾਹਰਲੇ ਦੇਸ਼ਾਂ 'ਚ ਜਾਪਾਨ, ਫਰਾਂਸ, ਬਾਹਰਲੇ ਸਾਰੇ ਕੰਟਰੀਆਂ 'ਚੋਂ ਉਹਦੇ ਨੁਮਾਇੰਦੇ, ਉਹਨਾਂ ਦੇ ਹੈੱਡ ਆਏ ਆ, ਔਰ ਦਿੱਲੀ ਇਸ ਵੇਲੇ ਪੂਰੀ ਜਗ ਰਹੀ ਹੈ ਇਸ ਤਰ੍ਹਾਂ ਦੀ ਦਿੱਲੀ ਬਣਾ ਦਿੱਤੀ। 144 ਧਾਰਾ ਵੀ ਲਗਾ ਦਿੱਤੀ ਗਈ ਹੈ। ਹਾਂ 144 ਧਾਰਾ ਵੀ ਲਾਤੀ ਕਿ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਿ ਇੱਥੇ 'ਚ ਕੋਈ ਹੋਰ ਰੌਲਾ ਨਾ ਪਵੇ। ਇਸ ਗੱਲ 'ਤੇ ਨਮੋਸ਼ੀ ਹੋਊਗੀ ਕਿ ਦਿੱਲੀ ਵਿੱਚ ਇਹਨਾਂ ਦੇਸ਼ ਵਿੱਚ ਆਹ ਕੁਛ ਹੁੰਦਾ ਗਾ। ਔਰ ਜਦੋਂ ਬਰਾਕ ਓਬਾਮਾ ਜੀ ਵੀ ਆਏ ਸੀਗੇ ਉਦੋਂ ਵੀ ਇਹਨਾਂ ਨੇ ਕੀਤਾ ਸੀ, ਉਦੋਂ ਇਹਨਾਂ ਨੇ ਕਈ ਕਲੋਨੀਆਂ ਲਗਾਤੀਆਂ ਸੀ, ਬੜਾ ਕੁਛ ਲਗਾਇਆ ਸੀ ਇਹਨਾਂ ਨੇ ਕਿ ਜਿਹੜਾ ਇਹਨਾਂ ਨੂੰ ਨਜ਼ਰ ਨਾ ਆਵੇ। ਡੋਨਲਡ ਟਰੰਪ ਵੇਲੇ ਵੀ ਹੋਇਆ, ਟਰੰਪ ਸਾਹਿਬ ਵੀ ਆਏ ਉਦੋਂ ਵੀ ਲਗਾਇਆ ਸੀ ਕਿ ਸਾਰਾ ਕੁਝ ਨਜ਼ਰ ਨਾ ਆਏ, ਪਰ ਇਸ ਵੇਲੇ ਤਾਂ ਦਿੱਲੀ ਐਸੀ ਹੈਗੀ ਹੈ ਕਿ ਪੂਰਾ ਜਿਹੜਾ ਹੈਗਾ ਕੈਲੀਫੋਰਨੀਆ ਤੋਂ ਸੋਹਣੀ ਬਣਾ ਦਿੱਤੀ। ਵੀ ਕਹਿੰਦੇ ਨੇ ਕਿ ਜਿਹੜੇ ਉੱਥੇ ਭਿਖਾਰੀ ਨੇ ਜਾਂ ਉਹ ਖਿੱਚ ਕੇ ਬਾਹਰ ਕਰ ਗਿਆ ਹੈ, ਖਿੱਚ ਕੇ ਬਾਹਰ ਕਰਤੀਆਂ ਟੱਪਰੀਆਂ ਜਿਹੜੀਆਂ ਸੀ ਲੱਗੀਆਂ ਉਹ ਚੁਕਾਤੀਆਂ ਕਲੋਨੀਆਂ ਜਿਹੜੀਆਂ ਸੀਗੀਆਂ। ਇਸ ਵੇਲੇ ਦਿੱਲੀ ਇਸ ਤਰ੍ਹਾਂ ਦੀ ਬਣਾ ਦਿੱਤੀ ਆ ਕਿ ਜਿਸ ਤਰ੍ਹਾਂ ਦਾ ਤੁਹਾਨੂੰ ਅਮਰੀਕਾ ਦਾ ਕੋਈ ਵੀ ਕੈਲੀਫੋਰਨੀਆ ਜਾਂ ਸਾਨ ਫਰਾਂਸਿਸਕੋ ਜਾਂ ਕਿਸੇ ਸਿਟੀ ਨਾਲ ਲਾ ਲਓ। ਹੁਣੇ ਕਿਉਂ ਬਣਾਇਆ, ਉਂਝ ਕਿਉਂ ਨਹੀਂ ਬਣਾਉਂਦੇ? ਉਹੀ ਹੋਇਆ ਨਾ ਕਿ ਜਦੋਂ ਕੋਈ ਵੱਡਾ ਇੰਸਪੈਕਟਰ ਆਉਂਦਾ ਹੈ ਇਨਸਪੈਕਸ਼ਨ ਦੇ ਉੱਤੇ ਸਾਰੀਆਂ ਸਫਾਈਆਂ ਹੋ ਜਾਣਗੀਆਂ, ਉਦੋਂ ਪੈਸਾ ਆਫਿਸਿਸ ਦੇ ਵਿੱਚ ਰਜਿਸਟਰ ਠੀਕ ਤਰ੍ਹਾਂ ਰੱਖੋ, ਬੁੱਕਸ ਠੀਕ ਤਰ੍ਹਾਂ ਰੱਖੋ, ਸਾਰਾ ਦਫ਼ਤਰ ਸਾਫ਼ ਕਰੋ, ਟਾਇਲਟਸ ਵੀ ਸਾਫ਼ ਕਰਵਾਉਣਗੇ, ਸਭ ਕੁਝ ਹੈ ਕਿਉਂਕਿ ਇਨਸਪੈਕਸ਼ਨ ਹੋਣੀ ਹੈ। ਅੱਗੇ ਪਿੱਛੇ ਗੰਦ ਪਿਆ ਰਹਿਣ। ਸਾਡਾ ਵੀ ਇਦਾਂ ਹੀ ਇਹ ਹਾਲ ਹੈ, ਜਿਵੇਂ ਉਹ ਇਨਸਪੈਕਸ਼ਨ ਤੇ ਆ ਰਹੇ ਨੇ ਬਾਈਡਨ ਜੀ, ਤਾਂ ਦਿੱਲੀ ਬਿਲਕੁਲ ਸਾਫ਼ ਕਰ ਦਿਓ, ਬਾਕੀ ਜਿਹੜਾ ਗੰਦ ਹੈ ਛੁਪਾ ਦਿਓ। ਗੰਦ ਮਤਲਬ ਇਹ ਕਿ ਜਿਹੜੀਆਂ ਸੜਕਾਂ ਟੁੱਟੀਆਂ ਨੇ ਉਹਨਾਂ ਦੀ ਵੀ ਰਿਪੇਅਰ ਹੋ ਗਈ, ਔਰ ਜਿਹੜੇ ਇਲਾਕੇ ਸਾਫ਼ ਨੇ ਗੰਦਗੀ ਉਹ ਵੀ ਸਫਾਈ ਹੋ ਗਈ, ਤੇ ਜਿਹੜੇ ਭਿਖਾਰੀ ਨੇ ਜਾਂ ਇਦਾਂ ਤੁਸੀਂ ਸਮਝਦੇ ਹੋ ਕਿ ਉਹ ਸਮਾਜ ਦੇ ਵਿੱਚ ਨਹੀਂ ਹੋਣੇ ਚਾਹੀਦੇ, ਉਹਨਾਂ ਨੂੰ ਲੁਕੋ ਦਿਓ। ਹਾਲਾਂਕਿ ਪੂਰੀ ਦੁਨੀਆ ਨੂੰ ਪਤਾ ਹੈ ਕਿ ਇੱਥੇ ਕੀ ਹਾਲਤ ਹੈ। ਹਾਂ, ਜਿਹੜਾ ਝੂਠ ਹੈ ਨਾ ਇਹ ਤਾਂ ਲੁਕੋਇਆ ਨਹੀਂ ਜਾਂਦਾ, ਇਹ ਸਾਰਾ ਤੁਹਾਡੇ ਸੱਚ ਜਿਹੜਾ ਸਾਹਮਣੇ ਆਊਗਾ ਹੀ ਆਊਗਾ। ਇਸ ਕਰਕੇ ਆਊਗਾ ਕਿ ਉਹ ਤਾਂ ਵੀਡੀਓ ਤੇ ਪੜ੍ਹ ਲੈਂਦੇ ਆ, ਵੇਖਦੇ ਵੀ ਹੈਗਾ ਕਿ ਪੁਲਾਂ ਦੇ ਥੱਲੇ ਲੋਕ ਬੈਠੇ ਆ, ਹੈ ਨਾ, ਫੁੱਟਪਾਥ ਤੇ ਬੈਠੇ ਆ, ਬਗੈਰ ਛੱਤਾਂ ਤੋਂ ਵਿਚਾਰੇ ਤਰਲੇ ਲੈ ਰਹੇ ਆ, ਰੋਟੀਆਂ ਮੰਗ ਰਹੇ ਆ, ਔਰ ਨਸ਼ੇ ਨਾਲ ਜੂਝ ਰਹੇ ਆ। ਉਹ ਚੀਜ਼ਾਂ ਜਿਹੜੀਆਂ ਸਾਰੀ ਕੰਟਰੀ 'ਚ ਹੁਣ ਆ ਜਾਂਦੀਆਂ, ਲੁਕਾਈ ਨਹੀਂ ਜਾਂਦੀ ਕੋਈ। ਪੰਜਾਬ ਦੇ ਕਿਸਾਨ ਕਹਿੰਦੇ ਨੇ ਮੁਆਵਜ਼ਾ ਦਿਓ ਜੋ ਹੜ੍ਹਾਂ 'ਚ ਸਾਨੂੰ ਨੁਕਸਾਨ ਹੋਇਆ ਹੈ। ਇਹ ਸਭ तमाम ਮਸਲੇ ਨੇ। ਔਰ ਅਸੀਂ ਇੱਕ ਗੱਲ ਵੈਸੇ ਕਹਿਣੀ ਬਣਦੀ ਵੀ ਹੈ ਕਿ ਸਾਡੇ ਮੁਲਕ ਦੇ ਇਹ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਇਹ ਦੁਨੀਆ ਦੇ 12ਵੇਂ ਨੰਬਰ ਤੇ ਆ ਗਏ, 20ਵੇਂ ਨੰਬਰ ਤੇ ਆ ਗਏ, 10ਵੇਂ ਨੰਬਰ ਤੇ ਆ ਗਏ। ਵਾਟਸ ਦਾ ਫਨ? ਇਹਦੇ ਮਤਲਬ ਨਿਕਲਦਾ ਕੀ ਪਿਆ? ਤਾਂ ਸਾਡੇ ਦੇਸ਼ ਵਿੱਚ ਹੀ ਲੋਕ ਸੜਕਾਂ ਤੇ ਸੁੱਤੇ ਪਏ ਨੇ, ਗੱਡੀਆਂ ਦਰੜ ਕੇ ਚਲੀਆਂ ਜਾਂਦੀਆਂ, ਮਰ ਜਾਂਦੇ ਨੇ, ਭੁੱਖ ਨਾਲ ਮਰਦੇ ਨੇ, ਔਰ ਕੀ ਕੁਝ ਨਹੀਂ ਹੁੰਦਾ ਪਿਆ ਜੋ ਮਤਲਬ ਬੰਦਾ ਬਿਆਨ ਵੀ ਨਹੀਂ ਕਰ ਸਕਦਾ। ਅਸੀਂ ਕਿੱਦਾਂ ਅਸੀਂ ਇਹ ਜਿਹੜੀਆਂ ਵੱਡੀਆਂ ਸ਼ੇਖੀਆਂ ਮਾਰ ਸਕਦੇ ਹਾਂ, ਜਿਹੜੀਆਂ ਵੱਡੀਆਂ ਗੱਲਾਂ ਕਰ ਸਕਦੇ ਹਾਂ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਜਾ ਕੇ, ਅਸੀਂ ਬੜੀਆਂ ਵੱਡੀਆਂ ਗੱਲਾਂ ਕਰਦੇ ਹਾਂ ਕਿਸ ਆਧਾਰ ਦੇ ਉੱਤੇ? ਸਾਰੀ ਦੁਨੀਆ ਨੂੰ ਪਤਾ ਹੈ, ਹਰ ਥਾਂ ਦੇ ਉੱਤੇ ਹਰ ਦੇਸ਼ ਦੀ ਨਿਊਜ਼ ਏਜੰਸੀ ਪਹੁੰਚੀ ਹੋਈ ਹੈ, ਬੈਠੀ ਹੋਈ ਹੈ ਆਪਣੇ ਆਫਿਸ ਖੋਲ ਕੇ, ਪਲ ਪਲ ਦੀ ਖਬਰ ਆਪਣੇ ਹੈੱਡਕੁਆਟਰਸ ਨੂੰ ਦੇ ਰਹੀ ਹੈ। ਸਾਰੀ ਸੱਚਾਈ ਸਭ ਦੇ ਸਾਹਮਣੇ ਖੁੱਲੀ ਹੈ, ਹਰੇਕ ਦੇਸ਼ ਦੀ। ਸਾਨੂੰ ਬਾਕੀ ਦੇਸ਼ਾਂ ਦਾ ਪਤਾ ਹੈ, ਬਾਕੀ ਦੇਸ਼ਾਂ ਨੂੰ ਸਾਡਾ ਪਤਾ ਹੈ, ਫਿਰ ਵੀ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਸੱਚ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈਗੀਆਂ। ਵੈਸੇ ਤੁਹਾਡੀ ਗੱਲ ਸਹੀ ਹੈ, ਜਿਹੜਾ ਬਾਹਰਲਾ ਮੀਡੀਆ ਹੈਗਾ, ਬਾਹਰਲੀ ਕੰਟਰੀ ਦਾ ਮੀਡੀਆ ਹੈਗਾ, ਮੰਨ ਲਓ USA ਦਾ ਮੀਡੀਆ ਹੈਗਾ, ਰਸ਼ੀਆ ਦਾ ਮੀਡੀਆ ਹੈਗਾ, ਉਹ ਬੜਾ ਬੈਲੈਂਸਡ ਹੈਗਾ, ਉਹਦੇ ਵਿੱਚ ਲੁਕਾ ਨਹੀਂ ਕੋਈ ਹੁੰਦਾ। ਸਾਡੇ ਦੇਸ਼ ਦੇ ਵਿੱਚ ਜਿਹੜਾ ਮੀਡੀਆ ਹੈਗਾ ਇਹਦੇ ਵਿੱਚ ਬੜਾ ਕੁਝ ਲੁਕਾਇਆ ਜਾਂਦਾ। ਜਦੋਂ ਪ੍ਰਾਈਮ ਮਿਨਿਸਟਰ ਬਾਹਰ ਜਾਂਦੇ ਨੇ, ਮੋਦੀ ਸਾਹਿਬ ਬਾਹਰ ਜਾਂਦੇ ਆ, ਬਹੁਤ ਗੱਲਾਂ ਲੁਕਾਈਆਂ ਜਾਂਦੀਆਂ। ਜਿਸ ਤਰ੍ਹਾਂ ਤੁਹਾਨੂੰ ਇੱਕ ਵਾਰ ਆਪਾਂ ਜ਼ਿਕਰ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਘੱਟ ਗਿਣਤੀ ਬਾਰੇ ਇੱਕ ਲੜਕੀ ਪੱਤਰਕਾਰ ਸੀ, ਉਹਨਾਂ ਨੇ ਮੋਦੀ ਸਾਹਿਬ ਨੂੰ ਸਵਾਲ ਕੀਤਾ ਸੀਗਾ। ਜਦੋਂ ਇਹਨਾਂ ਨੂੰ ਵੈਲਕਮ ਕੀਤਾ ਜਾਂਦਾ, ਉਹ ਤੁਸੀਂ ਬਾਕੀ ਵੀਡੀਓ ਵੇਖੋ ਜਿਹੜੀਆਂ ਪ੍ਰਾਈਵੇਟ ਤੌਰ ਤੇ ਸੋਸ਼ਲ ਮੀਡੀਆ ਤੇ ਆਉਂਦੀਆਂ। ਜਦੋਂ ਦੱਖਣ ਅਫਰੀਕਾ ਦੇ ਵਿੱਚ ਗਏ ਆ ਮੋਦੀ ਸਾਹਿਬ, ਉਹਨਾਂ ਦਾ ਵੈਲਕਮ ਦੇਖੋ ਕਿਸ ਤਰ੍ਹਾਂ ਦਾ ਹੋ ਰਿਹਾ। ਔਰ ਜਦੋਂ ਇਹ USA 'ਚ ਗਏ ਉਹਦੇ ਵਿੱਚ ਕੋਈ ਇਹਨਾਂ ਨੂੰ ਲੈਣ ਨਹੀਂ ਆ, 2-4 ਸਿਕਿਉਰਿਟੀ ਵਾਲੇ ਬੰਦੇ ਆ, ਉਹ ਮੀਡੀਆ ਲੁਕਾਉਂਦਾ ਚੀਜ਼ਾਂ ਨੂੰ। ਔਰ ਇਸ ਕਰਕੇ ਲੁਕਾਉਂਦਾ ਕਿ ਇਹਨਾਂ ਨੇ ਮੀਡੀਆ ਖਰੀਦਿਆ ਹੋਇਆ ਹੈਗਾ,
ਇਹਦੇ ਵਿੱਚ ਇੰਡੀਅਨ ਜਿਹੜਾ ਮੀਡੀਆ ਇਹਦੇ ਵਿੱਚ ਪਤਾ ਲੱਗਿਆ ਕਿ ਬਹੁਤ ਜਿਹੜੇ ਚੈਨਲ ਜਾਂ ਬਹੁਤ ਨਹੀਂ ਦਿਖਾਉਂਦੇ, ਕੋਈ ਚੈਨਲ ਤਾਂ ਇੰਡੀਪੈਂਡੈਂਟ ਦੇ ਪੇਡ ਮੀਡੀਆ ਪੇਡ ਮੀਡੀਆ ਇਹਦੇ 'ਚ ਹੈਗਾ, ਇਸ ਕਰਕੇ ਗੱਲ ਨੂੰ ਲੁਕਾਉਂਦੇ ਆ। ਔਰ ਇਹਦੇ ਵਿੱਚ ਆ ਵੀ ਹੁਣ ਗਰੀਬੀ ਨਹੀਂ ਲੁਕਾਇਆ ਗਿਆ, ਫੁੱਟਪਾਥਾਂ 'ਤੇ ਸੁੱਤੇ ਜਿਹੜੇ ਗਰੀਬ ਨੇ ਉਹਨਾਂ ਨੂੰ ਲੁਕਾਇਆ ਗਿਆ। ਬੰਬੇ ਦੇ ਵਿੱਚ ਜਾ ਕੇ ਵੇਖੋ, ਦਿੱਲੀ ਦੇ ਵਿੱਚ ਲੋਕਾਂ ਨੂੰ ਵੇਖੋ, ਬੇਇਲਾਜੇ ਮਰ ਰਹੇ ਆ। ਦੁਨੀਆ ਦਾ ਜਿਹੜੀ ਤਰਾਸਦੀ ਹੈ ਤੁਹਾਨੂੰ ਜ਼ਮੀਨ 'ਤੇ ਆ ਕੇ ਪਤਾ ਲੱਗਦਾ, ਇਹ ਡਰਾਇੰਗ ਰੂਮਾਂ 'ਚ ਬਹਿ ਕੇ ਜਾਂ ਜਿਹੜੇ ਮੰਡਪ ਬਣਾਏ ਉਹਨਾਂ ਵਿੱਚ ਨਹੀਂ ਪਤਾ ਲੱਗਣਾ, ਜਾਂ ਪ੍ਰਗਤੀ ਮੈਦਾਨ ਵਿੱਚ ਨਹੀਂ ਲੱਗਣਾ। ਚੱਲ ਇਸ ਬਹਾਨੇ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਲੋਕਾਂ ਨੂੰ ਸਫਾ ਤਾਂ ਮਿਲ ਗਿਆ, ਦਿੱਲੀ ਦਾ ਸਾਫ਼ ਮਿਲ ਗਈ, ਸੁੰਦਰ ਬਣਾ ਦਿੱਤੀ ਹੈ ਨਾ। ਜਿਹੜੀ ਦਿੱਲੀ ਇਸ ਵੇਲੇ ਚਮਕਾ ਦਿੱਤੀ, ਪੂਰੀਆਂ ਸੜਕਾਂ 'ਤੇ ਆਲਾ ਦੁਆਲਾ, ਪਾਰਕਾਂ ਸੋਹਣੀਆਂ ਬਣਾ ਦਿੱਤੀਆਂ। ਜਿਹੜੇ ਆਏ ਤਾਂ ਹੈਗੇ ਆ, ਬਾਈਡਨ ਸਾਹਿਬ ਆ ਗਏ ਆ, ਪਰ ਉਹਦੇ ਨਾਲ ਦਿੱਲੀ ਦੇ ਲੋਕਾਂ ਦੀ ਵੀ ਸੁਣੀ ਗਈ ਆ। ਪਰ ਜਦੋਂ ਦੇ ਕੇਜਰੀਵਾਲ ਸਾਹਿਬ ਉੱਥੇ ਰਾਜ ਕਰ ਰਹੇ ਆ, ਬਹੁਤ ਕੁਝ ਦਿੱਲੀ 'ਚ ਇੰਪਰੂਵ ਹੋਇਆ ਵੀ ਹੈ, ਪਹਿਲੇ ਵਾਲੀ ਦਿੱਲੀ ਨਹੀਂ ਰਹੀ। ਪਰ ਉਹ ਤੋਂ ਬਾਅਦ ਜਿਹੜੀਆਂ ਸੜਕਾਂ ਨਾਲੀਆਂ ਜਿੱਥੇ ਕੋਈ ਇਹਨਾਂ ਕੋਲ ਬਜਟ ਨਹੀਂ ਸੀਗਾ, ਸਾਰਾ ਕੁਝ ਕੀਤਾ। ਹੁਣ ਤਾਂ ਦਿਨੇ ਰੋਸ਼ਨੀ ਹੋ ਰਹੀ ਹੈ, ਉੱਥੇ ਆਲਾ ਦੁਆਲਾ ਸਜਾ ਦਿੱਤਾ ਵਾ। 2 ਦਿਨ ਦੇ ਲਈ ਜਿਹੜੇ ਆਏ ਨੇ ਉਹਦੇ ਵਿੱਚ ਤੁਸੀਂ ਜੇ ਕੈਲਕੂਲੇਟ ਕਰੋ, ਜੋ ਕੁਝ ਬਾਈਡਨ ਸਾਹਿਬ ਤੇ ਜੋ ਕੁਝ ਖਰਚਾ ਹੋ ਗਿਆ, ਤੁਹਾਡੇ ਕੰਨਾਂ ਨੂੰ ਹੱਥ ਲੱਗ ਜਾਣਗੇ ਕਿ ਕਿੰਨੇ ਕਰੋੜ ਪੈਸਾ ਖਰਚਿਆ ਗਿਆ ਉਹਨਾਂ ਦੀ ਸਿਕਿਉਰਿਟੀ ਦਿੱਤੀ ਲਈ, ਉਹਨਾਂ ਦੇ ਜਿਹੜਾ ਰੈਸਟੋਰੈਂਟ 'ਚ ਹੋਟਲਾਂ 'ਚ ਰਹਿਣ ਲਈ, ਔਰ ਉਹਨਾਂ ਦਾ ਅਮਲਾ ਫੈਲਾ ਸੰਭਾਲਣ ਲਈ, ਬਾਕੀ ਜਿਹੜੇ ਨਾਲ ਆ ਰਹੇ ਨੇ ਮੰਤਰੀ ਉਹਨਾਂ ਲਈ। ਔਰ ਇਹਦੇ ਵਿੱਚ ਉਹ ਲੱਗੂਗਾ ਕਿ ਬਾਕੀ ਕੰਮਾਂ ਨੇ ਸਾਡੇ ਕੋਲ ਪੈਸਾ ਨਹੀਂ ਹੁੰਦਾ, ਤੇ ਮੇਜ਼ਬਾਨੀ ਕਰਨ ਲਈ ਅਸੀਂ ਸਾਡੇ ਕੋਲ ਬਹੁਤ ਪੈਸਾ ਹੈਗਾ। ਉਦੋਂ ਅਸੀਂ ਗਰੀਬ ਨਹੀਂ ਹੈਗੇ, ਉਦੋਂ ਸਾਡਾ ਦੇਸ਼ ਬਹੁਤ ਸਿਖਰਾਂ ਦਾ ਜਿਹੜਾ ਅਮੀਰ ਕੰਟਰੀ ਹੈਗਾ। ਤੇ ਜਦੋਂ ਅਸੀਂ ਗਰੀਬਾਂ ਲਈ, ਉਹਨਾਂ ਦੀ ਗਰੀਬੀ ਹਟਾਉਣ ਲਈ, ਉਹਨਾਂ ਨੂੰ ਰੋਜ਼ੀ ਰੋਟੀ ਦੇਣ ਲਈ, ਨੌਕਰੀਆਂ ਦੇਣ ਲਈ, ਉਦੋਂ ਸਾਡੇ ਖਜ਼ਾਨੇ ਖਾਲੀ ਆ। ਹੁਣ ਪੈਸਾ ਕਿੱਧਰੋਂ ਆ ਜਾਂਦਾ? ਇਹੀ ਪੰਜਾਬ ਸਟੇਟ ਦਾ ਵੀ ਹਾਲ ਹੋ ਜਾਂਦਾ, ਇਹੀ ਯੂਪੀ ਬਿਹਾਰ ਦਾ ਹੁੰਦਾ। ਇਹਦੇ ਵਿੱਚ ਮੁੱਖ ਮੰਤਰੀਆਂ ਦੇ ਸਾਡੇ ਨਹੀਂ ਹੈਗੇ, ਸਾਨੂੰ ਕੇਂਦਰ ਨਹੀਂ ਦੇ ਰਿਹਾ, ਕੇਂਦਰ ਵਿਕਾਸ ਕਾਰਜਾਂ 'ਤੇ ਰੋਕ ਲਾ ਰਿਹਾ। ਗਵਰਨਰਾਂ ਦਾ ਮੂੰਹ ਉਦੋਂ ਦੂਜੇ ਪਾਸੇ ਹੋ ਜਾਂਦਾ। ਅੱਜ ਕਿਉਂ ਸਿੱਧੇ ਹੋ ਗਏ? ਅੱਜ ਕਿਉਂ ਸਾਰਾ ਕੁਝ ਹੋ ਰਿਹਾ? ਇਹ ਹੈਗੇ ਆ ਮੌਕਾ ਪ੍ਰਸਤ, ਇਹਨੂੰ ਕਹਿੰਦੇ ਫਸਲੀ ਬਟੇਰੇ ਪੰਜਾਬੀ ਵਿੱਚ, ਵੀ ਸਾਰੇ ਇਕੱਠੇ ਹੋ ਜਾਂਦੇ। ਉਹ ਉਦੋਂ ਕੋਕ ਕਰਦੇ ਆ ਜਾਂਦੇ ਆ, ਬੋਲਦੇ ਆ ਜਾਂਦੇ ਆ। ਜਦੋਂ ਨਹੀਂ ਮਤਲਬ, ਜਦੋਂ ਦੂਰੀ ਬਣਾਉਣੀ ਆ, ਜਦੋਂ ਨਹੀਂ ਕਿਸੇ ਸਵਾਰਥ ਨਹੀਂ ਹੈਗਾ, ਉਦੋਂ ਦੂਰ ਹੋ ਜਾਂਦੇ ਆ। ਇਹ ਗੱਲ ਹੈ, ਆਪਣਾ ਮਤਲਬ ਸਿੱਧ ਕਰਨਾ, ਆਪਣਾ ਮਤਲਬ ਕੱਢਣਾ, ਔਰ ਜਿਸ ਤਰੀਕੇ ਨਾਲ ਵੀ ਕੱਢਿਆ ਜਾ ਸਕੇ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਪੂਰੇ ਜਾਂਦਾ ਜਿਹੜਾ ਦਾ ਲੱਗੇ ਅਸੀਂ ਲਾ ਜਾਂਦੇ ਹੁੰਦਾ, ਉਹ ਹੈ। ਸੋ ਹੁਣ ਅਮਰੀਕਾ ਜਾਣ ਵਾਸਤੇ ਵੀ ਦਾਲ ਆਉਂਦੇ ਪਏ ਨੇ ਲੋਕ, ਗ੍ਰੀਨ ਕਾਰਡ ਲੈਣ ਲਈ ਭਾਰਤੀ ਚੀਨੀ ਲਾਈਨਾਂ 'ਚ ਲੱਗੇ ਹੋਏ ਨੇ ਜੀ। ਸਭ ਛੱਡ ਜਾਣਾ ਚਾਹੁੰਦੇ ਨੇ ਭਾਰਤ ਨੂੰ, ਸਭ ਛੱਡ ਜਾਣਾ ਚਾਹੁੰਦੇ ਨੇ ਪੰਜਾਬ ਨੂੰ। ਕੋਈ ਅਮਰੀਕਾ ਵਸਣਾ ਚਾਹੁੰਦਾ, ਕੋਈ ਕੈਨੇਡਾ, ਕੋਈ ਆਸਟ੍ਰੇਲੀਆ, ਜਿੱਥੇ ਵੀ ਮਤਲਬ ਜਿਹਦਾ ਦਾ ਲੱਗਦਾ, ਉਹ ਫਿਰ ਦਾ ਦੀ ਗੱਲ ਆ ਗਈ। ਹੁਣ ਇਹਦੇ ਵਿੱਚ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਲੰਮੀਆਂ ਲੰਮੀਆਂ, ਇਹਦੀ ਹੁਣ ਕੀ ਕਰੀਏ ਗੱਲ? ਤੁਸੀਂ ਦੱਸੋ ਅਮਰੀਕਾ ਤੇ ਗ੍ਰੀਨ ਕਾਰਡ ਨੂੰ ਲੈ ਕੇ। ਹਾਂ, ਗ੍ਰੀਨ ਕਾਰਡ ਉਹ ਚੀਜ਼ ਹੈ ਜਿੱਦਾਂ PR ਮਿਲਦੀ ਹੈ ਨਾ, ਜਿੱਦਾਂ PR ਕੈਨੇਡਾ ਦੇ ਵਿੱਚ ਕਾਰਡ ਮਿਲਦਾ, ਜਿਹਨੂੰ PR ਮਿਲਦੀ ਪਰਮਾਨੈਂਟ ਰੈਜ਼ੀਡੈਂਟ। ਇੱਥੇ ਗ੍ਰੀਨ ਕਾਰਡ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਸਕਦੇ ਜੇ, ਤੁਹਾਨੂੰ ਕੋਈ ਵੀ ਦੁਨੀਆ ਦੀ ਤਾਕਤ ਹਿਲਾ ਨਹੀਂ ਸਕਦੀ। ਉਹ ਹੁਣ ਕਾਰਡ ਲੈਣ ਲਈ ਬੜੀਆਂ ਲਾਈਨਾਂ 'ਤੇ ਲੱਗੀਆਂ। ਪੈਂਡਿੰਗ ਕੇਸ ਬਹੁਤ ਸੀਗੇ, ਜਿਹਦੇ ਵਿੱਚ 18,000 ਦੇ ਕਰੀਬ ਇਕੱਲਾ ਜਿਹੜਾ ਇੰਡੀਆ, ਇਹਦੇ ਵਿੱਚ ਸਭ ਤੋਂ ਮੋਹਰੀ ਪੰਜਾਬ ਆ, ਪੰਜਾਬ ਅੱਗੇ ਹੈਗਾ। ਔਰ ਉਸ ਤੋਂ ਬਾਅਦ ਚਾਈਨਾ ਦੂਜੀ ਲਾਈਨ ਦੇ ਵਿੱਚ ਹੈਗਾ। ਚਾਈਨਾ ਦੇ ਵਿੱਚ ਜਿਹੜੇ ਹੈਗੇ ਆ, ਉਹ ਵੀ ਚਾਈਨੀ ਜਿਹੜੇ ਲੋਕ ਹੈਗੇ ਸਾਰੇ ਦੇਸ਼ਾਂ ਵਿੱਚ ਬੈਠੇ ਪਏ ਆ। ਅਮਰੀਕਾ 'ਚ ਵੀ ਜਾਣਾ ਚਾਹੁੰਦੇ, ਉਹਨਾਂ ਨੂੰ ਵੀ ਗ੍ਰੀਨ ਕਾਰਡ ਨਹੀਂ ਮਿਲਿਆ ਅਜੇ ਤੱਕ। ਇੰਡੋਨੇਸ਼ੀਆ ਦੇ ਲੋਕ ਵੀ ਜਿਹੜੇ ਤੀਜੇ ਨੰਬਰ 'ਤੇ ਹੈਗੇ ਆ, ਉਹਨਾਂ ਨੂੰ ਗ੍ਰੀਨ ਕਾਰਡ ਦੀ ਉਡੀਕ ਆ। ਔਰ ਉਹਦੇ ਵਿੱਚ ਕਈ ਪੈਂਡਿੰਗ ਕੇਸ ਹੈਗੇ ਆ, ਉਹ ਅਜੇ ਤੱਕ ਨਹੀਂ ਮਿਲੇ। ਕਈ ਵਾਰੀ ਉਹਨਾਂ ਨੂੰ ਜਿਊਰੀ ਨੇ ਜਾਂ ਐਮਬੈਸੀ ਨੇ ਕਹਿਤਾ ਸੀ ਅਸੀਂ ਦੇ ਰਹੇ ਹਾਂ, ਪਰ ਉਹ ਲਾਰੇਬਾਜ਼ੀ ਨੇ ਜਾਂ ਕਹਿ ਲਓ ਉਹਦੇ ਵਿੱਚ ਕੋਈ ਖਾਮੀਆਂ ਕਰਕੇ ਉਹਨਾਂ ਨੂੰ ਅਜੇ ਤੱਕ ਇਹ ਕਾਰਡ ਨਹੀਂ ਮਿਲੇ। ਔਰ ਇਹਦੇ ਵਿੱਚ ਤੁਹਾਨੂੰ ਪਤਾ ਕਿ ਜਦੋਂ ਮੋਹਰੀ ਜਾਂ ਪਹਿਲੀ ਲਾਈਨ 'ਚ ਪੰਜਾਬ ਹੁੰਦਾ, ਪੰਜਾਬ ਦੇ ਲੋਕ ਬਹੁਤ ਜਾਣਾ ਚਾਹ ਰਹੇ ਆ। ਦੂਜਾ ਨੰਬਰ ਹੈਗਾ ਜਿਹੜਾ ਪ੍ਰਵਾਸ ਇੱਥੋਂ ਹੈਗਾ, ਜਿਹੜਾ ਇਮੀਗ੍ਰੇਸ਼ਨ ਹੈਗੀ ਆ ਪੰਜਾਬ ਵਿੱਚੋਂ ਖਾਸ ਤੌਰ 'ਤੇ ਜ਼ਿਆਦਾ ਹੋ ਰਹੀ ਆ। 2-2 ਲੱਖ ਜਿਹੜਾ ਮੁੰਡਾ ਜਿਹੜਾ ਸਟੱਡੀ ਲਈ ਜਾ ਰਿਹਾ ਕੈਨੇਡਾ ਔਰ ਅਮਰੀਕਾ ਵਿੱਚ। ਅਮਰੀਕਾ ਨੇ ਵੀ ਖੁੱਲ੍ਹ ਦੇ ਦਿੱਤੀ ਆ, ਜਿਹੜੇ ਸਟੱਡੀ ਵੀਜ਼ੇ ਦੇ ਰਹੇ ਆ ਉਹਦੇ ਵਿੱਚ ਐਮਬੈਸੀ ਨੂੰ ਸਿੱਧੇ ਤੌਰ 'ਤੇ ਬਾਈਡਨ ਸਰਕਾਰ ਨੇ ਕਹਿਤਾ ਕਿ ਖੁੱਲ੍ਹਦਿਲੀ ਨਾਲ ਵੀਜ਼ੇ ਦਿਓ ਜਿਹੜੇ ਸਟੱਡੀ ਲਈ ਆ ਰਹੇ ਆ। ਔਰ ਜਿਹੜਾ ਜਸਟਿਨ ਟਰੂਡੋ ਸਰਕਾਰ, ਉਹਨਾਂ ਨੇ ਸਿੱਧਾ ਜਿਹੜੇ ਮੰਤਰੀ ਨੇ, ਵਿਦੇਸ਼ ਮੰਤਰੀ, ਉਹਨਾਂ ਨੂੰ ਕਹਿਤਾ ਕਿ ਤੁਸੀਂ ਜਿਹੜੇ ਵਿੱਚ ਹੁਣ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਗਲਤੀਆਂ ਨਾ ਲੱਭੋ, ਜਿਹਦੇ ਵਿੱਚ ਛੋਟੀ ਮੋਟੀ ਕੋਈ ਗਲਤੀ ਹੈਗੀ ਆ ਉਹਨੂੰ ਸਾਰਟ ਆਊਟ ਕਰਕੇ ਇਹਨਾਂ ਨੂੰ ਵੀਜ਼ਾ ਪ੍ਰੋਵਾਈਡ ਕਰੋ, ਔਰ ਸਟੱਡੀ ਵੀਜ਼ੇ ਨਾਲ। ਇਹਦੇ ਵਿੱਚ ਪਤਾ ਕੀ ਹੈਗਾ, ਇਹਦੇ ਵਿੱਚ ਉਹਨਾਂ ਦੀ ਜਿਹੜੀ ਆਰਥਿਕ ਵਿਵਸਥਾ ਉਹ ਮਜ਼ਬੂਤ ਹੁੰਦੀ ਹੈ। ਸਾਡੀ ਜਿਹੜੀ ਆ ਆਰਥਿਕ ਵਿਵਸਥਾ ਇਹ ਡਾਵਾਂਡੋਲ ਹੋ ਰਹੀ ਹੈ, ਬਹੁਤ ਪੈਸਾ ਸਾਡਾ ਉੱਧਰ ਚਲੇ ਗਿਆ। ਕੈਨੇਡਾ 'ਚ ਤੁਸੀਂ ਵੀਜ਼ਾ ਲੈਣਾ, ਸਟੱਡੀ ਵੀਜ਼ਾ ਲੈਣਾ, ਤੁਹਾਨੂੰ ਪਹਿਲਾਂ ਆਫਰ ਲੈਟਰ ਚਾਹੀਦੀ ਹੈ। ਆਫਰ ਲੈਟਰ ਆਊਗੀ ਕਿਸੇ ਕਾਲਜ ਦੀ, ਜਿਹੜਾ ਅਪਰੂਵਡ ਜਾਂ ਰੈਕੋਗਨਾਈਜ਼ ਕਾਲਜ ਹੈਗਾ। ਉਸ ਤੋਂ ਬਾਅਦ ਤੁਹਾਨੂੰ ਐਮਬੈਸੀ 'ਚ ਫੀਸ ਜਮ੍ਹਾਂ ਕਰਾਉਣੀ ਪਊਗੀ, ਸਾਰੀ ਦੀ ਸਾਰੀ ਉਹਦੀ। ਉਹ ਜਿਹੜੀ ਫੀਸ ਹੈ ਪਹਿਲਾਂ ਐਡਵਾਂਸ ਜਮ੍ਹਾਂ ਕਰਾਉਣੀ ਪੈਂਦੀ ਹੈ। ਜਦੋਂ ਤੁਹਾਡਾ ਵੀਜ਼ਾ ਨਹੀਂ ਲੱਗਦਾ, ਰਿਫਿਊਜ਼ ਹੋ ਗਿਆ, ਤੁਹਾਡਾ ਪੈਸਾ ਅੱਜ 62 ਰੁਪਏ ਦੇ ਹਿਸਾਬ ਨਾਲ ਹੈਗਾ ਡਾਲਰ,
ਉਦਣ ਜੇ ਤੁਹਾਨੂੰ 55 ਰੁਪਏ ਆ ਗਿਆ ਜਾਂ 60 ਰੁਪਏ ਆ ਗਿਆ, ਤੁਹਾਨੂੰ ਪੈਸਾ ਫਿਰ ਨੁਕਸਾਨ ਹੋਇਆ। ਇਹ ਨੁਕਸਾਨ ਇੰਡੀਆ ਦੇ ਮਾਪੇ ਜਿਹੜੇ ਨੇ ਉਹ ਬੱਚਿਆਂ ਨੂੰ ਸਟੱਡੀ ਲਈ ਭੇਜ ਰਹੇ ਆ, ਉਹ ਉਠਾ ਰਹੇ ਆ ਨੁਕਸਾਨ। ਔਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਸਾਡਾ ਪ੍ਰਵਾਸ ਇੱਥੋਂ ਹੋਣ ਨਾਲ, ਆਪਾਂ ਇੱਕ ਦਿਨ ਗੱਲ ਕੀਤੀ, ਇੰਜੀਨੀਅਰ ਬਹੁਤ ਮੁੰਡੇ ਚਲੇ ਗਏ, ਟੈਕਨੀਕਲ ਜਿਹੜੇ ਬੰਦੇ ਮਾਈਂਡ ਰੱਖਦੇ ਆ ਉਹ ਸਾਰੇ ਉੱਥੇ ਪਹੁੰਚ ਗਏ ਆ। ਔਰ ਉਹਦੇ ਵਿੱਚ ਉਹਨਾਂ ਨੂੰ ਦਿੱਤਾ ਇਹਨਾਂ ਨੇ ਆਉਣ ਜਾਣ ਦਾ ਕਿਰਾਇਆ ਉਹਨਾਂ ਦੇ ਬੱਚਿਆਂ ਲਈ, ਔਰ ਉੱਥੇ ਅਕੋਮੋਡੇਸ਼ਨ ਵੀ ਪ੍ਰੋਵਾਈਡ ਕੀਤੀ ਹੈ ਜਿਹੜੇ ਇੰਜੀਨੀਅਰ ਜਾ ਰਹੇ ਆ। ਔਰ ਸਾਡੀ ਜਿਹੜੀ ਟੈਕਨੀਕਲ ਹੈਂਡ ਨੇ ਜਿਹਨੇ ਇੱਥੇ ਜੀਨੀਅਸ ਲੋਕ ਨੇ, ਉਹ ਵੀ ਉੱਥੇ ਸ਼ਿਫਟ ਕਰਕੇ ਉੱਥੇ ਚਲੇ ਗਏ। ਕੱਲ੍ਹ ਨੂੰ ਅੱਜ ਨੂੰ ਜੇ ਅਸੀਂ ਕੋਈ ਪੁਲ ਬਣਾਉਣੇ ਆ ਜਾਂ ਅਸੀਂ ਕੋਈ ਟੈਕਨੀਕਲ ਹੈਲਪ ਲੈਣੀ ਹੈ, ਸਾਡੇ ਕੋਲ ਉਹ ਮੁੰਡੇ ਹੈ ਨਹੀਂ ਜਿਹੜੇ ਪੜ੍ਹੇ ਇੱਥੇ ਆ ਜਾਂ ਬਾਹਰਲੇ ਦੇਸ਼ਾਂ 'ਚ ਪੜ੍ਹੇ ਆ। ਇਸ ਤਰ੍ਹਾਂ ਦੇ ਜਿਹੜੇ ਜੀਨੀਅਸ ਲੋਕ ਨੇ ਉਹ ਸਾਰੇ ਇਸ ਡਿਮਾਂਡ ਨਾਲ ਜਾ ਰਹੇ ਕਿ ਉੱਥੇ ਡਾਲਰ ਨੇ, ਡਾਲਰ ਦੀ ਦੌੜ ਨੇ ਉਹਨਾਂ ਨੂੰ ਉੱਥੇ ਲੈ ਗਿਆ। ਕੁਛ ਇੰਗਲੈਂਡ 'ਚ ਚਲੇ ਗਏ, ਕੁਛ ਅਮਰੀਕਾ 'ਚ ਚਲੇ ਗਏ ਅਤੇ ਕੁਛ ਚਲੇ ਗਏ ਕੈਨੇਡਾ 'ਚ। ਇਹ ਜਿਹੜੀ ਦੌੜ ਨੇ ਬੁਰੀ ਤਰ੍ਹਾਂ ਸਾਡੇ ਦੇਸ਼ ਨੂੰ ਜਿਹੜਾ ਨਾ ਡਾਵਾਂਡੋਲ ਕਰ ਦਿੱਤਾ। ਦੌੜ ਜ਼ਿੰਦਗੀ ਦੀ ਹੈ। ਦੇਖੋ ਕਈ ਮੁਲਕਾਂ ਦੇ ਵਿੱਚ ਟੈਂਟ ਲਾ ਕੇ ਵਿਦਿਆਰਥੀ ਬੈਠੇ ਹੋਏ ਨੇ ਸੜਕਾਂ ਦੇ ਉੱਤੇ, ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਇੱਥੋਂ ਤੱਕ ਹਾਲਾਤ ਹੋਏ ਹੋਏ ਨੇ। ਔਰ ਦੌੜ ਦੀ ਜੋ ਗੱਲ ਹੈ, ਉਹ ਦੌੜ ਦਾ ਹਾਲਾਤ ਇਹ ਨੇ, ਸਾਰੇ ਜਾਣੇ ਰੇਸ ਵਿੱਚ ਲੱਗੇ ਹੋਏ ਨੇ, ਰੈਟ ਰੇਸ ਦੌੜੀ ਜਾਂਦੇ ਨੇ। ਮੈਂ ਤੇਰੇ ਤੋਂ ਅੱਗੇ ਲੰਘ ਜਾ, ਮੈਂ ਤੇਰੇ ਤੋਂ ਅੱਗੇ ਲੰਘ ਜਾ, ਪਹੁੰਚਣਾ ਕਿੱਥੇ ਆ ਕਿਸੇ ਨੂੰ ਨਹੀਂ ਪਤਾ। ਇੱਕ ਦੂਜੇ ਤੋਂ ਅੱਗੇ ਲੰਘਣਾ, ਕੰਪੀਟੀਸ਼ਨ। ਔਰ ਸਿਆਣੇ ਹਮੇਸ਼ਾ ਕਹਿੰਦੇ ਨੇ ਕੰਪੀਟੀਸ਼ਨ ਦਾ ਮਤਲਬ ਹੈ ਜੰਗਲ ਰਾਜ। ਕਿਉਂਕਿ ਜੇ ਅਸੀਂ ਕਹਾਂਗੇ ਨਾ ਸੋਸਾਇਟੀ ਸਿਵਲਾਈਜ਼ਡ ਲੋਕ, ਤਾਂ ਉਹ ਕੋਆਪਰੇਸ਼ਨ ਦੀ ਗੱਲ ਕਰਨਗੇ, ਇੱਕ ਦੂਜੇ ਦੇ ਸਹਿਯੋਗ ਦੀ ਗੱਲ ਕਰਨਗੇ, ਉੱਥੇ ਕੰਪੀਟੀਸ਼ਨ ਨਹੀਂ ਹੁੰਦਾ। ਉੱਥੇ ਫਿਰ ਉਹੀ ਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ, ਕਿਰਤ ਕਰ ਨਾਮ ਜਪ ਵੰਡ ਛਕ। ਇਹੀ ਅਸਲੀ ਅਕੀਦਾ, ਇਹੀ ਆਧਾਰ ਹੈ ਜੀਵਨ ਦਾ। ਪਰ ਅਸੀਂ ਮਾਰਕੀਟ ਦੇ ਚੱਕਰ ਦੇ ਵਿੱਚ, ਕਿਉਂਕਿ ਸਾਡਾ ਬ੍ਰੇਨ ਵਾਸ਼ ਕਰਨ ਵਾਲੇ ਬੈਠੇ ਨੇ, ਮਾਰਕੀਟ ਡਿਜ਼ਾਈਨਰਸ ਬੈਠੇ ਨੇ, ਸਾਨੂੰ ਉਹ ਲਾਉਣਗੇ ਇਸੇ ਕੰਮ ਦੇ ਵਿੱਚ ਕਿ ਰੈਟ ਰੇਸ ਵਿੱਚ ਲੱਗੇ ਰਹੋ। ਕਿਉਂਕਿ ਜਿਹੜੇ ਇਹ ਗੱਲ ਕਰਦੇ ਨੇ ਨਾ ਕਿ ਆਰਾਮ ਨਾਲ ਚੱਲਣਾ ਹੈ, ਸਹਿਯੋਗ ਨਾਲ ਚੱਲਣਾ ਹੈ, ਉਹ ਕਹਿਣਗੇ ਇਹ ਗਲਤ ਨੇ। ਅਸੀਂ ਸਹੀ ਹਾਂ, ਕੰਪੀਟੀਸ਼ਨ ਨਾਲ ਚੱਲਣਾ ਹੈ, ਜੰਗਲ ਰਾਜ ਹੋਣਾ ਚਾਹੀਦਾ। ਤੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕਰ, ਮੈਂ ਤੈਨੂੰ ਮਾਰਨ ਦੀ ਕੋਸ਼ਿਸ਼ ਕਰਾਂ, ਜਿਹੜਾ ਜਿੱਤ ਗਿਆ ਉਹ ਬਾਜ਼ੀ ਲੈ ਗਿਆ। ਮਾਰਨ ਦੀ ਕੋਸ਼ਿਸ਼ ਮਤਲਬ ਹੈ ਕੈਰੀਅਰ ਵਾਈਜ਼, ਪ੍ਰੋਫੈਸ਼ਨ ਵਾਈਜ਼। ਮਤਲਬ ਇਹ ਹੈ ਕਿ ਜਦੋਂ ਸਵੇਰੇ ਘਰੋਂ ਨਿਕਲਦੇ ਨੇ ਨਾ ਕੰਮ ਵਾਸਤੇ, ਤਾਂ ਇੱਦਾਂ ਨਿਕਲਦੇ ਨੇ ਜਿਵੇਂ ਸਵੇਰੇ ਕੋਈ ਜਾਨਵਰ ਨਿਕਲਦਾ ਨਾ ਆਪਣੇ ਸ਼ਿਕਾਰ ਕਰਨ ਵਾਸਤੇ, ਇਸ ਸੋਚ ਦੇ ਨਾਲ ਨਿਕਲਦੇ। ਸੋ ਇਹ ਕਿੱਦਾਂ ਦੀ ਮੈਂਟੈਲਿਟੀ ਆ, ਇਹ ਕਿੱਦਾਂ ਦਾ ਸੁਭਾਅ ਬਣਾਇਆ ਜਾ ਰਿਹਾ ਲੋਕਾਂ ਦਾ ਥਰੂ ਮੀਡੀਆ, ਥਰੂ ਮਾਰਕੀਟ ਡਿਜ਼ਾਈਨਰਸ, ਕਿ ਸਾਡਾ ਜੋ ਪੁਰਾਣੀ ਸੱਭਿਅਤਾ ਹੈ ਜੋ ਇਨਸਾਨ ਨੂੰ ਇਨਸਾਨ ਬਣਾਉਂਦੀ ਹੈ, ਉਹ ਖਤਮ ਹੀ ਕਰ ਦਿਓ। ਇਨਸਾਨ ਨੂੰ ਫਿਰ ਤੋਂ ਉਹ ਜਾਨਵਰ ਵੱਲ ਲੈ ਕੇ ਜਾ ਰਹੇ ਨੇ। ਔਰ ਉਸ ਦਾ ਜੋ ਨਤੀਜਾ ਹੈ ਹਰ ਪਾਸੇ ਦੇਖਣ ਨੂੰ ਮਿਲਦਾ ਹੈ, ਚਾਹੇ ਉਹ ਪੋਲੀਟੀਕਲ ਲਾਈਫ ਹੋਵੇ, ਸੋਸ਼ਲ ਲਾਈਫ ਹੋਵੇ, ਬਿਜ਼ਨਸ ਲਾਈਫ ਹੋਵੇ, ਐਨੀਵੇਅਰ। ਬਾਹਰ ਜਿਹੜੀ ਅਸ਼ਾਂਤੀ, ਲੜਾਈ ਝਗੜੇ ਦਿਖਦੇ ਪਏ ਨੇ ਨਾ, ਉਹ ਸਾਡੇ ਅੰਦਰ ਦੀ ਅਸ਼ਾਂਤੀ, ਸਾਡੇ ਅੰਦਰ ਦੇ ਲੜਾਈ ਝਗੜੇ ਨੇ ਜਿਹੜੇ ਬਾਹਰ ਆਏ ਹੋਏ ਨੇ। ਜੇ ਸਾਡੇ ਆਪਣੇ ਅੰਦਰ ਸ਼ਾਂਤੀ ਕਾਇਮ ਹੋ ਜਾਵੇ, ਇਹ ਬਾਹਰ ਇਹ ਲੜਾਈ ਝਗੜੇ ਨਹੀਂ ਹੋਣਗੇ, ਮਸਲੇ ਨਹੀਂ ਹੋਣਗੇ। ਵੈਸੇ ਸੰਜੀਵ ਜੀ ਇੱਕ ਗੱਲ ਹੋਰ ਹੈਗੀ ਹੈ, ਜਿਹੜਾ ਜਾਣ ਦਾ ਰੁਖ ਕਰ ਰਿਹਾ ਨਾ, ਜਿਹੜੇ ਜਵਾਨ ਇੱਥੋਂ ਮੁੰਡੇ ਜਾ ਰਹੇ ਜਾਂ ਮਾਪੇ ਉਹਦਾ ਸਹਿਯੋਗ ਦੇ ਰਿਹਾ ਬਾਹਰ ਭੇਜਣ ਲਈ, ਇਹਦੇ ਪਿੱਛੇ ਬਹੁਤ ਵੱਡੀ ਜਿਹੜੀ ਹੈਗੀ ਹੈ ਬੈਕਗ੍ਰਾਉਂਡ ਹੈ, ਉਹ ਹੈਗਾ ਕਿ ਬੇਰੁਜ਼ਗਾਰੀ ਆ ਬਹੁਤ, ਅੰਤਾਂ ਦੀ ਕੰਮ ਹੈ, ਕੁਝ ਵੀ ਨਹੀਂ ਹੈ। ਹਾਂ, ਇਹ ਰੰਗਲਾ ਪੰਜਾਬ ਨਹੀਂ ਗਾ, ਇਹ ਤਾਂ ਗੰਦਲਾ ਪੰਜਾਬ ਹੋ ਗਿਆ। ਦੂਜਾ ਪਤਾ ਕੀ ਹੋ ਗਿਆ, ਦੂਜਾ ਹੋ ਗਿਆ ਇਹਦੇ ਵਿੱਚ ਜਿਹੜੀ ਹੈਗਾ ਨਸ਼ੇ ਦੀ ਦਲਦਲ 'ਚ ਬਹੁਤ ਬੱਚੇ ਚਲੇ ਗਏ ਆ, ਬਹੁਤ ਰੋਜ਼ ਮਰ ਰਹੇ ਆ। ਔਰ ਉਹਦੇ ਵਿੱਚ ਦੂਜਾ ਗੈਂਗਵਾਦ ਆ ਗਿਆ। ਤੀਜਾ ਪੁਲਿਸ ਦੀ ਜਿਹੜੀ ਆ ਧੱਕਾਜ਼ੋਰੀ, ਪੁਲਿਸ ਦੀ ਮਾਰ ਧਾੜ ਆ ਜਿਹੜੀ ਲੋਕਾਂ ਨੂੰ ਬਗੈਰ ਮਤਲਬ ਤੰਗ ਕਰਨਾ। ਮੁੰਡੇ ਸੁਸਾਈਡ ਕਰ ਰਹੇ ਆ। ਹੁਣ ਆ ਢਿੱਲੋਂ ਬ੍ਰਦਰਸ ਦੇ ਜਿਹੜੇ ਦੋ ਬੱਚੇ ਆ ਹੁਣ ਮਰੇ ਆ। ਇੱਕ ਹੁਸ਼ਿਆਰਪੁਰ ਲੇਡੀ ਨੇ ਕੱਲ੍ਹ ਸੁਸਾਈਡ ਕਰ ਲਿਆ, ਔਰ ਹੁਸ਼ਿਆਰਪੁਰ ਵਾਲ ਤੋਂ ਬਾਅਦ ਇੱਧਰ ਬਠਿੰਡੇ ਵਾਲੇ ਪਾਸੇ ਆ ਗਿਆ। ਔਰ ਉਹਦੇ ਵਿੱਚ ਦੇਖੋ ਕਿੰਨਾ ਕੁਛ ਇੱਥੇ ਹੋ ਰਿਹਾ। ਲੋਕ ਤਾਂ ਕਹਿੰਦੇ ਵੀ ਬੱਚਿਆਂ ਨੂੰ ਬਚਾ ਲਓ। ਔਰ ਮੈਂ ਇਸ ਨਾਲ ਦੀ ਜੁੜਿਆ ਹੋਇਆ ਪੁਆਇੰਟ ਲੈਣ ਲੱਗਾ, ਇਸ ਗੱਲ ਨੂੰ ਆਪਾਂ ਅੱਗੇ ਵਧਾਉਨੇ ਆ। ਜੀ ਜੀ ਜ਼ਰੂਰ। ਫਿਰੋਜ਼ਪੁਰ ਪੁਲਿਸ ਉਹਦੇ ਮੁਲਾਜ਼ਮ ਗੈਂਗਸਟਰਸ ਨਾਲ ਮਿਲੇ ਹੋਏ, ਹਾਂ, ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨਾਲ ਮਿਲੇ ਹੋਏ ਨੇ, ਵੈਸੇ ਤੁਸੀਂ ਬਿਜ਼ਨਸ ਕਰਦੇ ਪਏ ਨੇ। ਔਰ ਇਹ ਕਨਫਰਮ ਹੋ ਚੁੱਕਾ ਹੈ ਪੁਲਿਸ ਅਥਾਰਟੀਜ਼ ਵੱਲੋਂ ਵੀ ਕਿ ਸਾਡੇ ਕੁਝ ਮੁਲਾਜ਼ਮ ਭ੍ਰਸ਼ਟ ਨੇ, ਜੋ ਗੈਰ ਕਾਨੂੰਨੀ ਕੰਮ ਦੇ ਵਿੱਚ ਇਨਵੋਲਵ ਨੇ, ਜੋ ਗੈਰ ਕਾਨੂੰਨੀ ਤੱਤਵ ਹੈਗੇ ਨੇ, ਜੋ ਗੈਰ ਸਮਾਜਿਕ ਤੱਤਵ ਨੇ, ਨਸ਼ੇ ਵੇਚਣ ਵਾਲੇ, ਗੈਂਗਸ ਵਾਲੇ, ਗੈਂਗਸਟਰਸ ਨੇ, ਉਹਨਾਂ ਨਾਲ ਮਿਲੇ ਹੋਏ ਨੇ। ਹਾਂ, ਤੁਸੀਂ ਬੈਕ ਟੂ ਬੈਕ ਜਿਹੜਾ ਲਿੰਕ ਨਾਲ ਜੁੜਦਾ ਮੁੱਦਾ ਲਿਆ। ਇਹਦੇ ਵਿੱਚ ਹੈਗਾ ਕਿ ਹੁਣੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਲੈਟਰ ਜਿਹੜਾ ਡੀਐਸਪੀ ਨੇ ਐਸਐਸਪੀ ਨੂੰ ਲਿਖਿਆ, ਜਿਹੜੇ ਐਸਐਸਪੀ ਫਿਰੋਜ਼ਪੁਰ ਨੇ ਉਹਨਾਂ ਨੂੰ ਲਿਖਿਆ। ਡੀਐਸਪੀ ਵੀ ਉੱਥੇ ਮੌਜੂਦ ਨੇ। ਉਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜੀ ਸਾਡੀ ਹਾਲਤ ਹੈ ਇੰਨੀ ਖਸਤਾ ਹੋ ਗਈ ਹੈ। ਸਾਡੇ ਐਸਐਚਓ ਨਾਂ ਲਿਖੇ ਇੰਸਪੈਕਟਰ ਨੇ ਜਿਹੜੇ, ਔਰ ਬਾਕੀ ਹਵਾਲਦਾਰ ਨੇ, ਬਾਕੀ ਜਿਹੜੇ ਏਐਸਆਈ ਆ, ਜਿਹੜੇ ਸਬ ਇੰਸਪੈਕਟਰ ਆ, ਉਹਦੇ ਵਿੱਚ ਪੂਰੇ ਦੇ ਪੂਰੇ ਜਿਹੜੇ ਉਹਨਾਂ ਨੇ ਗਿਣਤੀ ਦੱਸੀ ਹੈ ਕਿ ਆਹ ਨੇ ਉਹ ਵਾਇਰਲ ਹੋਈ ਆ। ਉਹ ਲੈਟਰ ਪੜ੍ਹ ਸਕਦੇ ਸਾਰੇ ਲੋਕ। ਉਹਦੇ ਵਿੱਚ ਲਿਖਿਆ ਹੈਗਾ ਕਿ ਇਹ ਗੈਂਗਵਾਦ ਨਾਲ ਵੀ ਜੁੜ ਗਿਆ ਗਿਆ,
ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਨੇ ਉਹਨਾਂ ਨਾਲ ਵੀ ਜੁੜਿਆ। ਨਸ਼ਾ ਪਾਕਿਸਤਾਨ ਚੋਂ ਬਾਹਰਲੇ ਦੇਸ਼ਾਂ ਚੋਂ ਆ ਰਿਹਾ, ਉਹ ਨਸ਼ਾ ਇੱਥੇ ਵੰਡ ਰਹੇ ਹੈਗੇ ਆ। ਔਰ ਉਹਦੇ ਵਿੱਚ ਇਹ ਦੱਸ ਦਿੰਦੇ ਜਾ ਕੇ, ਇਹ ਸਿਵਲ ਕੱਪੜਿਆਂ 'ਚ ਰਹਿੰਦੇ ਉੱਥੇ, ਸਿਵਲ ਕੱਪੜਿਆਂ 'ਚ ਜਾ ਕੇ ਦੱਸ ਦਿੰਦੇ ਵੀ ਹੁਣ ਰੇਡ ਹੋਣ ਵਾਲਾ ਜੇ, ਹੁਣ ਤੁਸੀਂ ਪਿੱਛੇ ਹਟ ਜਾਓ, ਤੁਸੀਂ ਅੱਜ ਨਾ ਆਇਓ, ਕੱਲ੍ਹ ਆ ਜਾਇਓ। ਸਾਰੀ ਇਨਫੋਰਮੇਸ਼ਨ, ਸਾਰੀ ਟੌਟੀ ਇਹਨਾਂ ਕੋਲ ਜਾਰੀ ਹੈਗੀ ਆ। ਔਰ ਦੇਖੋ, ਜਿਨ੍ਹਾਂ ਨੇ ਇੰਪਲੀਮੈਂਟ ਕਰਨਾ, ਨਸ਼ੇ ਨੂੰ ਰੋਕਣਾ, ਜਿਨ੍ਹਾਂ ਨੇ ਲੋਕਾਂ ਨੂੰ ਬਚਾਉਣਾ, ਜਿਹੜੇ ਤਨਖਾਹ ਲੈ ਰਹੇ ਗੌਰਮੈਂਟ ਕੋਲ, ਜਿਹੜੇ ਸੇਵਕ ਨੇ ਪਬਲਿਕ ਦੇ, ਉਹੀ ਇਹ ਹੈਗਾ। ਇਹਨੂੰ ਚੋਰ ਮੋਰੀ ਆਂਦੇ ਆ। ਜਿਹੜੀ ਵਾੜ ਖੇਤ ਨੂੰ ਖਾ ਗਈ, ਉਹ ਖੇਤ ਕਿੱਦਾਂ ਬਚੂਗਾ? ਇਹ ਸਾਰਾ ਕੁਝ ਉਹਦੇ ਲਈ ਹੋ ਗਿਆ। ਸੱਚ ਆ ਗੱਲ, ਕੋਈ ਇਹਦੇ 'ਚ ਰਿਊਮਰ ਨਹੀਂ ਹੈਗੀ, ਕਿਉਂਕਿ ਲੈਟਰ ਹੈਗਾ ਹਰ ਮੀਡੀਆ ਤੇ, ਹਰ ਚੈਨਲ ਤੇ ਆ ਰਿਹਾ। ਔਰ ਇਸ ਤਰ੍ਹਾਂ ਦੀ ਗੱਲ ਨੇ ਜਿਹੜਾ ਹੈਗਾ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਪੁਲਿਸ ਇਹ ਕੰਮ ਕਰਦੀ ਹੈ, ਤੇ ਪੁਲਿਸ ਜਿਹੜੀ ਕਿ ਮੁੰਡਿਆਂ ਨੂੰ ਇਦਾਂ ਧੱਕੋ ਜ਼ਰੂਰੀ ਦੇ ਕੇ ਤੇ ਮਾਰਦੀ, ਉਹਨਾਂ ਨੂੰ ਕੁੱਟਦੀ ਹੈ, ਫਿਰ ਲਿਆ ਕੇ ਅੰਦਰ ਉਹਨਾਂ ਨੂੰ ਕਹਿੰਦੇ ਤੁਸੀਂ ਨਸ਼ਾ ਵੇਚਦੇ ਜੇ, ਜਦੋਂ ਕਿ ਨਸ਼ੇ 'ਚ ਆਪ ਤਸਕਰ ਆਪ ਬਣੇ ਪਏ ਆ। ਬਿਲਕੁਲ ਹੈ। ਆ ਜਿਹੜਾ ਢਿੱਲੋਂ ਬ੍ਰਦਰ ਦਾ ਇੱਕ ਟ੍ਰੈਜਡੀ ਜਿਹੜੀ ਏਡੀ ਵੱਡੀ ਹੋਈ ਹੈ, ਜਿਹੜੇ ਇੰਨੀ ਤਰਾਸਦੀ ਹੋਈ ਹੈ, ਇਹਦੇ ਵਿੱਚ ਪੁਲਿਸ ਦਾ ਹੀ ਇਹੀ ਰਿਹਾ। ਔਰ ਉਹਦੇ ਵਿੱਚ ਕਮਿਸ਼ਨਰ ਸਾਹਿਬ ਨੇ ਜਾਂ ਡਾਇਰੈਕਟਰ ਜਨਰਲ ਪੁਲਿਸ ਨੇ ਡਿਸੀਜਨ ਲੈ ਕੇ ਉਹਨਾਂ ਨੂੰ ਡਿਸਮਿਸ ਕੀਤਾ, ਨਵਦੀਪ ਸਿੰਘ SHO ਨੂੰ, ਜਿਨ੍ਹਾਂ ਨੇ ਉਸ ਮੁੰਡਿਆਂ ਨੂੰ ਇੰਨਾ ਜਿਹੜਾ ਤੰਗ ਕੀਤਾ, ਉਹਨਾਂ ਨੂੰ ਮਾਨਸਿਕ ਤੌਰ ਤੇ ਇੰਨਾ ਪੀੜਿਤ ਕਰ ਦਿੱਤਾ, ਮੁੰਡਿਆਂ ਕੋਲ ਨਹੀਂ ਸਹਾਰਿਆ ਗਿਆ, ਉਹਨਾਂ ਨੂੰ ਇੰਨੀ ਤਸ਼ੱਦਦ ਕੀਤਾ, ਵਿਚਾਰੇ ਆਪਣੀ ਜਾਨ ਦੀ ਬਾਜੀ ਲਾ ਕੇ ਇਸ ਦੁਨੀਆ ਨੂੰ ਬਿਲਕੁਲ ਸਦਾ ਲਈ ਆਲਵਿਦਾ ਕਹਿ ਗਿਆ। ਪਰਸੋਂ ਵੀ ਉਸ ਮੁੰਡੇ ਦਾ, ਜਸ਼ਨਵੀਰ ਦਾ ਜਿਹੜਾ ਸੰਸਕਾਰ ਹੋਇਆ, ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਤਲਵੰਡੀ ਚੌਧਰੀਆਂ ਤੋਂ ਲਿਆਂਦੀ ਗਈ ਹੈ, ਤੇ ਦੂਜਾ ਮੁੰਡਾ ਅਜੇ ਤੱਕ ਨਹੀਂ ਲੱਭ ਰਿਹਾ, ਜਸ਼ਨਵੀਰ ਦਾ ਵੱਡਾ ਭਰਾ ਮਾਨਵਜੀਤ ਢਿੱਲੋਂ। ਔਰ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਜਿਹੜੀ ਸਿਆਸਤ ਵਿੱਚ ਆ ਗਈ ਆ। ਸਿਆਸਤ ਦੇ ਵਿੱਚ ਆਉਣ ਨਾਲ ਇਹਨਾਂ ਬੱਚਿਆਂ ਦੇ ਤੇ ਜਿਹੜੀ ਹੈਗੀ ਆ, ਅਸੀਂ ਤੇ ਚੰਗੇ ਭਲੇ ਭੇਜੇ ਸੀ ਉਹਨਾਂ ਨੇ ਪੁਲਿਸ ਵੱਲੋਂ, ਬਾਅਦ 'ਚ ਕੀ ਹੋਇਆ ਕੀ ਨਹੀਂ ਹੋਇਆ। ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮਾਨਸਿਕ ਤੌਰ ਤੇ ਜਿਹੜਾ ਪੀੜਿਤ ਬੰਦਾ ਜਾਂ ਸਾਰਾ ਕੁਝ ਹੁੰਦਾ, ਕਿਸੇ ਵੇਲੇ ਵੀ ਇਸ ਤਰ੍ਹਾਂ ਦਾ ਆਪਣਾ ਜਿਹੜਾ ਹੈਗਾ ਕੰਮ ਕਰ ਸਕਦਾ। ਔਰ ਉਹ ਜਿਹੜੀਆਂ ਹੁਣ ਗੱਲਾਂ ਨੇ ਮੀਡੀਆ ਤੇ ਵਾਪਰ ਰਹੀਆਂ, ਸਾਰਾ ਕੁਝ ਹੈਗਾ। ਤਾਂ ਤੀਜੀ ਗੱਲ ਰਾਹ ਜਿਹੜੀ ਹੈਗੀ ਆ ਕਿ ਸ਼ਰੇਆਮ ਪਤਾ ਲੱਗ ਗਿਆ ਕਿ ਪੁਲਿਸ ਵਾਲੇ ਆਪ ਨਸ਼ਾ ਵੇਚ ਰਹੇ ਆ, ਆਪ ਰਲੇ ਪਏ ਉਹਨਾਂ ਨਾਲ, ਆਪ ਗੈਂਗਵਾਦ ਕ੍ਰੀਏਟ ਕਰ ਰਹੇ ਆ। ਮੁੰਡੇ ਇੰਨੇ ਮਾੜੇ ਨਹੀਂ ਹੁੰਦੇ ਜਿਹੜੇ ਜਿਨ੍ਹਾਂ ਨੂੰ ਗੈਂਗਵਾਦ ਅਸੀਂ ਕਹਿ ਦਿੰਦੇ ਹਾਂ, ਮੁੰਡੇ ਚੰਗੇ ਭਲੇ ਹੁੰਦੇ ਆ। ਉਹਨਾਂ ਨੂੰ ਇੰਨਾ ਤੰਗ ਕੀਤਾ ਜਾਂਦਾ, ਇੰਨਾ ਮਾਰਿਆ ਕੁੱਟਿਆ ਜਾਂਦਾ, ਇੰਨਾ ਤਸ਼ੱਦਦ ਕੀਤਾ ਜਾਂਦਾ, ਉਹ ਕਹਿੰਦੇ ਫਿਰ ਅਸੀਂ ਬਣ ਗਏ, ਉਹ ਫਿਰ ਉਹ ਇਸ ਪਾਸੇ ਦੂਜੇ ਪਾਸੇ ਆ ਗਏ। ਇੱਕ ਗੈਂਗਸਟਰ ਦਾ ਇਹ ਬਿਆਨ ਵੀ ਆ ਯੈਸ ਕਿ ਤੁਸੀਂ ਸਾਨੂੰ ਗੈਂਗਸਟਰ ਕਹਿੰਦੇ ਹੋ, ਬਿਲਕੁਲ, ਸਾਨੂੰ ਗੈਂਗਸਟਰ ਬਣਾਇਆ ਕਿਨੇ? ਬਿਲਕੁਲ ਇਹ ਪੁਆਇੰਟ ਆ, ਇਹੀ ਕਿਨੇ ਇਹ ਕਾਰਨ ਪੈਦਾ ਕੀਤੇ? ਸਹੀ ਗੱਲ। ਕੌਣ ਇਹਨਾਂ ਨੂੰ ਇਸਤੇਮਾਲ ਕਰਦਾ ਹੈ ਆਪਣੇ ਮਕਸਦ ਵਾਸਤੇ? ਬਿਲਕੁਲ, ਇਹ ਗੱਲਾਂ ਸੋਚਣ ਵਾਲੀਆਂ ਨੇ ਕਿ ਇਹ ਇਹਨਾਂ ਦੀ ਇੰਪਲੋਇਮੈਂਟ ਆ ਕਿ ਇਹਨਾਂ ਨੂੰ ਗੈਂਗਸਟਰ ਬਣਾ ਦਿੱਤਾ ਜਾਵੇ ਔਰ ਇਹਨਾਂ ਤੋਂ ਕੰਮ ਲਿੱਤਾ ਜਾਵੇ ਤੇ ਉਸ ਦੇ ਐਵਜ਼ ਦੇ ਵਿੱਚ ਇਹਨਾਂ ਨੂੰ ਪੈਸੇ ਦਿੱਤੇ ਜਾਣ। ਇਹ ਇੰਪਲੋਇਮੈਂਟ ਹੈ ਇਹਨਾਂ ਦੀ। ਇਹਨਾਂ ਨੂੰ ਗੈਂਗਸਟਰ ਬਣਾਇਆ ਕਿਨੇ? ਦਿਸ ਇਜ਼ ਦਾ ਪੁਆਇੰਟ। ਸੋ ਇਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੀ ਪੁਲਿਸ ਦੀ ਜਿਹੜੀ ਗਤੀਵਿਧੀ ਸ਼ੁਰੂ ਤੋਂ ਲੈ ਕੇ ਨਾ ਹੁਣ ਤੱਕ ਆਪਾਂ ਦੇਖ ਰਹੇ ਪੰਜਾਬ ਪੁਲਿਸ ਦੀ ਜੋ ਕੁਝ ਹੈਗੀ ਹੈ, ਇਹਨਾਂ ਦਾ ਇਹ ਤੇ ਕੰਮ ਜਿਹੜਾ ਇੰਪਲੀਮੈਂਟੇਸ਼ਨ ਆਫ ਵਰਕ ਦੀ ਹੈਗੀ ਹੈ, ਉਹਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੀ ਰਿਹਾ। ਇਹ 1984 ਤੋਂ ਦੰਗਿਆਂ ਤੋਂ ਬਾਅਦ ਜਦੋਂ ਅੱਤਵਾਦ ਫੈਲਿਆ, ਹੁਣ ਤੱਕ ਇਹੀ ਹੈ ਕਿ ਪੁਲਿਸ ਦੀ ਮਾਨਾਮਾਨੀ ਰਹੀ ਹੈ। ਇਹ 'ਤੇ ਪਰਚਾ ਕਰ ਦਿਓ, ਇਹਦੇ ਤੋਂ ਪਰਚਾ ਖਾਰਜ ਕਰ ਦਿਓ, ਇਹਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿਓ। ਉਹ ਆਉਂਦੇ ਆ ਕਸਟਡੀ ਪੁਲਿਸ ਦੇ, ਉੱਥੇ ਆਉਂਦੇ ਆ ਕੋਈ ਫੈਸਲਾ ਕਰ ਲੈ, ਉਹਨਾਂ ਨੂੰ ਫੜ ਕੇ ਉਹਦੇ ਵਿੱਚ ਕਸਟਡੀ 'ਚ ਲੈਂਦਾ, ਪੱਗ ਲਾਓ ਇਹਦੇ ਜੁੱਤੀ ਲਾਓ, ਇਹਦੇ ਪੈਸੇ ਫੜੋ ਇਹਦੇ। ਇਹ ਜਿਹੜੀ ਸਾਰਾ ਕੁਝ ਰੌਲਾ ਹੈਗਾ, ਕਿਸੇ ਦੇਸ਼ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਪੁਲਿਸ ਵੱਲੋਂ। ਪੁਲਿਸ ਜਿਹੜੀ ਬੜੀ ਅਦਬ ਨਾਲ ਮਿਲਦੀ ਹੈ, ਤੁਹਾਨੂੰ ਜੇ ਕਿਤੇ ਕੋਈ ਚਲਾਨ ਕਰਨਾ ਤਾਂ ਤੁਹਾਡੀ ਗੱਡੀ ਵਿੱਚ ਬੈਠੇ ਗੱਲ ਕਰਦੇ ਆ, ਐਪਸ ਦੇ ਰਾਹੀਂ ਤੁਹਾਡੇ ਕੋਲ ਪੈਨਲਟੀ ਪੈਂਦੀ, ਤੁਹਾਨੂੰ ਘਰੇ ਪੈਸੇ ਦੇਣੇ ਜਿਹੜੀ ਉਹ ਪੈਨਲਟੀ ਪੈ ਜਾਂਦੀ ਆ। ਤਾਂ ਇੱਥੇ ਜਿਹੜੀ ਆ ਤੁਹਾਨੂੰ ਡੰਡੇ ਨਾਲ ਮਾਰਿਆ ਜਾਂਦਾ, ਕੁੱਟਿਆ ਜਾਂਦਾ ਵਾ, ਸਾਰਾ ਕੁਝ। ਇਹ 1984 ਤੋਂ ਲੈ ਕੇ ਅਜੇ ਤੱਕ ਨਹੀਂ ਬਦਲਿਆ। ਜਦੋਂ ਕਿ ਡਾਇਰੈਕਟਰ ਜਨਰਲ ਪੁਲਿਸ ਆਏ ਨੇ ਨਵੇਂ, ਜਦੋਂ ਕਸ਼ਮੀਰ ਸੈਣੀ ਸੀ, ਉਦੋਂ ਤਾਂ ਇਹ ਸਾਰਾ ਕੁਝ ਰਿਹਾ। ਇਹ ਜਿਹੜੇ ਅੱਜ ਕੱਲ੍ਹ DGP ਨੇ, ਉਹਨਾਂ ਨੇ ਇਹ ਸਾਰਾ ਕੁਝ ਤਹਿ ਕਰ ਦਿੱਤਾ ਸਾਰਾ ਕੁਝ, ਪਰ ਉਹ ਗਰਾਊਂਡ ਤੱਕ ਨਹੀਂ ਆਇਆ, ਗਰਾਊਂਡ ਤੱਕ ਨਹੀਂ ਆਇਆ। SHO ਤੱਕ ਨਹੀਂ ਪਤਾ ਲੱਗਣ ਡਿਆ ਵੀ ਉਹ ਕੀ ਚਾਹੁੰਦੇ ਤਾਂ ਅਸੀਂ ਕੀ ਦੇਣਾ ਹੈਗਾ। ਜਿਹੜਾ ਸਬ ਇੰਸਪੈਕਟਰ ਉਹ ਨਹੀਂ ਦੱਸ ਰਿਹਾ ਵੀ ਕੀ ਕਰਨਾ ਚਾਹੀਦਾ। ਔਰ ਜਦੋਂ ਤੱਕ ਉਹਨਾਂ ਦਾ ਸਾਰਾ ਕੁਝ ਮਨਮਾਨੀ ਚੱਲ ਰਹੀ ਹੈ, ਔਰ ਇਸ ਮਨਮਾਨੀ ਨੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜੇ ਆ ਤਰਾਸਦੀ ਵੱਲ ਗ੍ਰਸਤ ਕਰ ਦਿੱਤਾ। ਉਸ ਪਾਸੇ ਚਲੇ ਗਏ ਲੋਕ, ਮੈਂਟਲੀ ਤੌਰ ਤੇ ਪੀੜਿਤ ਹੋ ਗਿਆ। ਇਹ ਗੱਲ ਮਾੜੀ ਹੋ ਰਹੀ, ਬਿਲਕੁਲ ਮਾੜੀ ਹੋ ਰਹੀ ਹੈ। ਔਰ ਇਹ ਗੱਲਾਂ ਹੀ ਧਿਆਨ ਦੇਣ ਯੋਗ ਨੇ। ਉਦਾਹਰਣ ਹੈਗੀ ਆ, ਉਦਾਹਰਣ ਲਾਈਵ ਉਦਾਹਰਣ ਨੇ, ਇਸ ਵਕਤ ਲੋਕ ਆਪਣੀ ਹੱਡ ਬੀਤੀ ਸੁਣਾਉਣ ਵਾਸਤੇ ਮੌਜੂਦ ਨੇ। ਸੋ ਇੱਕ ਹੋਰ ਆਪਾਂ ਹੁਣ ਮਸਲਾ ਲਈਏ ਜੀ। ਚਲਦੇ ਜਿੱਥੋਂ ਸ਼ੁਰੂਆਤ ਕੀਤੀ ਸੀ ਕਿ ਇੰਡੀਆ ਦਾ ਨਾਮ ਬਦਲਣਾ ਹੈ, ਔਰ ਇਹ ਇੰਡੀਆ ਫਰੰਟ ਜਿਹੜੀ ਵਿਰੋਧੀ ਧਿਰ ਤਿਆਰ ਕੀਤੀ ਹੈ ਕਿ BJP ਨੂੰ ਚੁਣੌਤੀ ਦੇਣ ਵਾਸਤੇ 2024 ਦੀਆਂ ਇਲੈਕਸ਼ਨਸ ਦੇ ਵਿੱਚ, ਉਹਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੈਸ਼ਨਲ ਲੈਵਲ ਦੇ ਉੱਤੇ ਤੇ ਹੱਥ ਮਿਲਾ ਰਹੀ ਹੈ, ਪਰ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਉਹ ਕਾਂਗਰਸ ਦੇ ਨਾਲ ਜੇ ਮਿਲਣਾ ਵੀ ਚਾਹੁੰਦੇ ਨੇ ਤੇ ਕਾਂਗਰਸ ਵੱਲੋਂ ਰਾਜਾ ਵੜਿੰਗ ਕਹਿ ਰਹੇ ਨੇ ਕਿ ਨਹੀਂ, ਅਸੀਂ ਨਹੀਂ ਮਿਲਾਂਗੇ। ਔਰ ਇੱਕ ਉਹਨਾਂ ਦੇ ਹੋਰ ਬਾਜਵਾ ਸਾਹਿਬ ਵੀ ਨਾਲ ਸਾਥ ਦੇ ਰਹੇ ਨੇ, ਪ੍ਰਤਾਪ ਸਿੰਘ ਬਾਜਵਾ, ਕਿ ਅਸੀਂ ਨਹੀਂ ਮਿਲਾਂਗੇ। ਹੁਣ ਇਹ
ਨੈਸ਼ਨਲ ਲੈਵਲ ਤੇ ਤਾਂ ਦੋਵੇਂ ਪਾਰਟੀਆਂ ਹੈਲੋ 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 ਹਾਏ ਕਰਦੀਆਂ ਕੇ ਆ, ਜੱਫੀ ਪਾਉਂਦੀਆਂ ਜੱਫੀਆਂ ਪੈ ਪਈਆਂ ਨੇ। ਗਈਆਂ। ਔਰ ਜਦੋਂ ਅਸੀਂ ਪੰਜਾਬ ਦੇ ਲੈਵਲ ਦੀ ਗੱਲ ਕਰਦੇ ਹਾਂ, ਇੱਥੇ ਹੈਲੋ ਹਾਈ ਨਹੀਂ ਕਰਦੀਆਂ ਪਈਆਂ, ਇੱਥੇ ਕਹਿੰਦੇ ਨੇ ਕਿ ਅਸੀਂ ਨਹੀਂ ਮਿਲਣਾ। ਇਹ ਕੀ ਮਸਲਾ ਫਿਰ ਇਕੱਠੇ ਮਿਲ ਕੇ ਕਿਵੇਂ ਚੋਣ ਲੜਨਗੇ, ਜਿਹੜੀ ਇਹ ਦਾਅਵਾ ਕਰਦੇ ਨੇ ਕਿ ਅਸੀਂ ਬੀਜੇਪੀ ਨੂੰ ਇਸ ਵਕਤ 2024 ਦੀਆਂ ਇਲੈਕਸ਼ਨਸ ਦੇ ਵਿੱਚ ਜਿੱਤਣ ਨਹੀਂ ਦੇਣਾ? ਹਾਊ ਕਮ, ਕਿੱਦਾਂ ਪੋਸੀਬਲ ਹੋ ਸਕਦਾ ਹੈ? ਹਾਂ, ਇਹ ਜਦੋਂ ਨੈਸ਼ਨਲ ਅਲਾਈਅੰਸ ਬਣਿਆ, ਇਹਦੇ ਵਿੱਚ ਇਹ ਇੰਡੀਆ ਦਾ ਨਾਮ ਆਇਆ ਆ ਔਰ ਉਹਦੇ ਵਿੱਚ ਇਹਨਾਂ ਨੇ ਇਕੱਠਾ ਹੋ ਕੇ ਕਹਿ ਦਿੱਤਾ ਕਿ ਗੱਠਜੋੜ ਸਾਰਿਆਂ ਦਾ ਇਕੱਠਾ ਹੈਗਾ ਔਰ ਜਿਹੜੀ ਮੋਹਰੀ ਪਾਰਟੀ ਉਹ ਕਾਂਗਰਸ ਹੋਊਗੀ ਔਰ ਰਾਹੁਲ ਗਾਂਧੀ ਜੀ ਨੂੰ ਉਹਨਾਂ ਨੇ ਗੁਣਾ ਪਾਤਾ ਸੀਗਾ ਕਿ ਵੁੱਡ ਵੀ ਪ੍ਰਾਈਮ ਮਿਨਿਸਟਰ ਹੋ ਸਕਦੇ ਆ। ਔਰ ਉਹਦੇ ਵਿੱਚ ਇਹ ਮੁੰਬਈ ਦੇ ਵਿੱਚ ਹੋਈ ਸੀ ਇਹ ਮੀਟਿੰਗ ਔਰ ਸਾਰਾ ਕੁਝ ਹੋ ਗਿਆ। ਔਰ ਉਹਦੇ ਵਿੱਚ ਜਦੋਂ ਕਿ ਦੂਜੀ ਚੂੜ ਦੇ ਨਾਲ ਠੋਕ ਦਿੱਤੀ ਆ ਪੰਜਾਬ ਦੇ ਕਾਂਗਰਸ ਦੇ ਨੇਤਾ ਨੇ। ਔਰ ਉਹਦੇ ਵਿੱਚ ਰਾਜਾ ਵੜਿੰਗ ਜਿਹੜੇ ਪੰਜਾਬ ਦੇ ਸੂਬੇ ਦੇ ਪ੍ਰਧਾਨ ਨੇ ਕਾਂਗਰਸ ਦੇ, ਔਰ ਵਿਰੋਧੀ ਨੇਤਾ ਦੇ ਜਿਹੜੇ ਨੇਤਾ ਨੇ ਉਹ ਪ੍ਰਤਾਪ ਸਿੰਘ ਬਾਜਵਾ, ਇਹਨਾਂ ਨੇ ਠੋਕ ਕੇ ਕਹਿਤਾ ਕਿ ਅਸੀਂ ਆਪ ਨਾਲ ਨਹੀਂ ਰਲਾਂਗੇ, ਸਾਡੀ ਇਹਨਾਂ ਨਾਲ ਖਿਚੜੀ ਨਹੀਂ ਪੱਕਣੀ, ਅਸੀਂ ਜੇ ਲੜਾਂਗੇ ਤੇ ਆਉਣ ਵਾਲੀਆਂ 13 ਸੀਟਾਂ ਤੇ ਇਕੱਲੇ ਲੜਾਂਗੇ ਔਰ ਚੰਡੀਗੜ੍ਹ ਦੀ ਇੱਕ ਸੀਟ ਜਿਹੜੀ ਹੈ 14 ਸੀਟਾਂ ਤੇ ਅਸੀਂ ਆਪਣੇ ਕੈਂਡੀਡੇਟ ਖੜੇ ਕਰਾਂਗੇ, ਉਹ ਐਮਪੀ ਬਣਨਗੇ, ਫਿਰ ਅਸੀਂ ਉਹ ਤੋਂ ਬਾਅਦ ਦੇਖਾਂਗੇ ਕਿ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਬਣਾਉਣਾ। ਇਹਨਾਂ ਨੇ ਠੋਕ ਕੇ ਕਹਿਤਾ। ਪਰ ਇਹਦਾ ਮੋੜਵਾਂ ਜਵਾਬ ਨਵਜੋਤ ਸਿੱਧੂ ਜੀ ਹੋਰਾਂ ਨੇ ਦਿੱਤਾ ਕਿ ਤੁਸੀਂ ਬਾਜ ਆ ਜਾਓ ਇਸ ਗੱਲ ਤੋਂ। ਮੈਂ ਵੀ ਇੱਥੇ ਪ੍ਰਧਾਨ ਰਿਹਾ ਵਾਂ ਕਾਂਗਰਸ ਦਾ ਪੰਜਾਬ ਦਾ ਔਰ ਰਾਜ ਸਭਾ ਦੇ ਵਿੱਚ ਵੀ ਮੈਂ ਰਿਹਾ ਵਾਂ ਮੈਂਬਰ, ਔਰ ਮੈਨੂੰ ਪਤਾ ਹਾਈ ਕਮਾਂਡ ਦੀ ਜਿਹੜੀ ਗੱਲ ਆ ਉਹਦੇ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ, ਉਹਦਾ ਅਦਬ ਸਤਿਕਾਰ ਕਰਨਾ ਚਾਹੀਦਾ। ਕਿਉਂਕਿ ਜੇ ਅਸੀਂ ਇਸ ਗੱਲ ਤੇ ਨਹੀਂ ਮੰਨੇ ਤਾਂ ਸਾਨੂੰ ਇਹਦੇ ਵਿੱਚ ਜਿਹੜਾ ਘਾਟਾ ਪਏਗਾ ਬਹੁਤ ਵੱਡਾ, ਕਿਉਂਕਿ ਕਾਂਗਰਸ ਜਿਹੜੀ ਹੈ ਨੈਸ਼ਨਲ ਲੈਵਲ ਤੇ ਗੱਠਜੋੜ ਦੇ ਵਿੱਚ ਹੈਗੀ ਹੈ। ਜੇ ਅਸੀਂ ਆਪ ਨਾਲ ਨਹੀਂ ਮਿਲਾਵਾਂਗੇ, ਸਾਰਾ ਕੁਝ ਕਰਾਂਗੇ ਤੇ ਕੱਲ੍ਹ ਨੂੰ ਪ੍ਰਧਾਨ ਮੰਤਰੀ ਬਣਨਾ ਤੇ ਆਪ ਫਿਰ ਉੱਥੇ ਵਿਰੋਧਤਾ ਕਰੋਗੀ। ਇਸ ਵਿਰੋਧਤਾ ਤੋਂ ਦੂਰ ਰਹੋ, ਕਿਉਂਕਿ ਨਵਜੋਤ ਸਿੱਧੂ ਦੀ ਇਹ ਗੱਲ ਬਹੁਤ ਜਿਹੜੀ ਚੰਗੀ ਹੈਗੀ ਆ। ਉਹਨਾਂ ਦੇ ਵਾਈਫ ਜਿਹੜੇ ਨੇ ਉਹ ਬਿਮਾਰ ਸੀਗੇ, ਉਹਨਾਂ ਦੇ ਕੈਂਸਰ ਨਾਲ ਪੀੜਿਤ ਨੇ ਔਰ ਇਸ ਕਰਕੇ ਉਹ ਇਸ ਵੇਲੇ ਸਰਗਰਮ ਨਹੀਂ ਇਹਦੇ ਵਿੱਚ ਸਿਆਸਤ ਦੇ ਵਿੱਚ। ਪਰ ਉਹਨਾਂ ਨੇ ਠੋਕਵਾ ਤੇ ਮੋੜਵਾਂ ਜਵਾਬ ਦੇ ਦਿੱਤਾ। ਪਰ ਰਾਜਾ ਵੜਿੰਗ ਨੇ ਕਹਿਤਾ ਕਿ ਅਸੀਂ ਇਹ ਨਹੀਂ ਗੱਲ ਮੰਨਾਂਗੇ, ਕਿਉਂਕਿ ਇਹਨਾਂ ਦਾ ਕਲੇਸ਼ ਤਾਂ ਪਹਿਲਾਂ ਹੀ ਰਿਹਾ, ਸਾਡੇ ਸਾਰੇ ਦਰਸ਼ਕ ਜਾਣਦੇ ਆ। ਪੰਜਾਬ ਦੇ ਵਿੱਚ ਜਾਖੜ ਸਾਹਿਬ ਵਿੱਚੋਂ ਨਿਕਲ ਗਏ ਸੀਗੇ ਜਿੰਨੇ ਵੱਡੇ ਨੇਤਾ, ਕੈਪਟਨ ਅਮਰਿੰਦਰ ਸਿੰਘ ਇਹਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਗਏ। ਔਰ ਇਸ ਤੋਂ ਬਾਅਦ ਸਾਰੇ ਜਿਹੜੇ ਆ ਨੇਤਾ ਇਸ ਵੇਲੇ ਆਪਣੀ ਜਿਹੜੀ ਆ ਡਫਲੀ ਵਜਾ ਰਹੇ ਆ ਹਰ ਪਾਸੇ ਹੀ। ਔਰ ਜਾਖੜ ਸਾਹਿਬ ਨੂੰ ਤਾਂ ਇਹਨਾਂ ਨੇ ਪ੍ਰਧਾਨ ਬਣਾਤਾ ਬੀਜੇਪੀ ਦਾ ਪੰਜਾਬ ਦਾ, ਔਰ ਅਮਰਿੰਦਰ ਸਿੰਘ ਕੈਪਟਨ ਸਾਹਿਬ ਨੇ ਜਿਹੜੇ ਉਹ ਅਜੇ ਤੱਕ ਕੁਝ ਨਹੀਂ ਬਣੇ। ਉਹ ਗਵਰਨਰ ਵੱਲ ਝਾਕ ਸੀ ਵੀ ਕਿਸੇ ਸੂਬੇ ਦਾ ਗਵਰਨਰ ਬਣਾ ਦੇਣਗੇ। ਔਰ ਇਸ ਵੇਲੇ ਜਿਹੜੀ ਕਾਂਗਰਸ ਦੀ ਜਿਹੜੀ ਚਾਹਤ ਆ ਪਹਿਲੇ ਪੰਜਾਬ ਦੇ ਵਿੱਚ ਉਹ ਨਹੀਂ ਰਹੀ। ਜੋ ਮੋਨੋਪਲੀ ਇਸ ਵੇਲੇ ਬਣੀ ਹੈਗੀ ਉਹ ਤਾਂ ਆਪਦੀ ਹੈ, ਕਿਉਂਕਿ ਸਰਕਾਰ ਉਹਨਾਂ ਕੋਲ, ਪਾਵਰ ਉਹਨਾਂ ਕੋਲ ਹੈਗਾ। ਹੁਣ ਜਿਹੜੇ ਪਾਵਰ ਵਾਲੇ ਹੈਗੇ ਉਹਨਾਂ ਨਾਲ ਮੱਥਾ ਲਾਉਣਾ ਇਹਨਾਂ ਨੂੰ ਥੋੜ੍ਹਾ ਜਿਹਾ ਮਹਿੰਗਾ ਵੀ ਪਊਗਾ। ਇਹਦੇ ਵਿੱਚ ਜਿਹੜੇ ਸਕਾਲਰ ਜਾਂ ਜਿਹੜੇ ਚਿੰਤਕ ਉਹਨਾਂ ਨੇ ਕਹਿਤਾ ਕਿ ਜੇ ਇਸ ਗੱਲ ਤੇ ਰਹੇ ਤਾਂ ਇਹਨਾਂ ਨੂੰ 13 ਤੋਂ ਮੈਨੂੰ ਲੱਗਦਾ 2 ਵੋਟਾਂ ਵੀ ਨਹੀਂ ਪੈਣਗੀਆਂ, ਕਿਉਂਕਿ ਅੱਗੇ ਵੀ ਨੁਕਰੇ ਲੱਗੇ ਰਹੇ ਆ। ਹੁਣ ਇਸ ਤੋਂ ਬਾਅਦ ਕੀ ਕੁਝ ਹੋਊਗਾ। ਔਰ ਉਹਦੇ ਵਿੱਚ ਚੰਨੀ ਸਾਹਿਬ ਨੇ ਕਹਿਤਾ ਕਿ ਜੇ ਜੋ ਕੁਝ ਕਹਿ ਰਹੀ ਹੈ, ਜੋ ਸਰਕਾਰ ਕਹਿ ਰਹੀ ਹੈ, ਜੋ ਅਲਾਇੰਸ ਕਹਿ ਰਿਹਾ, ਜੋ ਗੱਠਜੋੜ ਕਹਿ ਰਿਹਾ, ਉਹਦੇ ਤੇ ਇਹਨਾਂ ਨੂੰ ਫੁੱਲ ਚੜਾਉਣੇ ਚਾਹੀਦੇ ਆ। ਉਹ ਇਸ ਤੇ ਉਲਟ ਨਹੀਂ ਗਏਗੇ। ਉਹ ਬੜੇ ਸਕਾਲਰ ਨੇ, ਸਮਝਦੇ ਨੇ ਇਸ ਗੱਲ ਨੂੰ, ਪੜ੍ਹੇ ਲਿਖੇ ਨੇ, PhD ਆ, ਪੜ੍ਹੇ ਲਿਖੇ ਆ। ਔਰ ਆ ਜਿਹੜੇ ਇਹਦੇ 2 ਜਿਹੜੇ ਧਿਰਾਂ ਨੇ ਇਹਨਾਂ ਨੇ ਰੌਲਾ ਪਾ ਦਿੱਤਾ ਵਾ ਕਿ ਇਹਦੇ ਵਿੱਚ ਰਾਹੁਲ ਗਾਂਧੀ ਜੀ ਨਾਲ ਅਸੀਂ ਗੱਲ ਕਰਾਂਗੇ, ਅਸੀਂ ਸੋਨੀਆ ਗਾਂਧੀ ਜੀ ਨਾਲ ਗੱਲ ਕਰਾਂਗੇ। ਹੁਣ ਇਹਦੇ ਨਾਲ ਇਹ ਵੋਟਾਂ ਤੋਂ ਦੂਰ ਜਾ ਰਹੇ ਆ। ਲੋਕਾਂ ਨੇ ਇਹਨਾਂ ਦਾ ਥੋੜ੍ਹਾ ਜਿਹਾ ਨੁਕਸਾਨ ਵੀ ਕਰ ਸਕਦੇ ਆ। ਹੋਰ ਇਹ ਤਾਂ ਹੁਣ ਉਹਨਾਂ ਦੇ ਅੰਦਰ ਦੀ ਗੱਲ ਹੈਗੀ ਹੈ ਕਿ ਕੌਣ ਲੋਕ ਜਿਹੜੇ ਕਾਂਗਰਸ ਨੂੰ ਅੱਛਾ ਮੰਨਦੇ ਆ, ਕੌਣ ਜਿਹੜੇ ਆਪ ਨੂੰ ਮੰਨਦੇ ਆ, ਕੌਣ ਜਿਹੜੇ ਹੈਗੇ ਆ ਉਹ ਬੀਜੇਪੀ ਨੂੰ ਮੰਨਦੇ ਆ। ਆਪਸੀ ਲੜਾਈ ਤੇ ਉਦੋਂ ਬਾਅਦ ਅਕਾਲੀ ਦਲ ਵੀ ਹੈਗਾ। ਅਕਾਲੀ ਦਲ ਨੇ BSP ਨਾਲ ਤਾਂ ਹੈਗੀ ਉਹਨਾਂ ਦੀ, ਉਹਨਾਂ ਨੇ BJP ਨਾਲ ਕੋਈ ਗੱਲ ਵੱਖਰੀ ਨਹੀਂ ਪਾਈ। ਉਹਨਾਂ ਨੇ ਵੀ ਕਹਿਤਾ ਕਿ ਅਸੀਂ 13 ਸੀਟਾਂ ਤੇ ਇਕੱਲੇ ਲੜਾਂਗੇ। ਅਕਾਲੀ ਦਲ ਦੇ ਵਿੱਚੋਂ ਸੁਖਬੀਰ ਬਾਦਲ ਜੀ ਨੇ ਕਹਿਤਾ। ਇਸ ਵੇਲੇ ਇਹਨਾਂ ਦੀ ਥਿੱਤ ਤੜੀ ਨਹੀਂ ਵੱਜ ਰਹੀ, ਇਹ ਸਥਿਰ ਨਹੀਂ ਹੈਗੇ ਕੋਈ ਵੀ ਪਾਰਟੀ। ਇਹਨਾਂ ਨੂੰ ਡਿਸੀਜਨ ਲੈਣਾ ਪਊਗਾ, ਕਿਉਂਕਿ ਮਈ ਦੇ ਵਿੱਚ ਲੋਕ ਸਭਾ ਭੰਗ ਹੋ ਜਾਣੀ ਆ। ਇਲੈਕਸ਼ਨ ਦਾ ਕੰਪੇਨ ਸ਼ੁਰੂ ਹੋ ਗਈ ਆ ਔਰ ਇਲੈਕਸ਼ਨ ਦੇ ਲਈ ਲੋਕਾਂ ਨੂੰ ਭਰਮਾ ਰਿਹਾ। ਔਰ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਫਿਰ ਕਹਿ ਦਿੱਤਾ ਕਿ ਇੱਕ ਵਾਰ ਮੈਂ ਫਿਰ ਲੋਕਾਂ ਤੱਕ ਡੋਰ ਟੂ ਡੋਰ ਜਾਊਂਗਾ। ਇਹ ਸਾਰਾ ਕੁਝ ਵੋਟ ਦਾ ਬੈਂਕ ਤਿਆਰ ਕਰਨ ਲਈ ਸਭ ਤੋਂ ਵੱਡਾ ਮਨਸੂਬਾ ਹੈ। ਔਰ ਰਾਹੁਲ ਗਾਂਧੀ ਇਸ ਵਕਤ ਯੂਰਪ ਦੇਸ਼ਾਂ ਦੇ ਦੌਰੇ ਤੇ ਨੇ ਜੀ। ਔਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਿਹੜੀ ਵੀ ਮੀਟਿੰਗ ਕਰਨਗੇ ਉੱਥੇ ਮਨੀਪੁਰ ਦੀਆਂ ਘਟਨਾਵਾਂ ਦਾ ਜ਼ਿਕਰ ਹੋਏਗਾ ਕਿ ਭਾਰਤ ਦੇ ਵਿੱਚ ਮਾਈਨੋਰਿਟੀਜ਼ ਦੇ ਹੱਕ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈ, ਭਾਰਤ ਦੇ ਵਿੱਚ ਧਰਮ ਤੇ ਜਾਤ ਦੀ ਰਾਜਨੀਤੀ ਕਦੋਂ ਤੱਕ ਚੱਲਦੀ ਰਹੇਗੀ, 2024 ਦੀਆਂ ਇਲੈਕਸ਼ਨਸ ਵਾਸਤੇ ਕੀ ਏਜੰਡਾ ਹੈ, ਕੀ ਸਟ੍ਰੈਟਜੀ ਹੈ। ਸਾਰੀਆਂ तमाम ਗੱਲਾਂ ਹੋਣੀਆਂ ਨੇ, ਪਰ ਖਾਸ ਕਰਕੇ ਮਨੀਪੁਰ ਦੀ ਘਟਨਾ ਇਸ ਦੇ ਉੱਤੇ ਤਵੱਜੋ ਦਿੱਤੀ ਜਾ ਰਹੀ, ਕਿਉਂਕਿ ਜਿਸ ਤਰ੍ਹਾਂ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ, ਇਹ ਪੂਰੀ ਦੁਨੀਆ ਦੇ ਵਿੱਚ ਸਾਡੇ ਉੱਤੇ ਥੂ-ਥੂ ਹੋ ਰਹੀ ਹੈ। ਵੈਸੇ ਇਹ ਗੱਲ ਹੈਗੀ, ਮੈਂ ਹੁਣੇ ਜਿਹੜੇ ਨੇਤਾ ਦਾ ਨਾਂ ਲੈਂਦੇ ਉਹਦਾ ਮਸਲਾ ਵੀ ਆ ਜਾਂਦਾ, ਕਿਉਂਕਿ ਰਾਹੁਲ ਗਾਂਧੀ ਜੀ ਦਾ ਮੈਂ ਹੁਣੇ ਨਾਂ ਲਿਆ ਸੀਗਾ। ਪਰ ਇਸ ਵੇਲੇ ਯੂਰੋਪੀਅਨ ਕੰਟਰੀ ਜਿਹੜੇ ਉਹਨਾਂ ਦੇ ਦੌਰੇ 'ਤੇ ਹੈਗੇ ਆ, ਉੱਥੇ ਪਹੁੰਚੇ ਆ ਔਰ ਇਹਨਾਂ ਨਾਲ ਇੰਟਰਵਿਊ ਜਿਹੜੀ ਹੋ ਰਹੀਆਂ ਉੱਥੋਂ ਦੇ ਸੰਸਦ ਨੇ ਜਿਹੜੇ ਉਹਨਾਂ ਨਾਲ
ਉਹਦੇ ਵਿੱਚ ਸਭ ਤੋਂ ਮਸਲਾ ਵੱਡਾ ਉਹਨਾਂ ਨੇ ਇਹ ਕਿਹਾ, ਮਨੀਪੁਰ ਬਾਰੇ ਉਹਨਾਂ ਨੇ ਪੁੱਛਿਆ ਕਿ ਤੁਸੀਂ ਉੱਥੇ ਆਏ ਜੇ ਔਰ ਮਨੀਪੁਰ ਪਹੁੰਚੇ ਵੀ ਸੀਗੇ, ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਉੱਥੇ ਮਰ ਰਹੇ ਲੋਕ, ਕਰਫਿਊ ਅਜੇ ਨਹੀਂ ਉੱਥੋਂ ਹਟਿਆ ਔਰ ਫੋਰਸਾਂ ਉੱਥੇ ਪਹੁੰਚ ਚੁੱਕੀਆਂ ਔਰ ਨੰਗਨ ਤੌਰ 'ਤੇ ਨੰਗਨ ਅਵਸਥਾ 'ਚ ਉੱਥੇ ਲੇਡੀਜ਼ ਨੂੰ ਘੁਮਾਇਆ ਗਿਆ। ਇਹ ਤੁਹਾਡੇ ਦੇਸ਼ ਦੀ ਜਿਹੜੀ ਹੈ ਮੁਹਾਰਤ ਹੈਗੀ ਹੈ, ਦੇਸ਼ ਦੇ ਤੁਹਾਡੇ ਦੇਸ਼ ਦੇ ਵਿੱਚ ਇਹ ਸਾਰਾ ਕੁਝ ਸਤਿਕਾਰ ਹੋ ਗਿਆ ਔਰਤ ਦਾ। ਔਰ ਉਹਨੇ ਰਾਹੁਲ ਗਾਂਧੀ ਨੇ ਉੱਥੇ ਜਵਾਬ ਦਿੱਤਾ ਉਹਨਾਂ ਨੂੰ ਕਿ ਮੈਂ ਉੱਥੇ ਗਿਆ ਔਰ ਉਹਦੇ ਵਿੱਚ ਕੰਟਰੋਲ ਤਾਂ ਨਹੀਂ ਅਜੇ ਤੱਕ ਹੋਇਆ, ਕਿਉਂਕਿ ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਕੇਂਦਰ ਦੀ, ਉਹਨੇ ਪੂਰੇ ਕਰੜੇ ਹੱਥਾਂ ਨਾਲ ਨਹੀਂ ਲਿਆ। ਔਰ ਉਹਨਾਂ ਨੇ ਪੁੱਛਿਆ ਇਹਨਾਂ ਨੂੰ ਕਿ ਉਹ ਉੱਥੇ ਸਰਕਾਰ ਜਿਹੜੀ ਹੈ ਸੂਬੇ ਦੀ ਕਿਹਦੀ ਹੈਗੀ ਆ, ਕੇਂਦਰ ਦੀ ਆ ਜਾਂ ਕਿਹਦੀ ਹੈਗੀ। ਉਹਨਾਂ ਨੇ ਕਹਿਤਾ ਕੇਂਦਰ ਦਾ ਹੀ ਹੈਗਾ, ਉੱਥੇ BJP ਦੀ ਸਰਕਾਰ ਹੈਗੀ ਆ। ਔਰ ਉਹਨਾਂ ਨੇ ਮੋੜੇ ਜਵਾਬ 'ਚ ਕਿਹਾ ਜਿਹੜੇ ਏਸ਼ੀਅਨ ਕੰਟਰੀ ਨਾਲ ਰਿਲੇਟਡ ਦੇ ਸੰਸਦ ਦੇ, ਉਹ ਕਹਿੰਦੇ ਉੱਥੇ ਕਿਉਂ ਨਹੀਂ ਉੱਥੋਂ ਬਾਅਦ ਬਦਲੀ ਕਰਕੇ ਜਾਂ ਇਲੈਕਸ਼ਨ ਕਰਵਾ ਕੇ ਜਾਂ ਉੱਥੋਂ ਮੁੱਖ ਮੰਤਰੀ ਬਦਲੇ ਗਏ, ਜਿਹਨਾਂ ਕੋਲ ਕੰਟਰੋਲ ਨਹੀਂ ਹੋ ਰਿਹਾ, ਜਿੱਥੇ ਉਹਨਾਂ ਤਸ਼ੱਦਦ ਹੋ ਰਿਹਾ, ਲੋਕ ਉੱਥੇ ਮਾਰੇ ਜਾ ਰਹੇ ਆ, ਲੁੱਟੇ ਜਾ ਰਹੇ ਆ। ਔਰ ਉਹ ਦੇਸ਼ ਇਸ ਤਰ੍ਹਾਂ ਦੀ ਸਥਿਤੀ 'ਚੋਂ ਗੁਜ਼ਰਿਆ, ਸ਼ਾਇਦ 1947 ਦੀ ਵੰਡ ਸਮੇਂ ਵੀ ਇਸ ਤਰ੍ਹਾਂ ਦਾ ਤਸ਼ੱਦਦ, ਇਸ ਤਰ੍ਹਾਂ ਦਾ ਖੂਨ ਖਰਾਬਾ, ਬਲੱਡ ਸ਼ੈਡ ਨਹੀਂ ਹੋਈ ਹੋਊਗੀ ਜਿਹੜੀ ਇਸ ਵੇਲੇ ਉਸ ਸੂਬੇ ਵਿੱਚ ਹੋ ਰਹੀ ਹੈ। ਔਰ ਉੱਥੋਂ ਹਿਜਰਤ ਕਰਕੇ ਚਲੇ ਗਏ, ਹਿਜਰਤ ਮਤਲਬ ਮਾਈਗ੍ਰੇਟ ਕਰਕੇ ਵੀ ਬਹੁਤ ਲੋਕ ਚਲੇ ਗਏ, ਮਿਜ਼ੋਰਮ ਵਿੱਚ ਚਲੇ ਗਿਆ, ਅਸਾਮ 'ਚ ਚਲੇ ਗਿਆ ਔਰ ਬਾਹਰਲੇ ਸੂਬਿਆਂ 'ਚ ਚਲੇ ਗਿਆ। ਜਦੋਂ ਵੀ ਕਿਸੇ ਸੂਬੇ ਦੇ ਵਿੱਚ ਰੌਲਾ ਪੈਂਦਾ, ਸਾਰਾ ਕੁਝ ਹੁੰਦਾ ਤਾਂ ਲੋਕ ਉੱਥੋਂ ਆਪਣਾ ਥਾਂ ਛੱਡ ਕੇ ਭੱਜ ਜਾਂਦੇ ਵੀ ਜਾਨ ਬਚਾ ਲਓ ਔਰ ਰੋਟੀ ਪਾਣੀ ਜਿਹੜਾ ਮਿਲੂਗਾ ਬਚ ਜਾਓ। ਔਰ ਉੱਥੇ ਇਹ ਸਥਿਤੀ ਹੋ ਗਈ ਆ। ਔਰ ਰਾਹੁਲ ਗਾਂਧੀ ਨੇ ਉੱਥੇ ਜਵਾਬ ਦਿੱਤੇ ਆ ਕਿ ਕੇਂਦਰ ਕੋ ਕੰਟਰੋਲ ਨਹੀਂ ਹੋਇਆ ਔਰ ਇਲੈਕਸ਼ਨ ਆਉਣ ਵਾਲੀ ਹੈਗੀ ਆ। ਔਰ ਪਾ ਲਾ ਕੇ ਜਿਹੜੇ ਹੈਗੇ ਆ, ਇੱਕ ਪਾਸੇ ਤੇ ਕਹਿ ਰਹੇ ਕਿ ਵਨ ਨੇਸ਼ਨ ਵਨ ਵੋਟ ਡੇ, ਇੱਕ ਦਿਨ, ਔਰ ਉਹਦੇ ਵਿੱਚ ਜੇ ਰੌਲਾ ਪੈ ਰਿਹਾ ਉੱਥੇ ਸਾਰਾ ਕੁਝ, ਉੱਥੇ ਰਾਸ਼ਟਰਪਤੀ ਰਾਜ ਲਾਗੂ ਲਾ ਕੇ ਜਾਂ ਗਵਰਨਰੀ ਰਾਜ ਕਿਉਂ ਨਹੀਂ ਕੀਤਾ, ਉੱਥੇ ਕੀ ਨਹੀਂ ਕੀਤਾ। ਔਰ ਪੰਜਾਬ ਦਾ ਚੇਤਾ ਆ ਜਾਂਦਾ ਕਿ ਪੰਜਾਬ 'ਚ ਗਵਰਨਰੀ ਰਾਜ ਕਰ ਦਿਓ, ਰਾਸ਼ਟਰਪਤੀ ਰਾਜ ਕਰ ਦਿਓ। ਇਹ ਗਵਰਨਰ ਦੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਸੀ, ਜਿਹੜੀਆਂ ਬਤਕੋਈਆਂ ਸੀ, ਇਹ ਸਾਰੀਆਂ ਰਾਹੁਲ ਗਾਂਧੀ ਨੇ ਉੱਥੇ ਲੋਕਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਜਿੱਦਾਂ ਪੂਰੀ ਦੁਨੀਆ ਦੇ ਵਿੱਚ ਭਾਰਤ ਨੂੰ ਸਤਿਕਾਰ ਮਿਲਦਾ ਹੈ, ਭਾਰਤ ਦੇ ਪਿਛੋਕੜ ਕਰਕੇ, ਸੰਸਕ੍ਰਿਤੀ ਕਰਕੇ, ਸੱਭਿਅਤਾ ਕਰਕੇ, ਭਾਰਤ ਦੇ ਜੋ ਸੋਚਣ ਦੇ ਤਰੀਕੇ ਨੇ ਉਸ ਨੂੰ ਲੈ ਕੇ, ਕਿ ਅਸੀਂ ਜਿੱਦਾਂ ਪੁਰਾਣੇ ਸ਼ਾਸਤਰਾਂ ਦੀ, ਗ੍ਰੰਥਾਂ ਦੀ, ਮਾਨਵਤਾ ਦੀ, ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਬਹੁਤ ਵੱਡੀਆਂ ਗੱਲਾਂ ਕਰਦੇ ਹਾਂ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ। ਔਰ ਸਾਨੂੰ ਕਰਨੀ ਚਾਹੀਦੀ ਵੀ ਹੈ, ਸਾਨੂੰ ਮਾਣ ਹੈ ਆਪਣੇ ਪਿਛੋਕੜ ਦੇ ਉੱਤੇ। ਪਰ ਸਾਡਾ ਵਰਤਮਾਨ ਸਾਡੇ ਪਿਛੋਕੜ ਨੂੰ ਕਾਲਿਖ ਲਾ ਰਿਹਾ। ਸਾਡਾ ਵਰਤਮਾਨ ਬੜਾ ਭਿਆਨਕ ਆ, ਜੋ ਧੁੰਦਲਾ, ਜੋ ਕਿ ਪੂਰੀ ਦੁਨੀਆ ਥੂ ਕਰਦੀ ਪਈ ਹੈ ਕਿ ਆਹ ਕੀ ਹੁੰਦਾ ਪਿਆ ਭਾਰਤ ਦੇਸ਼ ਦੀ ਧਰਤੀ ਦੇ ਉੱਤੇ, ਜਿਹੜੀ ਅਸੀਂ ਕਹਿੰਦੇ ਹਾਂ ਕਿ ਗੁਰੂਆਂ ਦੀ, ਪੀਰਾਂ ਦੀ, ਰਿਸ਼ੀਆਂ ਮੁਨੀਆਂ ਅਵਤਾਰਾਂ ਦੀ ਧਰਤੀ ਹੈ, ਉੱਥੇ ਔਰਤ ਦੀ ਪੱਤ ਉਤਾਰੀ ਜਾ ਰਹੀ ਹੈ। ਇਹ ਸ਼ੋਭਾ ਨਹੀਂ ਦਿੰਦਾ। ਵੈਸੇ ਕਹਿਣੀ ਤੇ ਕਥਨੀ ਦਾ ਜਿਹੜਾ ਸੁਮੇਲ ਹੈ ਇਹ ਇੰਡੀਆ 'ਚ ਨਹੀਂ ਰਿਹਾ ਇਸ ਵੇਲੇ। ਔਰ ਜੋ ਕਹਿੰਦੇ ਅਸੀਂ ਉਹ ਕਰਦੇ ਨੇ, ਔਰ ਜੋ ਅਸੀਂ ਕਰਦੇ ਹਾਂ ਉਹ ਉਹਦੇ ਉਲਟ ਕਰਦੇ ਹਾਂ। ਉਹ ਸਾਰਾ ਕੁਝ ਹੈਗਾ। ਅੰਗਰੇਜ਼ ਲੋਕ ਜਿਹੜੇ ਹੈਗੇ ਆ, ਇਹ ਬੜੇ ਪਾਏਦਾਰ ਗੱਲ ਕਰਦੇ ਆ। ਜਿੱਥੇ ਇਹਨਾਂ ਨੇ ਗੱਲ ਕਰਨੀ, ਜਿੱਥੇ ਫੋਕਸ ਕਰ ਲਿਆ ਇਹਨਾਂ ਨੇ ਕਰ ਲਿਆ, ਤਦ ਇਹ ਡਿਵੈਲਪ ਕਰ ਚੁੱਕੇ ਆ, ਕਿੱਥੇ ਦੇ ਕਿੱਥੇ ਪਹੁੰਚ ਗਏ। ਅਸੀਂ ਫਿਰ ਉਹਨਾਂ ਰੂੜੀਆਂ ਵਾਲੇ ਪਾਸੇ ਨੂੰ ਵਾਪਸ ਆ ਰਹੇ ਹਾਂ, ਫਿਰ ਉਹਨਾਂ ਟੋਇਆਂ 'ਚ ਡਿੱਗ ਰਹੇ ਹਾਂ ਜਿੱਥੇ ਅਸੀਂ ਨਿਕਲ ਕੇ ਬਾਹਰ ਆਏ ਹਾਂ। ਅਸੀਂ ਉਸ ਉੱਜਲ ਜਿਹੜੀ ਧਰਤੀ ਆ, ਜਾਂ ਜਿਹੜੀ ਜਿੱਥੇ ਲਾਈਟ ਹੈਗੀ ਆ, ਜਿੱਥੇ ਲੋਕ ਰੋਸ਼ਨੀ ਚਾਹੁੰਦੇ ਆ, ਉਸ ਵੱਲ ਨੂੰ ਘੱਟ ਜਾ ਰਹੇ। ਅਸੀਂ ਹਨੇਰੇ 'ਚ, ਹਨੇਰਗਰਦੀ ਵਾਲੇ ਪਾਸੇ ਜ਼ਿਆਦਾ ਆਉਂਦੇ ਹਾਂ। ਜਿਸ ਤਰ੍ਹਾਂ ਤੁਸੀਂ ਹੁਣੇ ਕਹਿ ਰਹੇ ਸੀ ਕਿ ਗਰਦਸ਼ ਹੈ, ਸਾਡਾ ਵਰਤਮਾਨ ਜਿਹੜਾ ਹੈਗਾ ਉਹ ਇਸ ਵੇਲੇ ਧੁੰਦਿਆਇਆ ਗਿਆ ਹੈਗਾ ਔਰ ਉਹਦੇ ਵਿੱਚ ਸਾਨੂੰ ਕੁਝ ਨਹੀਂ ਨਜ਼ਰ ਆ ਰਿਹਾ। ਉਹ ਬਿੱਲੀ ਜਿਹੜੀ ਹਨੇਰੇ ਵਿੱਚ ਬਿੱਲੀ ਵਾਲੀ ਗੱਲ ਹੈਗੀ ਆ, ਉਹ ਸਾਰਾ ਕੁਝ ਉਹੀ ਨਜ਼ਰ ਆ ਰਿਹਾ ਜੋ ਕੁਝ ਪਹਿਲੋਂ ਅਸੀਂ ਹੰਡਾਉਂਦੇ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਸ ਵਿੱਚੋਂ ਬਾਹਰ ਨਿਕਲ ਕੇ ਭਲੇ ਵੱਲ ਪਹੁੰਚੀਏ। ਜੋ ਗੁਰੂ ਪੀਰਾਂ ਨੇ, ਮਹਾਤਮਾ ਨੇ, ਜੋ ਸਾਡੇ ਵੇਦ ਗ੍ਰੰਥ ਦੱਸਦੇ ਨੇ, ਅਸੀਂ ਪੜ੍ਹ ਲੈਂਦੇ ਵੇਦ ਗ੍ਰੰਥ, ਪਰ ਉਹਦੇ ਤੇ ਅਸਰ ਜਿਹੜਾ ਅਮਲ ਕਰਨਾ ਦੇਰੀ ਨਾਲ ਹੁੰਦਾ। ਬਿਲਕੁਲ। ਤੇ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਕਿ ਤੁਸੀਂ ਕੀ ਸੋਚਦੇ ਹੋ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ, ਚੱਲਦੇ ਹਾਂ। ਜੀ ਜ਼ਰੂਰ। ਸਤਿ ਸ੍ਰੀ ਅਕਾਲ।